जब मोदी सरकार घुटने टेकेगी। अरे मोदी जी क्या औकात है? मैं हिंदुस्तान के किसानों से आह्वान करना चाहता हूँ, यदि देश से प्यार करते हो, यदि भारत माता से प्यार करते हो तो अपने घर से निकलो। अरे दिल्ली की ओर कूच करो, जहाँ हो वही अपनी आवाज को उठाओ और संजय को कभी माफ मत करना। संजय के खिलाफ खड़े हो जाना। ये लड़ाई अब अंतिम लड़ाई है। इस लड़ाई को जीतना मैं समझता हूँ सबसे बड़ी देशभक्ति है। अंत में बस यही कहूंगा कि रख हौसला, वो मंजर भी आएगा, प्यासे के पास चलकर समंदर भी आएगा। थक कर न बैठे मंजिल के मुसाफिर, मंजिल भी मिलेगी और मिलने का मजा भी आएगा। चिंता मत करना किसान भाइयों, हम लड़ाई जीतेंगे और जीत कर ही लौटेंगे। जब तक 3 काले कानून वापस नहीं होंगे हम यहाँ से हिलने वाले नहीं हैं। बस अंत में यही कहूंगा कि लगा दो आग पानी में, शरारत हो तो ऐसी हो। लगा दो आग पानी में, शरारत हो तो ऐसी हो। मिटा दो जुल्म की हस्ती, बगावत हो तो ऐसी हो। तो चिंता मत करो, मोदी का अंत करना है, भाजपा का अंत करना है, किसान विरोधियों का अंत करना है। यही हमारा संकल्प होना चाहिए। बोलो जय जवान, जय जवान, जय जवान, जय बोले सोनिया। जय भारत। धन्यवाद। ਵਾਲੀ ਕੇਸਰੀ ਦੀ ਟੀਮ ਟਿੱਕਰੀ ਬਾਰਡਰ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਕਿਸਾਨ ਕਿੰਨੇ ਜ਼ੋਰ-ਸ਼ੋਰ ਵਿੱਚ ਆਪਣੇ ਹੱਕਾਂ ਨੂੰ ਮਨਵਾਉਣ ਵਾਸਤੇ ਇੱਥੇ ਬੈਠੇ ਨੇ। ਆਈਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਇਆਂ ਨੂੰ? ਹੁਣ ਤਾਂ ਜੀ ਸੰਗਤ ਸਾਡੀ ਪਹਿਲਾਂ ਵੀ ਆ ਰਹੀ ਹੈ ਜੀ ਬਹੁਤ ਦਿਨਾਂ ਤੋਂ, ਤੇ ਅਸੀਂ ਪਰਸੋਂ ਹੀ ਆਏ ਆ ਜੀ। ਪਰਸੋਂ ਤੋਂ ਲੈ ਕੇ ਆ ਕੇ ਲੰਗਰ ਲਾਇਆ ਜੀ। ਪਹਿਲਾਂ ਅਸੀਂ ਸਿੱਧੀ ਜੋੜ ਮੇਲੇ ਤੇ ਲੰਗਰ ਲਾਉਂਦੇ ਹੁੰਦੇ ਤੇ ਇਸ ਵਾਰ ਅਸੀਂ ਸੋਚਿਆ ਸੰਗਤ ਨੇ ਵੀ ਦਿੱਲੀ ਚੱਲਦੇ ਆ, ਦਿੱਲੀ ਲੰਗਰ ਲਾਣੇ ਆ ਤਾਂ ਕਿ ਉਹੀ ਲੰਗਰ ਇੱਧਰ ਆਈਏ, ਸੰਗਤ ਦੀ ਸੇਵਾ ਹੋ ਜਾਏ। ਸਿਰਫ ਇਕੱਲੇ ਕਿਸਾਨਾਂ ਵਾਸਤੇ ਜਾਂ ਜਿਹੜੇ ਵੀ ਇੱਥੇ ਆ ਰਹੇ ਸਭ ਵਾਸਤੇ? ਸਭ ਵਾਸਤੇ ਜੀ, ਕੋਈ ਵੀ ਆ ਜਾਏ ਜੀ, ਸਾਰਿਆਂ ਵਾਸਤੇ, ਸਾਰੀ ਸੰਗਤ ਖਾਤਰ ਆਈ, ਕੋਈ ਮਰਜ਼ੀ ਆਓ ਜੀ, ਕੋਈ ਵੀ ਛਕੋ ਕਿਸੇ ਵੀ ਤਰ੍ਹਾਂ ਦਾ। ਕਿਹਦੇ ਉਪਲਕਸ਼ ਵਿੱਚ ਲਗਾਇਆ ਗਿਆ ਹੈ? ਕਿਹੜੀ ਸੰਸਥਾ ਹੈ ਇਹ? ਜਿਹੜਾ ਦਿੱਲੀ ਧਰਨਾ ਚੱਲ ਰਿਹਾ ਜੀ, 3 ਕਾਲੇ ਕਾਨੂੰਨ ਨੇ, ਉਹਨਾਂ ਖਾਤਰ ਲਾਏ ਗਏ ਜੀ। ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ? ਸਾਹਮਣਾ ਤਾਂ ਜੀ ਹੁਣ ਪਤਾ ਹੀ ਹੈ, ਸੰਗਤ ਨੂੰ ਸਾਰੇ ਇੱਥੇ ਬੈਠੇ ਨੇ ਠੰਡ 'ਚ। ਜੇ ਕੰਮ ਛੇਤੀ ਤੋਂ ਛੇਤੀ ਨਿਬੜੇ ਤਾਂ ਘਰਾਂ ਨੂੰ ਜਾਣ ਲੋਕ। ਮੋਦੀ ਜੀ ਨੂੰ ਬੇਨਤੀ ਹੈ ਵੀ ਛੇਤੀ ਤੋਂ ਛੇਤੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਤਾਂ ਕਿ ਸਾਰੀ ਸੰਗਤ ਆਪਦੇ ਘਰ ਨੂੰ ਜਾ ਸਕੇ। ਖਾਣੇ ਦੀ ਦਿੱਕਤ ਹੈ ਤੇ ਪਾਣੀ ਦੀ ਦਿੱਕਤ ਹੈ। ਕੱਲੇ ਓਨਲੀ ਪਾਣੀ ਦੀ ਦਿੱਕਤ ਹੈ ਸਾਨੂੰ। ਲੰਗਰ ਪਾਣੀ ਦੀ ਕੋਈ ਘਾਟ ਨਹੀਂ, ਬਾਬੇ ਨਾਨਕ ਦੀ ਕਿਰਪਾ ਨਾਲ ਹਰੇਕ ਲੰਗਰ ਵਾਧੂ ਚੱਲ ਰਿਹਾ ਜੀ। ਤੇ ਕੁਝ ਆਰੋਪ ਲਗਾਏ ਗਏ ਆ ਤੁਹਾਡੇ ਉੱਤੇ, ਜਿਵੇਂ ਕਿ ਕਹਿ ਰਹੇ ਆ ਕਿ ਬਾਹਰੋਂ ਫੰਡਿੰਗ ਹੋ ਰਹੀ ਹੈ ਤੁਹਾਨੂੰ। ਫੰਡਿੰਗ ਨਹੀਂ ਜੀ, ਫੰਡਿੰਗ ਨਹੀਂ ਹੈਗੀ। ਜਿਹੜਾ ਇਹ ਸੰਗਤ ਦੇ ਸਹਿਯੋਗ ਨਾਲ ਚੱਲਦਾ ਜੀ। ਜਿਵੇਂ ਕੋਈ ਸੰਗਤ ਸਹਿਯੋਗ ਦੇ ਰਹੀ ਹੈ ਉਸ ਹਿਸਾਬ ਨਾਲ ਚੱਲ ਰਿਹਾ ਜੀ। ਸਾਰੇ ਭੈਣ ਭਾਈ ਇਹ ਨਗਰ ਚੋਂ ਆਪਦਾ ਕਰਕੇ ਲਿਆਇਆ, ਕੋਈ ਕਿਸੇ ਦਾ ਉਹ ਨਹੀਂ ਹੈਗਾ ਜੀ। ਊਂ ਝੂਠੇ ਇਲਜ਼ਾਮ ਲੱਗਦੇ ਨੇ, ਉਹ ਅਲੱਗ ਗੱਲ ਹੈ। ਤੇ ਕਦੋਂ ਤੱਕ ਹੈ ਤੁਹਾਡਾ ਵੀ ਕਦੋਂ ਤੱਕ ਲਗਾ ਕੇ ਜਾਓਗੇ? ਮੈਡਮ ਇਹ ਬਾਬਾ ਨਾਨਕ ਦਾ ਲੰਗਰ ਹੈ, ਇੱਥੇ ਅਟੂਟ ਇਹ ਚੱਲਦਾ ਰਿਹਾ ਸਦੀਆਂ ਤੋਂ ਚੱਲਦਾ ਰਿਹਾ ਤੇ ਸਦੀਆਂ ਹੀ ਚੱਲਦਾ ਰਹਿਣਾ। ਇਹ ਇੱਥੇ ਨਾ ਤਾਂ ਕੋਈ ਸਾਨੂੰ ਬਾਹਰੋਂ ਫੰਡਿੰਗ ਆ ਰਹੀ ਹੈ। ਇਹ ਸਭ ਜਿਹੜੇ ਮੀਡੀਆ ਵਾਲੇ ਜਾਂ ਵੈਸੇ ਕੋਈ ਕਰ ਵੀ ਰਹੇ ਨਾ, ਇੰਟਰਨੈਸ਼ਨਲ ਮੀਡੀਆ ਜੋ ਜੁੜਿਆ ਹੋਇਆ, ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਰਾਜਨੀਤਿਕ ਪਾਵਰਾਂ ਨਾਲ ਜੁੜਿਆ ਹੋਇਆ। ਇੱਥੇ ਕੋਈ ਰਾਜਨੀਤਿਕ ਨਹੀਂ ਗੀ, ਇੱਥੇ ਸਭ ਕਿਸਾਨ ਮਜ਼ਦੂਰ ਅਸੀਂ ਆਪਦੇ ਹੱਕਾਂ ਖਾਤਰ ਲੜਾਈ ਲੜਨ ਆਏ ਹਾਂ। ਤੇ ਸਾਡੇ ਭੈਣ ਭਰਾ ਤੇ ਬਜ਼ੁਰਗ, ਸਾਡੇ ਮਾਤਾ ਬੈਠੀਆਂ ਇੱਥੇ ਬਾਰਡਰ ਦੇ ਉੱਤੇ, ਅਸੀਂ ਉਹਨਾਂ ਖਾਤਰ ਲੰਗਰ ਲਾਏ ਆ। ਹਾਲਾਂਕਿ ਅਸੀਂ ਆਪਦੀਆਂ ਜੇਬਾਂ 'ਚੋਂ ਲਾਏ ਆ, ਸਾਨੂੰ ਕੋਈ ਫੰਡਿੰਗ ਨਹੀਂ ਗੀ। ਸਭ ਭਾਈਚਾਰਾ ਇੱਥੇ ਇਕੱਠਾ ਹੋਇਆ ਹੋਇਆ, ਸਾਡਾ ਕਿਸਾਨ ਮਜ਼ਦੂਰ ਏਕਤਾ ਇਕੱਠੀ ਹੋਈ ਵੀ ਹੈ। ਸਾਨੂੰ ਹਰਿਆਣੇ ਦੇ ਵਿੱਚੋਂ ਵੀ, ਹਰਿਆਣੇ ਜਿਹੜੀਆਂ ਖਾਮ ਪੰਚਾਇਤਾਂ ਆਈਆਂ ਉਹਨਾਂ ਨੇ ਪੂਰਾ ਸਹਿਯੋਗ ਉਹਨਾਂ ਦਾ, ਅਸੀਂ ਹਰਿਆਣੇ ਵਾਲੇ ਧੰਨਵਾਦੀ ਹਾਂ। ਉਹ ਵੀ ਸਾਡੇ ਨਾਲ ਪੈਰ ਮਿਲਾ ਕੇ ਬਰਾਬਰ ਹੈ। ਸਾਡੀ ਅਪੀਲ ਇਹੀ ਹੈ ਸਰਕਾਰ ਤੋਂ ਕਿ ਹੱਥ ਜੋੜ ਕੇ ਬੇਨਤੀ ਹੈ ਮੋਦੀ ਸਾਹਿਬ ਨੂੰ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਉਹਨਾਂ ਨੂੰ ਵਾਪਸ ਲਿੱਤਾ ਜਾਵੇ ਤੇ ਅਸੀਂ ਖੁਸ਼ੀ ਆਪਦੇ ਘਰਾਂ ਨੂੰ ਜਾਈਏ। ਸਾਡੇ ਨਾਲ ਕੋਈ ਰਾਜਨੀਤਿਕ ਪਾਵਰ ਨਹੀਂ ਗੀ, ਕੋਈ ਨਹੀਂ ਗੀ। ਅਸੀਂ ਸਿਰਫ ਮਜ਼ਦੂਰ ਕਿਸਾਨ ਇਕੱਠੇ ਹੋਏ ਹੋਏ ਹਾਂ ਇੱਥੇ। ਅਸੀਂ ਸਾਡੇ ਹੱਕਾਂ ਦੀ ਲੜਾਈ ਲੜਨ ਖਾਤਰ ਆਏ ਹੋਏ ਹਾਂ। ਸਾਡਾ ਕੋਈ ਕਿਸੇ ਨਾਲ ਸਾਡਾ ਕੋਈ ਰਾਜਨੀਤਿਕ ਮੈਟਰ, ਕਿਸੇ ਨਾਲ ਕੋਈ ਮੈਟਰ ਨਹੀਂ ਗਾ ਸਾਡਾ। ਅਸੀਂ ਸਿਰਫ ਮਜ਼ਦੂਰ ਕਿਸਾਨ ਇਕੱਠੇ ਹੋਏ ਹੋਏ ਹਾਂ ਇੱਥੇ। ਸਰਕਾਰ ਤਰਫੋਂ ਕੋਈ ਸਮਝੌਤੇ ਦਾ ਆਇਆ ਤੁਹਾਨੂੰ? ਦੇਖੋ ਜੀ, ਉਹ ਤਾਂ ਸਾਡੇ ਮੁੱਖ ਪ੍ਰਧਾਨ ਬੈਠੇ ਆ, ਜਿਹੜੇ ਆਗੂ ਬੈਠੇ ਆ, ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ। ਹਜੇ ਸਾਨੂੰ ਲਾਰੇ ਹੀ ਮਿਲ ਰਹੇ ਮੈਡਮ, ਸਾਨੂੰ ਹਜੇ ਕੋਈ ਹਰੀ ਝੰਡੀ ਇਹੋ ਜਿਹੀ ਮਿਲੀ ਨਹੀਂ ਕਿ ਸਾਨੂੰ ਜਿਹੜੀ ਆਤਮਾ ਨੂੰ ਸਾਡੀ ਸੰਤੁਸ਼ਟੀ ਹੋਵੇ। ਅਸੀਂ ਬਹੁਤ ਦੁਖੀ ਹੋ ਕੇ ਇੱਥੇ ਪਹੁੰਚੇ ਹਾਂਗੇ। ਮਤਲਬ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ? ਸਾਨੂੰ ਰੋਕਣ ਖਾਤਰ ਮੈਡਮ ਬਹੁਤ ਇਹਨਾਂ ਨੇ, ਪ੍ਰਸ਼ਾਸਨ ਨੇ ਸਾਡੇ ਤੇ ਜ਼ੁਲਮ ਵੀ ਢਾਏ ਹੈ। ਅਸੀਂ ਫਿਰ ਵੀ ਅਸੀਂ ਇਹ ਵੀ ਕਹਿੰਦੇ ਅਸੀਂ ਇੱਕ ਜੋ ਅਸੀਂ ਪ੍ਰਸ਼ਾਸਨ ਜਾਂ ਇੱਥੇ ਅਸੀਂ ਇਕੱਠੇ ਵੀ ਹੋ ਰਹੇ ਨਾ ਸਾਰੇ ਮਜ਼ਦੂਰ,
ਸਾਨੂੰ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਅਸੀਂ ਜ਼ਬਰਦਸਤੀ ਕਰ ਰਹੇ ਹਾਂ। ਅਸੀਂ ਬੜੇ ਪ੍ਰੇਮ ਨਾਲ, ਸਾਡੇ ਕੋਲੇ ਪੁਲਿਸ ਵਾਲੇ ਵੀ ਹੈ, ਪ੍ਰਸ਼ਾਸਨ ਤੁਸੀਂ ਦੇਖੋਗੇ ਇੱਥੇ ਲੰਗਰ ਲਾ ਰੱਖਿਆ, ਸਾਡੇ ਕੋਲ ਪੁਲਿਸ ਵਾਲੇ ਵੀ ਆ ਕੇ ਖਾਂਦੇ ਹੈਗੇ, ਸਾਡੇ ਕੋਲ ਸਾਡਾ ਕਿਸਾਨ ਮਜ਼ਦੂਰ ਵੀ ਖਾਂਦਾ ਹੈਗਾ, ਸਾਡੇ ਸਾਰੇ ਹੀ ਭਰਾ ਹੈਗੇ। ਤੁਸੀਂ ਪੱਤਰਕਾਰ ਆਏ ਹੋ, ਤੁਸੀਂ ਵੀ ਅਸੀਂ ਮੋਸਟ ਵੈਲਕਮ ਹੈ, ਪ੍ਰਸ਼ਾਦਾ ਛੱਕ ਕੇ ਜਾਇਓ। ਸਾਡੇ ਕੋਲੇ ਚਾਹ ਪਾਣੀ ਦੀ ਵਿਵਸਥਾ ਚੱਲ ਰਹੀ ਹੈ, ਬਾਈਆਂ ਨੇ ਬੜਾ ਸੋਹਣਾ ਲੰਗਰ ਲਾ ਰੱਖਿਆ, ਤੁਸੀਂ ਛੱਕ ਕੇ ਜਾਇਓ। ਸਾਨੂੰ ਸਾਰੇ ਇੱਕ ਹੈ, ਪਰ ਉਹਨਾਂ ਨੇ ਸਾਨੂੰ ਹੁਣ ਨਾ ਮਜ਼ਦੂਰਾਂ ਨੂੰ ਜਿਹੜੀ ਪੋਲਿਟਿਕਸ ਉਹਨੇ ਸਾਨੂੰ ਵੰਡਤਾ। ਅਸੀਂ ਸਾਡਾ ਹੱਕ ਮੰਗਣ ਆਏ ਹਾਂ, ਸਾਡੇ ਹੱਕਾਂ ਦੇ ਉੱਤੇ ਦੇਖੋ ਉਹਨਾਂ ਦਾ ਹੱਕ ਹੈਗਾ ਕਿ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ। ਮਤਲਬ ਕਿਸਾਨ ਸਾਰਿਆਂ ਨੇ ਆਪਣਾ ਮਨ ਬਣਾ ਲਿਆ ਕਿ ਅਸੀਂ ਆਪਣੇ ਹੱਕ ਹੈ ਜਿਹੜੇ ਮਨਵਾ ਕੇ ਜਾਣੇ ਆ। ਅਸੀਂ ਮੈਡਮ ਇਹ ਗੱਲ ਹੈ, ਅਸੀਂ ਲੜਾਈ ਜਿੱਤੇ ਬਣਾ ਨਹੀਂ ਜਾਂਦੇਗੇ। ਜੇ ਤਾਂ ਦੇਖੋ ਬਾਹਲੀ ਵਧੀਆ ਗੱਲ ਹੈ, ਸਾਡੀ ਤਕਲੀਫਾਂ ਨੂੰ ਵੀ ਦੇਖਣ ਆ ਕੇ ਉਹਦਾ ਅੰਦਰ ਏਸੀਆਂ ਦੇ ਵਿੱਚ ਬੈਠੇ, ਅਸੀਂ ਟਰਾਲੀਆਂ ਦੇ ਵਿੱਚ ਤੰਬੂ ਲਾਈ ਬੈਠੇ। ਮੈਡਮ ਮਹੀਨਾ ਹੋ ਗਿਆ ਸਾਨੂੰ ਬੈਠਿਆਂ ਨੂੰ, ਮਹੀਨਾ ਹੋ ਗਿਆ ਸਾਨੂੰ ਆਇਆਂ ਨੂੰ। ਇੱਥੋਂ ਪਿੰਡੋਂ ਅਸੀਂ ਸਰਸਾ ਜ਼ਿਲ੍ਹੇ ਤੋਂ ਆ ਰਹੇ ਹਾਂ, ਪਿੰਡ ਭੋੜਕਾ ਸਾਡਾ, ਅਸੀਂ ਇੰਨੀ ਦੂਰੋਂ ਚੱਲ ਕੇ ਆ ਰਹੇ ਹਾਂ। ਦੇਖੋ ਉਹਨਾਂ ਨੂੰ ਸਾਡੇ ਕਹਿੰਦੇ ਦੇਖਣਾ ਵੀ ਚਾਹੀਦਾ ਹੈ ਵੀ ਅਸੀਂ ਇੱਥੇ ਆ ਕੇ ਬੈਠੇ ਹਾਂ, ਠੰਡ ਦੇ ਵਿੱਚ ਬੈਠੇ ਹਾਂ। ਸਾਡੇ ਬਜ਼ੁਰਗ ਅੱਗੇ ਵਿਚਾਰੇ ਠੰਡ ਨਾਲ ਮਰੀ ਜਾਂਦੇ ਆ, ਕਿੰਨੇ ਵਿਚਾਰੇ ਸਾਡੇ ਵੀਰ ਭਰਾਵਾਂ ਨੇ ਸ਼ਹੀਦੀਆਂ ਦਿੱਤੀਆਂ ਇੱਥੇ। ਸਾਡੇ ਕੰਨੀ ਵੀ ਸੋਚਣਾ ਚਾਹੀਦਾ ਸਰਕਾਰਾਂ ਨੂੰ। ਤੇ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਪੀੜ੍ਹੀ ਵੀ ਇੱਥੇ ਆਈ ਹੋਈ ਹੈ, ਜਿੱਥੇ ਕਹਿ ਰਿਹਾ ਕਿ ਸਾਰਾ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਡੁੱਬਿਆ ਹੋਇਆ ਹੈ, ਪਰ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਪੀੜ੍ਹੀ ਵੀ ਇੱਥੇ ਆ ਕੇ ਆਪਣੇ ਕਿਸਾਨ ਭਾਈਆਂ ਦਾ ਸਾਥ ਦੇ ਰਹੀ ਹੈ। ਆਈਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਕੀ ਕਰਨੇ ਕਿ ਤੁਸੀਂ ਕੀ ਸੋਚ ਸਮਝ ਕੇ ਇੱਥੇ ਆਏ ਹੋ? ਅਸੀਂ ਇੱਥੇ ਲੰਗਰ ਦਾ ਲਾਉਣ ਵਾਸਤੇ ਆਏ, ਜਿਹੜੇ ਆਪਣੇ ਕਿਸਾਨ ਨੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਹ ਚੀਜ਼ ਕਰਕੇ ਆਏ ਆ। ਅਸੀਂ ਇੱਥੇ ਕੋਈ ਵੀ ਆ ਕੇ ਲੰਗਰ ਵਾਸਤੇ ਆ ਸਕਦਾ। ਕਾਲੇ ਕਾਨੂੰਨ ਰੱਦ ਕਰਾਉਣ ਆਏ ਆ, ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਂਦੇ, ਚਾਹੇ ਕੁਝ ਵੀ ਹੋ ਜੇ। ਜਾਂ ਤਾਂ ਸਾਨੂੰ ਮਾਰ ਦਿਓ, ਨਹੀਂ ਰੱਦ ਕਰ ਦਿਓ ਕਾਨੂੰਨ। ਮਤਲਬ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹਨਾਂ ਦੇ ਕਾਲੇ ਜਿਹੜੇ ਕਾਨੂੰਨ ਸਰਕਾਰ ਦੁਆਰਾ ਲਾਏ ਗਏ ਆ ਉਹ ਜਦੋਂ ਤੱਕ ਰੱਦ ਨਹੀਂ ਹੋਣਗੇ ਤੇ ਨਹੀਂ ਜਾਣਗੇ। ਕਿ ਕਰੋਨਾ ਦੀ ਇੰਨੀ ਵੱਡੀ ਜਿਹੜੀ ਮਹਾਮਾਰੀ ਚੱਲ ਰਹੀ ਹੈ, ਫਿਰ ਵੀ ਇਹਨਾਂ ਇਕੱਠ ਹੈ ਇੱਥੇ। ਨਹੀਂ, ਇਹ ਕਰੋਨਾ ਸਾਰਾ ਬਿੱਲ, ਇਹ ਕਰੋਨਾ ਬਿੱਲ ਪਾਸ ਕਰਨ ਦੀ ਸਾਰੀ ਰਾਜਨੀਤੀ ਖੇਡੀ ਗਈ ਹੈ। ਕੋਈ ਕਰੋਨਾ ਨਹੀਂ, ਕੋਈ ਕੁਛ ਨਹੀਂ, ਸਾਨੂੰ ਤਾਂ ਕਿਤੇ ਹੋਇਆ ਨਹੀਂ। ਕਿੰਨੀਆਂ ਮੌਤਾਂ ਹੁੰਦੀਆਂ ਨੇ, ਸਾਰੀਆਂ ਕੋਈ ਕਰੋਨਾ ਨਾਲ ਹੋਈ ਹੈ ਸਾਰੀਆਂ। ਕੋਈ ਸਾਡੇ ਪਿੰਡ ਵੀ ਦੇਖਿਆ ਮੈਂ ਵਿੱਚ ਬਈ ਕਈ ਬੰਦਿਆਂ ਨੂੰ ਉਹੀ ਲੈ ਜਾਂਦੇ ਨੇ ਚੱਕ ਕੇ, ਕਹਿੰਦੇ ਕਰੋਨਾ ਹੈ, ਕੁਛ ਨਹੀਂ ਹੁੰਦਾ। ਕਰੋਨਾ ਇਹ ਸਭ ਬਿੱਲ ਪਾਸ ਕਰਨ ਵਾਸਤੇ ਇੱਕ ਚਾਲ ਖੇਡੀ ਗਈ ਹੈ ਸਰਕਾਰ ਵੱਲੋਂ। ਕਰੋਨਾ ਹੀ ਜੀ ਕੋਈ ਬਿਮਾਰੀ ਹੈ ਹੀ ਨਹੀਂ। ਇੱਕ ਗੇਮ ਚੱਲੀ ਸੀ ਜੀ ਵੀ ਹਾਂ ਆਪਣਾ ਇਕੱਠ ਕਰੋ ਤਾਂ ਕੋਈ ਚੱਕਰ ਨਹੀਂ, ਕਿਸਾਨ ਇਕੱਠ ਕਰਨਾ ਤਾਂ ਕਰੋਨਾ ਹੈ। ਜਿਵੇਂ ਤੁਹਾਡੇ ਨਾਲ ਮਾਤਾ ਬੀਬੀਆਂ ਬੱਚੇ ਵੀ ਆਏ ਹੋਣਗੇ। ਮੈਡਮ ਇੱਕ ਮਾਤਾ ਦੀ ਗੱਲ ਤੁਹਾਨੂੰ ਮੈਂ ਸੁਣਾਉਣ ਲੱਗਿਆ। ਇੱਕ ਮਾਤਾ ਹੈ, ਇਹ ਉਹਨਾਂ ਦੇ ਨਾ ਮੰਨ ਲਓ ਇੱਕ ਸਾਡੇ ਮੰਨ ਲਓ ਜਵਾਨ ਵੀਰ ਸੀਗੇ, ਉਹ ਇੱਥੇ ਸ਼ਹੀਦ ਹੋ ਗਏ। ਉਹਨਾਂ ਦੇ 2 ਛੋਟੇ ਬੱਚੇ ਹੈ ਤੇ ਉਹ ਮਾਤਾ ਲੈ ਕੇ ਉੱਥੇ ਠਿਕਰੀ ਬਾਰਡਰ ਸਟੇਜ ਦੇ ਉੱਤੇ ਅਸੀਂ ਦੇਖਿਆ ਉਹਨਾਂ ਨੂੰ। ਉਹਨਾਂ ਦੀ ਯਾਨੀ ਕਿ ਪਿਤਾ ਜੀ ਦਾ ਡੈਥ ਹੋ ਗਈ, ਛੋਟੇ 5-5 6-6 ਸਾਲਾਂ ਦੇ 2 ਬੱਚੇ ਸੀ ਤੇ ਉਹਨਾਂ ਦੀ ਮੰਮੀ ਹਸਪਤਾਲ ਦੇ ਵਿੱਚ ਪਈ ਹੈ, ਜਿਵੇਂ ਕੋਮਾ ਦੇ ਵਿੱਚ ਚਲੀ ਗਈ। ਤੇ ਉਹਨਾਂ ਦੀ ਦਾਦੀ ਉਹਨਾਂ ਨੂੰ ਲੈ ਕੇ ਠਿਕਰੀ ਬਾਰਡਰ ਦੇ ਉੱਤੇ ਆ ਰਹੀ ਹੈ। ਸਾਡੇ ਗੁਰੂਆਂ ਦੇ ਨੇ, ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ, ਅਸੀਂ ਸ਼ਹੀਦੀਆਂ ਦੇਣ ਵਾਲੇ ਹਾਂ, ਅਸੀਂ ਪਿੱਛੇ ਹਟਣ ਵਾਲੇ ਹੈ ਨਹੀਂ ਮੈਡਮ। ਅਸੀਂ ਪੂਰੇ ਜ਼ੋਰ ਸ਼ੋਰ ਨਾਲ ਆਏ ਹਾਂ, ਅਸੀਂ ਸਾਡੇ ਕਾਨੂੰਨ ਵਾਪਸ ਕਰਵਾ ਕੇ ਜਾਵਾਂਗੇ, ਅਸੀਂ ਸਾਡੇ ਹੱਕਾਂ ਖਾਤਰ ਖੜੇ ਹਾਂ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਕਿਸਾਨ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜਿਵੇਂ ਤੁਹਾਡਾ ਪੂਰਾ ਹੈ, ਮਤਲਬ ਮਨ ਪੱਕਾ ਕੀਤਾ ਹੋਇਆ ਕਿ ਤੁਸੀਂ ਇੱਥੋਂ ਜਿੱਤ ਕੇ ਹੀ ਜਾਓਗੇ। रंजीत ना पक्का किया जैसे वीर उधम सिंह ने है ना जलियांवाले बाग का हत्याकांड का बदला 21 साल बाद लिया था। उन्होंने इतना लंबा संघर्ष किया, हम 20 साल 21 साल तक डट सकते हैं, वापिस नहीं जाएंगे खाली। हम उन आधे समर्थक हैं। 21 साल बाद 1940 में 1919 में जलियांवाला बाग हत्याकांड हुआ था, 1940 में बदला लिया था। मैडम वो गल्लां हो खाली नहीं जाने वाले। ਇਹ ਤਾਂ ਮੈਡਮ ਉਹ ਗੱਲਾਂ ਹੋ ਗਈਆਂ। ਸਾਡੇ ਦਾਦਿਆਂ ਨੇ ਤਾਂ ਲੜੀ ਸੀਗੀ, ਦੇਖੋ 47 ਵਾਲੀ ਲੜਾਈ, ਤੇ ਸਾਡੇ ਬਾਪੂਆਂ ਨੇ ਲੜੀ 84 ਵਾਲੀ ਲੜਾਈ। ਹੁਣ ਅਸੀਂ ਆਪਦੇ ਪੋਤਿਆਂ ਨੂੰ ਕਿਹਾ ਕਰਾਂਗੇ ਅਸੀਂ 20 ਵਾਲੀ ਲੜਾਈ ਅਸੀਂ ਵੀ ਲੜੀ ਹੈ। ਇਤਿਹਾਸ ਬਣਨਾ ਮੈਡਮ, ਇਹ ਇਤਿਹਾਸ ਬਣਾ ਕੇ ਜਾਵਾਂਗੇ, ਕਾਲੇ ਕਾਨੂੰਨ ਨੂੰ ਵਾਪਸ ਕਰਾ ਕੇ ਜਾਵਾਂਗੇ, ਜਿੱਤ ਕੇ ਜਾਵਾਂਗੇ। किसान एकता जिंदाबाद, किसान एकता जिंदाबाद। वो हमें आतंकवादी बोल रहे हैं बहन जी, हमें आतंकवादी बोल रहे हैं। वहाँ बॉर्डर पे किसके बच्चे खड़े हुए हैं, उनसे पूछ लें एक बार उनसे। वहाँ जो बॉर्डर पे अभी शहीद हुआ था एक लड़का, उसके पापा जी यहीं बैठे थे बॉर्डर यहाँ धरने पे, वो किसके बच्चे थे? वो हमें आतंकवादी बोल रहे हैं, वो किसके बच्चे थे जो भी शहीद हो गए, साथ दे के आ गए। यहाँ नेटवर्क की प्रॉब्लम कर रखी है उन्होंने, सैटेलाइट सिस्टम छोड़ रखा है कि एक दूसरे से संपर्क में ना आए। जो मजदूर किसान है, जय जवान और जय किसान है ना, जो किसान है सभी को अन्न देता है, और वो जवान है बॉर्डर, वो भी हमारे भाई हैं, हम ही में से हैं। ऐसा नहीं है कोई MP का बच्चा वहाँ पे जाके बॉर्डर पे वो कर रहा है, मुख्यमंत्री का बच्चा, वो तो आप खुद छड़ा है, वो क्या करेगा मैडम।
हमारे भाई हमारे भाई राजनीति है क्या वहाँ कर पे। रही है? एक वो हो रहा था, डेबिट कर रहे थे, सेना के मेजर साहब उसमें बैठे थे, वो डेबिट हो रहा था कि तिरंगे का अनिवार्य रूप से फहराया जाना चाहिए या नहीं चाहिए। मेजर साहब की आंखों में आंसू आ गए कि जिस तिरंगे के लिए हम अपनी जान दे देते हैं, ये नेता उस पर डेबिट कर रहे हैं। तो इसलिए मैं मेजर साहब को एक संदेश देना चाहता हूँ सभी किसानों के तरफ से कि अब नास्तीन वाले सांप पले जाएंगे और खुद को अकेला मत समझो मेजर साहब, छोड़ के किसानी बांध के कफन, साथ देने आपका मैदान जंग चले आएंगे। हम आतंकवादी नहीं हैं, हम देश के संरक्षक हैं। ਜੀ ਵੇਖ ਸਕਦੇ ਹੋ ਕਿ ਜਿਹੜਾ ਅੱਜ ਦਾ ਜਿਹੜਾ ਨੌਜਵਾਨ ਹੈ ਉਹਨੇ ਆਪਣੇ ਹੌਸਲੇ ਪੂਰੇ ਬੁਲੰਦ ਕੀਤੇ ਹੋਏ ਹੈ। ਉਹ ਆਪਣੇ ਜਿਹੜੇ ਬਜ਼ੁਰਗ ਹੈ ਜਿਨ੍ਹਾਂ ਨਾਲ ਗਲਤ ਕੀਤਾ ਜਾ ਰਿਹਾ ਹੈ ਉਹਦੇ ਨਾਲ ਡਟ ਕੇ ਖੜਿਆ ਹੈ ਤੇ ਉਹ ਕਹਿ ਰਹੇ ਹੈ ਕਿ ਭਾਵੇਂ ਇੱਥੇ 21 ਸਾਲ ਲੱਗ ਜਾਣ ਪਰ ਉਹ ਆਪਣੇ ਹੱਕਾਂ ਨੂੰ ਮਨਵਾ ਕੇ ਜ਼ਰੂਰ ਜਾਣਗੇ। ਹਾਂਜੀ ਜਿਵੇਂ ਤੁਸੀਂ ਇੱਥੇ ਨੌਜਵਾਨ ਪੀੜ੍ਹੀ ਇੱਥੇ ਆਈ ਹੋਈ ਹੈ, ਸਭ ਦਾ ਕਹਿਣਾ ਕਿ ਜਿਹੜਾ ਪੰਜਾਬ ਹੈ ਨਸ਼ਿਆਂ ਦੇ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ, ਨੌਜਵਾਨਾਂ ਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਨੌਜਵਾਨ ਸੱਚੀ ਪੂਰਾ ਨਸ਼ਿਆਂ ਵਿੱਚ ਡੁੱਬ ਚੁੱਕਿਆ ਹੈ, ਅੱਜ ਵੀ ਉਹਦੇ ਵਿੱਚ ਹਿੰਮਤ ਹੈ? ਨੌਜਵਾਨਾਂ 'ਚ ਪੂਰੀ ਤੁਹਾਨੂੰ ਪਤੀ ਹੈ ਜੀ, ਜਿਹੜੇ ਹਿਸਾਬ ਨਾਲ ਇਕੱਠੇ ਨੌਜਵਾਨਾਂ ਦਾ ਸੇਵਾ ਕਰ ਰਹੇ ਆ, ਲੰਗਰ ਲਾ ਰਹੇ ਆ, ਇਹ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਲੋਕ ਨੌਜਵਾਨ ਨਸ਼ਾ ਕਰਦੇ ਨਹੀਂ? ਇਹ ਤਾਂ ਇੱਕ ਨਗਰ ਕਮੇਟੀ ਲੈ ਕੇ ਆਇਆ, ਸਾਰੀ ਨੌਜਵਾਨਾਂ ਦੀ ਹੈ, ਪੂਰੇ ਪਿੰਡ ਦੀ। ਸਾਡਾ ਘੱਟੋ ਘੱਟ 40-45 ਜਣੇ ਨੌਜਵਾਨ ਆਏ ਆ ਸੀ। ਬਜ਼ੁਰਗ ਸਾਡੇ ਨਾਲ ਕਿਉਂਕਿ ਬਜ਼ੁਰਗ ਸਾਡੇ ਪਿੱਛੇ ਆ ਰਹੇ ਆ ਜੀ ਸੇਵਾ ਕਰਨ। ਪਹਿਲਾਂ ਨੌਜਵਾਨ ਆਇਆ ਵੀ ਇਹ ਗਲਤ ਗੱਲ ਹੈ ਵੀ ਨੌਜਵਾਨ ਨਸ਼ਿਆਂ 'ਚ ਡੁੱਬ ਰਿਹਾ, ਇੱਦਾਂ ਹੋ ਰਿਹਾ, ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਇਹੀ ਜੀ। ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਜੀ। ਅਸੀਂ ਮੋਦੀ ਮੰਨੇ ਨਾ ਮੰਨੇ ਜੀ, ਪਰ ਅਸੀਂ ਆਪਣੀ ਗੁਰੂਆਂ ਦੀ ਸ਼ਹੀਦੀ ਨਹੀਂ ਭੁੱਲਦੇ ਜੀ। ਉਹਨਾਂ ਦੇ ਅਸੀਂ ਸਾਹਿਬਜ਼ਾਦਿਆਂ ਦਾ ਉਰੇ ਮਨਾ ਰਹੇ ਹਾਂ ਜੀ ਤੇ ਮਨਾਉਂਦੇ ਰਹਾਂਗੇ ਜੀ। ਹਰ ਸਾਲ ਅਸੀਂ ਪਿੰਡ ਮਨਾਉਂਦੇ ਹੁੰਦੇ ਸੀਗੇ, ਇਸ ਵਾਰ ਅਸੀਂ ਦਿੱਲੀ 'ਚ ਆ ਕੇ ਮਨਾ ਰਹੇ ਹਾਂ। ਦਿੱਲੀ ਨੂੰ ਵੀ ਪਤਾ ਲੱਗੇ ਵੀ ਪੰਜਾਬ ਇੱਕ ਸੋਨੇ ਦੀ ਚਿੜੀ ਹੈਗੀ ਹੈ ਤੇ ਬਰਕਰਾਰ ਰਹੂਗੀ ਜੀ। ਮਤਲਬ ਸ਼ਹੀਦਾਂ ਦੀ ਜਿਹੜੀ ਆਪਣੀ ਭੂਮੀ ਹੈਗੀ ਹੈ ਉਹਦੇ ਰੰਗ ਵਿਖਾਉਣ ਵਾਸਤੇ ਤੁਸੀਂ ਇੱਥੇ ਹਾਂਜੀ। ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਕੀ ਹਾਲਤ ਹੋ ਚੁੱਕੀ ਹੈ, ਫਿਰ ਵੀ ਉਹਨਾਂ ਦੇ ਜਿਹੜੇ ਚਿਹਰੇ ਹੈ ਉਹ ਖਿੜੇ ਹੋਏ ਨੇ। ਐਨੀ ਸਮਾਈਲ ਉਹਨਾਂ ਦੇ ਚਿਹਰਿਆਂ ਤੇ ਕਿ ਅਸੀਂ ਹੱਸਦੇ ਹੱਸਦੇ ਆਪਣੇ ਜਿਹੜੇ ਹੱਕ ਹੈ ਉਹ ਨਾਲ ਲੈ ਕੇ ਜਾਵਾਂਗੇ ਤੇ ਮੋਦੀ ਸਰਕਾਰ ਤੋਂ ਜਿਹੜੇ 3 ਕਾਨੂੰਨ ਜਿਹੜੇ ਉਹਨਾਂ ਦੁਆਰਾ ਬਣਾਏ ਗਏ ਆ ਉਹਨਾਂ ਨੂੰ ਰੱਦ ਕਰਵਾ ਕੇ ਜਾਵਾਂਗੇ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜੇ 3 ਕਾਨੂੰਨ ਨੇ, ਹਾਂਜੀ ਮੈਮ, ਅੱਜ ਤੁਸੀਂ ਜਾਣਦੇ ਹੋ ਕਿ ਅੱਗੇ ਦੀ ਤੁਹਾਡੀ ਕੀ ਪ੍ਰਕਿਰਿਆ ਹੋਊਗੀ ਕਿ ਤੁਸੀਂ ਇਹੋ ਜਿਹਾ ਹੋਰ ਕੀ ਕਰੋਗੇ ਕਿ ਸਰਕਾਰ ਮੰਨ ਜਾਵੇ ਇਸ ਵਾਸਤੇ, ਕਿਉਂਕਿ ਤੁਹਾਨੂੰ 1 ਮਹੀਨਾ ਹੋ ਚੁੱਕਿਆ ਇੱਥੇ ਪਹਿਲਾਂ ਹੀ। ਬਿਲਕੁਲ ਜੀ ਬਿਲਕੁਲ। ਤੇ ਕਿੰਨੀਆਂ ਦਿੱਕਤਾਂ ਦਾ ਤੁਸੀਂ ਸਾਹਮਣਾ ਕੀਤਾ ਤੇ ਕਿੰਨੇ ਲੋਕ ਇੱਥੇ ਹੋਰ ਆ ਚੁੱਕੇ ਹੈ ਜਿਹੜੇ ਤੁਹਾਡਾ ਸਮਰਥਨ ਕਰ ਰਹੇ ਹੈ ਜਾਂ ਹੋਰ ਵੀ ਲੋਕ ਆ ਰਹੇ ਹੈ? ਬਹੁਤ ਲੋਕ ਆ ਰਹੇ ਆ ਜੀ, ਪੰਜਾਬ ਤੋਂ ਤਾਂ ਬਹੁਤ ਆਏ ਹੋਏ ਨੇ, ਲੇਕਿਨ ਹਰਿਆਣੇ ਵਾਲੇ ਵੀ ਜਿਹੜੇ ਸਾਡੇ ਭਰਾ ਹੈ, ਵੀਰ ਹੈ, ਉਹ ਵੀ ਸਾਡਾ ਬਹੁਤ ਸਮਰਥਨ ਕਰ ਰਹੇ ਹੈਗੇ। ਹਰ ਚੀਜ਼ ਇੱਥੇ ਸਾਨੂੰ ਮੁਹੱਈਆ ਕਰਾ ਰਹੇ ਹੈਗੇ। ਤੇ ਜਿਹੜੀ ਤੁਸੀਂ ਦਿੱਕਤਾਂ ਦੀ ਗੱਲ ਕਰਦੇ ਹੋ ਉਹ ਦੇਖ ਹੀ ਰਹੇ ਹੋ ਤੁਸੀਂ, ਕਿਵੇਂ ਸਾਡੇ ਭਰਾ ਨੀਚੇ ਬੈਠ ਕੇ ਕਿਸਾਨ ਹੈ ਜਿਹੜੇ ਉਹ ਇੱਥੇ ਖਾਣਾ ਖਾ ਰਹੇ ਆ, ਉਹ ਤੁਹਾਡੇ ਸਾਹਮਣੇ ਆ। ਆਪਦਾ ਘਰ-ਬਾਰ ਛੱਡ ਕੇ ਇੱਥੇ ਪਹੁੰਚੇ ਹੋਏ ਨੇ, ਬੱਚਿਆਂ ਨੂੰ ਛੱਡ ਕੇ, ਸਾਰਾ ਆਪਦਾ ਖੇਤੀਬਾੜੀ ਜੋ ਵੀ ਫਸਲਾਂ ਨੂੰ ਛੱਡ ਕੇ ਇੱਥੇ ਆਏ ਹੋਏ ਨੇ। ਸਿਰਫ ਇਸ ਜਿਹੜੇ ਮੋਦੀ ਸਰਕਾਰ ਨੇ 3 ਕਾਨੂੰਨ ਕਿਸਾਨਾਂ ਦੇ ਵਿਰੋਧ ਵਿੱਚ ਬਣਾਏ ਹੋਏ ਨੇ, ਜਿਹੜੇ ਕਿ ਬਿਲਕੁਲ ਕਿਸਾਨਾਂ ਨੂੰ ਮਨਜ਼ੂਰ ਨਹੀਂਗੇ, ਕਾਲੇ ਕਾਨੂੰਨ ਨੇ, ਉਹਨਾਂ ਨੂੰ ਰੱਦ ਕਰਾਉਣ ਵਾਸਤੇ ਇਹ ਆਏ ਹੋਏ। ਤੇ ਤੁਸੀਂ ਕਿੰਨੀਆਂ ਕਿ ਦਿੱਕਤਾਂ ਦਾ ਹੋਰ ਸਾਹਮਣਾ ਕੀਤਾ, ਜਿਵੇਂ ਕਿ ਸਰਦੀ ਬਹੁਤ ਜ਼ਿਆਦਾ ਸੀ, ਉੱਤੋਂ ਕਹਿ ਰਹੇ ਕਿ ਕਰੋਨਾ ਦੀ ਜਿਹੜੀ ਮਹਾਮਾਰੀ ਹੈ ਉਹਦੇ ਕਰਕੇ ਬਹੁਤ ਮੌਤਾਂ ਹੋ ਚੁੱਕੀਆਂ, ਤਾਂ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਦਾ? ਕਰੋਨਾ ਦੀ ਮਹਾਮਾਰੀ ਦੇ ਵੇਖਿਆ ਜਾਵੇ ਤਾਂ ਇਹ ਮਹਾਮਾਰੀ ਬਹੁਤ ਵੱਡੀ ਹੈ, ਇਹ ਸਾਡੀ ਹੋਂਦ ਦਾ ਸਵਾਲ ਹੈ। ਜੇ 3 ਕਾਨੂੰਨ ਲਾਗੂ ਹੁੰਦੇ ਹੈ ਤਾਂ ਕਿਸਾਨੀ ਬਿਲਕੁਲ ਖਤਮ ਹੋ ਜਾਏਗੀ। ਕਰੋਨਾ ਨਾਲ ਤਾਂ ਕੋਈ 0.1-2% ਹੀ ਜਾਨਾਂ ਗਈਆਂ ਹੋਣਗੀਆਂ, ਲੇਕਿਨ ਇਹ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਯੂਪੀ, MP, ਜਿੱਥੇ ਵੀ ਖੇਤੀ ਹੁੰਦੀ ਹੈਗੀ ਹੈ, ਸਾਰਾ ਹੀ ਕਿਸਾਨ ਮਾਰਿਆ ਜਾਏਗਾ। ਤੁਹਾਡੀ ਅੱਗੇ ਦੀ ਕੀ ਰਣਨੀਤੀ ਹੈ? ਜਿਵੇਂ ਕਿ 1 ਮਹੀਨਾ ਹੋਣ ਨੂੰ ਆ ਚੁੱਕਿਆ, ਸਰਕਾਰ ਨੇ ਹਲੇ ਤੱਕ ਕੋਈ ਵੀ ਜਿਹੜੇ ਜ਼ਰੂਰੀ ਕਦਮ ਹੈ ਉਹ ਨਹੀਂ ਉਠਾਏ ਹੈ, ਕੀ ਰਣਨੀਤੀ ਹੈ? ਤੁਸੀਂ ਅੱਗੇ ਹੋਰ ਕੀ ਕਰੋਗੇ? ਸਾਡੀ ਰਣਨੀਤੀ ਜਿਹੜੇ ਸਾਡੇ ਜਥੇਬੰਦੀਆਂ ਦੇ ਪ੍ਰਧਾਨ ਨੇ ਉਹਨਾਂ ਮੁਤਾਬਕ ਹੀ ਅੱਗੇ ਚੱਲਦੀ ਹੈ। ਜਿੱਦਾਂ ਵੀ ਉਹ ਫੈਸਲਾ ਕਰਦੇ ਨੇ ਉਸ ਮੁਤਾਬਕ ਸਾਡਾ ਇਹ ਸੰਘਰਸ਼ ਚੱਲਦਾ ਹੈ। ਜੇ ਉਹ ਕਹਿਣਗੇ ਅਸੀਂ 1 ਮਹੀਨਾ ਹੋ ਗਿਆ, ਅੱਜ 26 ਤਾਰੀਖ ਹੋ ਗਈ ਹੈ, ਅਸੀਂ ਉਹਨਾਂ ਦੇ ਮੁਤਾਬਕ ਹੀ ਆਪਦਾ ਅਗਲਾ ਪਲਾਨ ਕਰਨਾ ਹੈ। ਇਹ ਸੰਘਰਸ਼ ਹੌਲੀ ਹੌਲੀ
ਤੇਜ਼ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਜਿਵੇਂ ਕਿ ਤੁਹਾਡੇ ਨਾਲ ਇੱਥੇ ਮਜ਼ਦੂਰ ਵੀ ਆਏ ਹੋਏ ਆ ਤੇ ਬਜ਼ੁਰਗ ਵੀ ਆਏ ਹੋਏ, ਮਾਤਾ ਭੈਣਾਂ ਤੇ ਬੱਚੇ ਵੀ ਆਏ ਹੋਣਗੇ, ਤੇ ਠੰਡ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ, ਸਰਕਾਰ ਦੀ ਤਰਫੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਮੁਹੱਈਆ ਕਰਾਈ ਗਈ ਹੈ? ਸਰਕਾਰ ਵੱਲੋਂ ਸਾਨੂੰ ਕੋਈ ਸੁਵਿਧਾ ਨਹੀਂ ਮੁਹੱਈਆ ਕਰਾਈ ਗਈ। ਇਹ ਜੋ ਕਿਸਾਨ ਕਰ ਰਹੇ ਆ ਉਹ ਆਪਦੇ ਲੈਵਲ ਤੇ ਹੀ ਕਰ ਰਹੇ ਆ, ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਰਾ ਰਹੀਆਂ, ਜਾਂ SGPC ਹੈ ਉਹ ਇੱਥੇ ਖਾਣਾ ਵਗੈਰਾ ਤੇ ਹੋਰ ਸਹੂਲਤਾਂ ਮੁਹੱਈਆ ਕਰਾ ਰਹੀ ਹੈ। ਬਾਕੀ ਹਰਿਆਣੇ ਦੇ ਕਿਸਾਨ ਵੀਰ ਹੈ ਉਹ ਹਰ ਤਰ੍ਹਾਂ ਦੀ ਸੁਵਿਧਾ, ਦੁੱਧ ਹੈ, ਸਬਜ਼ੀਆਂ ਹੈ, ਸਭ ਕੁਝ ਇੱਥੇ ਮੁਹੱਈਆ ਕਰਾ ਰਹੇ ਹੈ। ਇਹਨਾਂ ਦੇ ਇਲਾਜ ਦੀ ਵੀ ਕੋਈ ਸੁਵਿਧਾ ਹੈਗੀ ਇੱਥੇ? ਜੀ, ਇੱਥੇ ਜਗ੍ਹਾ ਜਗ੍ਹਾ ਤੇ ਮੈਡੀਕਲ ਕੈਂਪ ਲਗਾਏ ਗਏ ਨੇ, ਅਲੱਗ-ਅਲੱਗ NGOs ਦੀ ਤਰਫ ਤੋਂ ਉਹ ਇੱਥੇ ਮੈਡੀਕਲ ਸਹੂਲਤਾਂ ਦੇ ਰਹੇ ਨੇ। ਐਂਬੂਲੈਂਸਿਸ ਵੀ ਹੈਗੀਆਂ, ਵੈਸੇ ਵੀ ਮੈਡੀਕਲ ਸਹੂਲਤਾਂ ਦੇ ਰਹੇ ਹੈ। ਤੁਹਾਡਾ ਕਦੋਂ ਤੱਕ ਦਾ ਪ੍ਰੋਗਰਾਮ ਹੈ ਇੱਥੇ, ਕਿ ਜਦੋਂ ਤੱਕ ਤਿੰਨੋਂ ਕਾਨੂੰਨ ਜਿਹੜੇ ਹੈ? ਬਿਲਕੁਲ ਜੀ, ਸਾਡਾ ਪਿੰਡਾਂ ਦੇ ਵਿੱਚ ਸਾਡੇ ਟੀਮਸ ਬਣੀਆਂ ਹੋਈਆਂ, ਅਸੀਂ ਰੋਟੇਸ਼ਨ ਵਾਈਜ਼ ਇੱਥੇ ਆਉਂਦੇ ਆ, ਲੜਕੇ ਰਹਿੰਦੇ ਆ, ਚਲੇ ਜਾਂਦੇ ਨੇ, ਆਪਣਾ ਕੰਮ ਵੀ ਦੇਖਦੇ ਨੇ ਔਰ ਇੱਥੇ ਵੀ ਪੂਰੀ ਡਿਊਟੀ ਦੇ ਰਹੇ ਆ। ਔਰ ਇਹ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਤਿੰਨੋਂ ਕਾਨੂੰਨ ਵਾਪਸ ਨਹੀਂ ਹੋ ਜਾਂਦੇ। मोदी सरकार को इनके ये हालातों को देखना चाहिए। ਅਸੀਂ ਜੀ ਫਿਰੋਜ਼ਪੁਰ ਤੋਂ ਆਏ ਆ, ਸੈਂਡੀਆਂ ਦੇ ਬਾਰਡਰ ਤੇ ਜਿੱਥੇ ਭਗਤ ਸਿੰਘ ਦਾ ਸੰਸਕਾਰ ਕੀਤਾ ਗਿਆ ਅੰਗਰੇਜ਼ਾਂ ਨੇ, ਉਹ ਸਥਾਨ ਦੇ ਨਜ਼ਦੀਕ ਹੀ ਸਾਡਾ ਗਾਮ ਹੈ, ਰੁਕਣਾ ਵੇਖੋ ਸਾਡਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਹੋਏ? ਅਸੀਂ ਜੀ ਘੱਟੋ ਘੱਟ ਸਾਨੂੰ 20 ਦਿਨ ਹੋ ਗਏ। ਤੇ ਕਦੋਂ ਤੱਕ ਤੁਹਾਡਾ ਇੱਥੇ ਤੱਕ ਰਹਿਣ ਦਾ ਇਰਾਦਾ ਹੈ? ਵੇਖੋ ਜੀ, ਆ ਸਾਡਾ ਆਟਾ ਪਿਆ ਹੈ, 6 ਮਹੀਨੇ ਦਾ ਸਾਡਾ ਰਾਸ਼ਨ ਇੱਥੇ ਪਿਆ ਬਿਲਕੁਲ। ਚੌਲ ਸਾਡੇ ਕੋਲ 2 ਕੁਇੰਟਲ ਨੇ। ਆ ਜਾਓ ਸਾਡਾ ਕੋਈ ਇਰਾਦਾ ਨਹੀਂ, ਸਾਡੇ ਲੀਡਰਾਂ ਦਾ ਇਰਾਦਾ ਜਦੋਂ ਸਾਨੂੰ ਕਹਿਣਗੇ। ਚੌਲ ਸਾਡੇ ਕੋਲ 2 ਕੁਇੰਟਲ ਪਏ ਨੇ, ਉਹਨੇ ਚਿਰ ਨੂੰ ਸਾਡੀ ਨਵੀਂ ਕਣਕ ਆ ਜਾਣੀ ਹੈ। ਤੇ ਅਸੀਂ ਇੱਥੇ ਹੀ ਆ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦਾ। ਪੱਕਾ ਘਰ ਬਣਾ ਅਸੀਂ ਪੱਕਾ ਘਰ ਵੇਖੋ ਬਣਾ ਲਿਆ। ਮਤਲਬ ਤੁਸੀਂ ਇੱਥੋਂ ਮਨਵਾ ਕੇ ਹੀ ਜਾਓਗੇ? ਸਵਾਲ ਹੀ ਨਹੀਂ ਪੈਦਾ ਹੁੰਦਾ ਜੀ, ਜਾਂ ਸਾਡੀਆਂ ਲਾਸ਼ਾਂ ਛੱਡਣਗੀਆਂ ਲਿਫਾਫੇ 'ਚ ਵਲੇਟ ਕੇ, ਤੇ ਜਾਂ ਅਸੀਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਮਤਲਬ ਮੋਦੀ ਸਰਕਾਰ ਨੂੰ ਪੰਜਾਬ ਦੇ ਰੰਗ ਵਿਖਾਣੇ ਹੀ ਵਿਖਾਣੇ ਹੈ। ਬਿਲਕੁਲ ਜੀ, ਪੰਜਾਬ ਦੇ ਰੰਗਾਂ ਦੇ ਅਸੀਂ ਤਾਂ ਦੁਖੜੇ ਰੋਣ ਆਏ ਇੱਥੇ। ਅੱਗੇ ਪੰਜਾਬ ਦਾ ਜਿਹੜਾ ਕਿਸਾਨ ਹੈ ਅੱਗੇ ਬਹੁਤ ਜ਼ਿਆਦਾ ਕਰਜ਼ਾਈ, ਟਰੈਕਟਰਾਂ ਦੀ ਵਿਆਜਾਂ, ਦੂਜੀਆਂ ਤੀਜੀਆਂ ਵਿਆਜਾਂ। ਵਿਆਜ ਤਾਂ ਇੰਨੇ ਜ਼ਿਮੀਂਦਾਰ ਜਿਹੜਾ ਸਾਡਾ ਜਿਹੜਾ ਜੱਟ ਭਾਈਚਾਰਾ ਵਿਆਜ ਨੂੰ ਸਮਝਦਾ ਹੀ ਕੁਛ ਨਹੀਂ, ਵਿਆਜ ਨੂੰ ਗਿਣਦਾ ਹੀ ਨਹੀਂ ਖਰਚਾ। ਹੁਣ ਟਰੈਕਟਰਾਂ ਦੀ ਕਸਾਈ, ਟਰੈਕਟਰਾਂ ਦੀ ਵਿਆਜ, ਆਪਣਾ ਇਹਨਾਂ ਗੱਲਾਂ 2-2 ਲੱਖ ਸਾਡਾ ਇੱਕ ਬੋਰ ਕਰਕੇ ਸਾਡਾ 600 ਫੁੱਟ ਬੋਰ ਡੂੰਘਾ ਹੈ। ਜਿਹੜਾ ਸਾਡਾ ਬੋਰ ਹੈ ਨਾ 600 ਫੁੱਟ ਡੂੰਘਾ, 2 ਲੱਖ ਰੁਪਏ ਲੱਗਦਾ। ਉਹਦੀ ਵਿਆਜ ਕਿੰਨੀ ਹੈ? ਸਿਰਫ ਉਹ 4 ਜਾਂ 5 ਕਿੱਲੇ ਭਰਦਾ। ਤੇ ਤੁਸੀਂ ਦੱਸੋ ਵੀ ਉਹ ਵਿਆਜ ਹੀ ਨਹੀਂ ਸਾਡੀ ਲੈਂਦੀ ਤਾਂ ਅਸੀਂ ਕਰੀਏ ਕੀ? ਅਸੀਂ ਕਰਜ਼ਾਈ ਤਾਂ ਅਸੀਂ ਹੋਣਾ ਹੀ ਹੋਣਾ ਸੀ। ਨਾਲੇ ਪੱਤਰ ਜਿਹੜੇ ਕਾਨੂੰਨ ਬਣੇ ਨੇ, ਜੇ ਕਾਨੂੰਨ ਲਾਗੂ ਹੁੰਦੇ ਨੇ ਤੇ ਜ਼ਿਮੀਂਦਾਰ ਉੱਥੇ ਭੁੱਖਾ ਮਰ ਜਾਊਗਾ, ਤੇ ਭੁੱਖੇ ਮਰਨ ਨਾਲ ਫਿਰ ਇੱਥੇ ਸਰਕਾਰ ਦੇ ਗੱਲ ਲਾ ਕੇ ਮਰ ਜਾਏਗਾ। ਗੱਲ ਤਾਂ ਕਿਸੇ ਪਾਸੇ ਲੱਗ ਜੂ। ਸਾਡੇ ਹੁਣ ਇੱਥੇ ਭੁੱਖੇ ਮਰਨ ਨਾਲ ਤਾਂ ਫਿਰ ਇੱਥੇ ਰਿਹਾ ਹੀ ਚੰਗਾ। ਸਾਡੇ ਫਿਰੋਜ਼ਪੁਰ ਤੇ ਸਾਡੇ ਫਿਰੋਜ਼ਪੁਰ ਪੈਟਰੋਲ ਪੰਪ ਤੋਂ ਮੈਂ ਤੇਲ ਲੈਣ ਗਿਆ 100 ਡਰਮ। ਉੱਥੇ ਇੱਕ ਮੁੰਡਾ ਜਿਹੜਾ ਤੇਲ ਪਾ ਰਿਹਾ ਸੀ, ਯੂਪੀ ਦਾ ਸੀ। ਉਹਨੇ ਮੈਨੂੰ ਆਪ ਆਖਿਆ, ਅੰਕਲ ਜੀ ਮੈਂ ਯੂਪੀ ਦਾ ਰਹਿਣ ਵਾਲਾ, ਤੇ ਤੁਸੀਂ ਇੱਧਰ ਬਿਜਲੀ ਮੁਫਤ ਮੋਟਰਾਂ ਤੇ ਝੋਨਾ ਪਾਲ ਦਿਓ, ਤੇ ਅਸੀਂ ਉੱਧਰ ਡੀਜ਼ਲ ਬਾਲ ਕੇ ਇੰਜਨਾਂ ਤੇ ਝੋਨਾ ਮਤਲਬ ਵੀ ਪਾਲਨੇ ਸੀ। ਅਸੀਂ ਉੱਧਰ 700 ਨੂੰ ਵੇਚ ਕੇ ਆਏ ਝੋਨਾ, ਤੇ ਤੁਹਾਡਾ ਇੱਧਰ 1800-1900 ਨੂੰ ਵੇਚਦਾ। ਤੇ ਜੇ ਸਾਡਾ 700 ਨੂੰ ਵਿਕਦਾ ਤਾਂ ਅਸੀਂ ਕੀ ਕਰਾਂਗੇ? ਅਸੀਂ ਕਿੱਧਰ ਜਾਵਾਂਗੇ? ਸਾਡੀ ਤਾਂ ਅੱਗੇ ਵਿਆਜਾਂ ਨਹੀਂ ਲੈਂਦੀਆਂ, ਖਰਚਾ ਵੀ ਪੂਰਾ ਨਹੀਂ। ਜਿਵੇਂ ਮੋਦੀ ਸਾਹਿਬਾਂ ਨੇ ਜ਼ਿਆਦਾ ਸਿੱਧਾ ਖੋਲ੍ਹ ਦੇਣ ਸਾਰੇ ਦੇਸ਼ਾਂ 'ਚ ਪੰਜਾਬ ਦਾ, ਮਤਲਬ ਵੀ ਪੰਜਾਬ ਸਰਕਾਰ ਦੀ ਤਰੱਕੀ ਵੇਚੇ ਬਾਹਰਲੇ ਦੇਸ਼ਾਂ 'ਚ, ਇਹ ਤਾਂ ਠੀਕ ਹੋ ਸਕਦਾ। ਤੇ ਇਹ ਇੱਥੇ ਲਿਆ ਕੇ ਅਸੀਂ ਲਿਆ ਕੇ ਕਿੱਥੇ ਵੇਚਾਂਗੇ? ਜਿੱਥੇ ਵੀ ਤੁਹਾਡੀ ਇੱਕ ਮੰਡੀ 'ਚ, ਜਿਹੜੀ ਮੰਡੀ 'ਚ ਤੁਸੀਂ ਮਰਜ਼ੀ ਵੇਚ ਸਕਦੇ ਜੇ, ਅਸੀਂ ਕਿੱਥੇ ਵੇਚ ਸਕਾਂਗੇ? ਜਿੱਥੇ ਤੱਕ 700 ਨੂੰ ਵੇਚਦਾ, ਉੱਧਰ ਲਿਆ ਕੇ ਵੇਚਾਂਗੇ ਝੋਨਾ। ਇਹ ਕਿ ਜਦੋਂ ਮੋਦੀ ਨੂੰ ਲੋੜ ਹੀ ਨਹੀਂ ਸੀ ਕਾਨੂੰਨ ਬਣਾਉਣ ਦੀ। ਕਿਉਂ ਕਿ ਜਦੋਂ ਜ਼ਿਮੀਂਦਾਰਾਂ ਨੇ ਕਿਸੇ ਕਾਨੂੰਨ ਦੀ ਮੰਗ ਹੀ ਨਹੀਂ ਸੀ ਕੀਤੀ, ਜ਼ਿਮੀਂਦਾਰ ਤਾਂ ਵੱਧ ਭਾਅ ਦੀ ਮੰਗ ਕਰਦਾ ਸੀ, ਤੇ ਇਹਨੇ ਸਗੋਂ ਜਿਹੜਾ ਸਾਰਾ ਕੁਝ ਹੀ ਸਾਡਾ ਖਤਮ ਕਰਤਾ। ਇੱਕ ਬੰਦੇ ਨੂੰ ਬੁਖਾਰ ਹੀ ਨਹੀਂ ਹੈਗਾ, ਤੇ ਉਹਨੂੰ ਡਾਕਟਰ ਐਵੇਂ ਆਖੇਗਾ ਮੈਂ ਤੁਹਾਨੂੰ ਟੀਕਾ ਲਾਉਣਾ। ਇਹ ਤਾਂ ਮੋਦੀ ਉਹ ਗੱਲ ਕਰਦਾ ਪਿਆ ਲੋਕਾਂ ਨਾਲ। ਕਿਉਂਕਿ ਜੇ ਬੇਟਾ ਜਿਸ ਬੱਚੇ ਨੂੰ ਆਪਣਾ ਜਿਹਨੂੰ ਬੁਖਾਰ ਹੀ ਨਹੀਂ, ਉਹ ਕਿਉਂ ਟੀਕਾ ਲਵਾਏਗਾ? ਉਹ ਠੀਕ ਠਾਕ ਆ ਤਾਂ ਮੈਂ ਤਾਂ ਵਧੀਆ। ਤੇ ਇਹ ਤਾਂ ਜਿਹੜਾ ਮੋਦੀ ਨੇ ਕਾਨੂੰਨ ਬਣਾਏ ਨਾ, ਬਹੁਤ ਬਾਣੀਆਂ ਨਾਲ ਮਿਲ ਕੇ ਬਣਾਏ ਨੇ, ਤੇ ਇਹ ਦਬਾਅ ਦੇ ਥੱਲੇ
ਠੀਕ ਹੈ ਠੀਕ ਹੈ ਜੀ। ਤੇ ਕਦੋਂ ਤੱਕ ਤੁਹਾਡਾ ਇੱਥੇ ਰੁਕਣ ਦਾ ਇਰਾਦਾ? ਜੀ ਅਸੀਂ ਤਾਂ ਪਹਿਲਾਂ ਤੁਹਾਨੂੰ ਬੇਟਾ ਸਪਸ਼ਟ ਕਰ ਚੁੱਕੇ ਆ ਵੀ ਜਾਂ ਤਾਂ ਭੰਗੜੇ ਪਾਉਂਦੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਹੀ ਜਾਣਗੀਆਂ ਜਾਂ ਫਿਰ ਉਸ ਦੂਜੇ ਗੀਤ ਸ਼ਹੀਦੀ ਗੀਤ ਹੀ ਗਾਉਂਦੇ ਜਾਣਗੇ ਸਾਡੇ। ਉਵੇਂ ਨਹੀਂ ਅਸੀਂ ਜਾਣ ਵਾਲੇ। ਜਿਵੇਂ ਕਿ ਸਨਮਾਨ ਕੀਤਾ ਜਾ ਰਿਹਾ ਹੈ ਤੇ ਜਿਹੜੇ ਬਜ਼ੁਰਗ ਸੜਕਾਂ ਤੇ ਆ ਕੇ ਬੈਠੇ ਹੈ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਇਹਨਾਂ ਬਾਰੇ। ਇਹਨਾਂ ਦੀ ਕਿੰਨੀ ਉਮਰ ਹੋ ਚੁੱਕੀ ਹੈ ਤੇ ਕਰੋਨਾ ਵਰਗੀ ਜਿਹੜੀ ਮਹਾਮਾਰੀ ਜਿਹੜੀ ਬਜ਼ੁਰਗਾਂ ਨੂੰ ਸਭ ਤੋਂ ਪਹਿਲਾਂ ਫੜਦੀ ਹੈ ਤਾਂ ਸਰਕਾਰ ਨੂੰ ਜਿਹੜੇ ਜ਼ਰੂਰੀ ਕਦਮ ਹੈ ਉਹ ਜਲਦ ਤੋਂ ਜਲਦ ਉਠਾਏ ਜਾਣੇ ਚਾਹੀਦੇ। ਮੇਰੀ ਉਮਰ 70 ਸਾਲ। ਕਿਸਾਨ ਵੀਰ ਨੇ ਉਹ ਮਿਲ ਚੁੱਕੇ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿੱਥੋਂ ਆਏ ਹੋ ਜੀ ਤੁਸੀਂ? ਅਸੀਂ ਜੀ ਮਹਿਦੀਪੁਰ ਪਿੰਡ ਸ਼ਹਿਰ ਖੇਮਕਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਆ। ਸਭ ਤੋਂ ਪਹਿਲੋਂ ਡੱਬਲ ਕੇਸਰੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ। ਜਿਹੜੀ ਸਾਡੀ ਗੱਲ ਆ ਸਾਡਾ ਵਿਸ਼ਾ ਜੋ ਸੈਂਟਰ ਤੱਕ ਪਹੁੰਚਾਉਣ। ਤੇ ਕਦੋਂ ਤੱਕ ਤੁਸੀਂ ਇੱਥੇ ਰਹਿਣਾ ਹੈ ਜਾਂ ਫਿਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਰਹਿੰਦਿਆਂ ਨੂੰ? ਕਿੰਨੀਆਂ ਕੁ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? ਅਸੀਂ ਨਾ 27 ਤਰੀਕ ਨੂੰ ਜੋ ਵੀ ਜਿਹੜੇ ਬਾਰਡਰ ਨੇ ਉਹਨਾਂ ਦੇ ਜੋ ਵੀ ਸਾਡੇ ਨਾਲ ਵਾਟਰ ਕੈਨਾਂ ਦੇ ਜਿਹੜੀਆਂ ਪਾਣੀ ਦੀਆਂ ਪਛਾੜਾਂ ਨਾ ਪਈਆਂ ਨੇ ਤੇ ਸਾਰੇ ਰਸਤੇ ਬੰਦ ਕੀਤੇ। ਅਸੀਂ ਉਹ ਸਾਰੀ ਮੁਸ਼ੱਕਤ ਜਿਹੜੀ ਉਹ ਝੱਲ ਕੇ ਸਰੀਰਾਂ ਤੇ ਅਸੀਂ 27 28 ਤਰੀਕ ਨੂੰ ਇੱਥੇ ਪਹੁੰਚੇ ਆ। ਤੇ ਇਹ ਜਿਹੜੇ ਤਿੰਨੇ ਕਾਨੂੰਨ ਆਰਡੀਨੈਂਸ ਜਿਹੜੇ ਜਾਰੀ ਕੀਤੇ ਨਾ ਕਾਲੇ ਕਾਨੂੰਨ, ਇਹ ਜਿੰਨਾ ਚਿਰ ਰੱਦ ਨਾ ਹੋਏ ਅਸੀਂ ਇੱਥੋਂ ਘਰਾਂ ਨੂੰ ਵਾਪਸੀ ਨਹੀਂ ਜਾਵਾਂਗੇ। ਤੁਹਾਡੇ ਜਿਹੜੇ ਘਰ ਪਰਿਵਾਰ ਵਾਲੇ ਆ ਉਹ ਇਕੱਲੇ ਰਹਿ ਰਹੇ ਆ ਤਾਂ ਤੁਹਾਨੂੰ ਬਹੁਤ ਮਹਿਸੂਸ ਹੁੰਦਾ ਹੋਊਗਾ ਇੱਥੇ ਰਹਿ ਕੇ? ਸਾਨੂੰ ਜੀ ਕੋਈ ਮਹਿਸੂਸ ਨਹੀਂਗਾ। ਇਹ ਜਿਹੜਾ ਖੇਤੀਬਾੜੀ ਹੈ ਨਾ ਸਾਡਾ ਕਿਸਾਨ ਧੰਦਾ ਹੈ। ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ ਰੋਟੀ ਵਾਲਾ। ਇੱਕੋ ਹੀ ਰਸਤਾ ਸਾਨੂੰ ਘਰਾਂ ਤੋਂ ਫੋਨ ਆ ਰਹੇ। ਸਾਡੇ ਜੋ ਸਾਡੀ ਵਾਈਫ ਹੈ ਸਾਡੇ ਬੱਚੇ ਆ ਉਹ ਕਹਿ ਰਹੇ ਵੀ ਸਾਨੂੰ ਸੁਨੇਹਾ ਭੇਜੋ। ਅਸੀਂ ਵੀ ਛੇਤੀ ਤੋਂ ਛੇਤੀ ਦਿੱਲੀ ਨੂੰ ਕੂਚ ਕਰੀਏ। ਅਸੀਂ ਇੱਥੇ ਆਣ ਕੇ ਜਿਹੜਾ ਸੰਘਰਸ਼ ਤੇਜ਼ ਕਰੀਏ। ਇਹ ਜਿਹੜਾ ਸੰਘਰਸ਼ ਅਸੀਂ ਬੜਾ ਹੀ ਸ਼ਾਂਤਮਈ ਦੇ ਨਾਲ ਜੋ ਵੀ ਸਾਡਾ ਕੋਈ ਭੈਣ ਭਰਾ ਏ ਅਸੀਂ ਕਿਸੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਕਿ ਜੇ ਸਾਡੀ ਇੱਜ਼ਤ ਆ ਜਿਵੇਂ ਤੁਸੀਂ ਆਏ ਤੁਸੀਂ ਵੀ ਸਾਡੀ ਭੈਣ ਹੋ ਅਸੀਂ ਸਭ ਦਾ ਸਵਾਗਤ ਕਰਾਂਗੇ ਤੇ ਇਹ ਜਿਹੜਾ ਸੰਘਰਸ਼ ਇਹਨੂੰ ਇਹ ਤੋਂ ਵੀ ਤੇਜ਼ ਲੈ ਕੇ ਜਾਵਾਂਗੇ। ਜੇ ਮੋਦੀ ਸਰਕਾਰ ਇਹ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਅੱਗੇ ਦੀ ਕੀ ਰਣਨੀਤੀ ਹੈ ਤੁਹਾਡੀ? ਇਹ ਜੀ ਜੋ ਸਾਡੀਆਂ 31 ਜਥੇਬੰਦੀਆਂ ਨਾ ਉਹ ਸਾਡੀ ਹਾਈ ਕਮਾਂਡ ਆ। ਜੋ ਅਸੀਂ ਇਹ ਤੀਰ ਆ ਮਗਰ ਜੋ ਵੀ ਸਾਨੂੰ ਇਸ਼ਾਰਾ ਕਰਨਗੇ ਅਸੀਂ ਵੱਧ ਤੋਂ ਵੱਧ ਅਸੀਂ ਇਹ ਜਿਹੜੀ ਜਾਨ ਸਾਡੇ ਜਿਹੜੇ ਸਵਾਸ ਆ ਨਾ ਅਸੀਂ ਜਾਨ ਦੇਣ ਨੂੰ ਸ਼ਾਂਤਮਈ ਦੇ ਨਾਲ। ਇਹ ਸਰਕਾਰ ਇੱਕ ਸਰਕਾਰ ਜਿਵੇਂ ਬੱਚਾ ਜਿਹੜਾ ਨਾ ਉਹ ਮਾਂ ਪਿਓ ਅੱਗੇ ਰੋਸ ਕਰਦਾ ਹੈ। ਬੱਚੇ ਨੂੰ ਜੇ ਦੁੱਧ ਦੀ ਭੁੱਖ ਲੱਗੀ ਵਸਤੂ ਦੀ ਭੁੱਖ ਲੱਗੀ ਉਹ ਮਾਂ ਦਾ ਪਿਤਾ ਅੱਗੇ ਰੋਸ ਕਰਦਾ ਹੈ। ਇਹ ਮੇਰਾ ਪਰਿਵਾਰ ਹੈ ਮੇਰੇ ਬੱਚੇ ਆ ਤੇ ਅਸੀਂ ਇਹ ਤੋਂ ਉੱਠ ਨਹੀਂ ਸਕਦੇ ਜਿੰਨਾ ਚਿਰ ਸਾਡਾ ਹੱਕ ਸਾਡੀ ਝੋਲੀ ਵਿੱਚ ਨਾ ਪਿਆ ਅਸੀਂ ਵਾਪਸ ਨਹੀਂ ਜਾਵਾਂਗੇ। ਭਾਵੇਂ ਸਾਨੂੰ 2 ਸਾਲ ਲੱਗ ਜਾਣ ਭਾਵੇਂ 10 ਸਾਲ ਲੱਗ ਜਾਣ। ਸਾਨੂੰ ਇੱਥੇ ਗੱਫਾ ਪਾਣੀ ਮਿਲ ਰਿਹਾ ਬੜਾ ਵਧੀਆ ਤੇ ਹੁਣ ਕਿੰਨੀ ਸਰਦੀ ਪੈ ਰਹੀ ਆ ਕੋਈ ਪਰਵਾਹ ਨਹੀਂ ਸਾਨੂੰ ਹੈਗੀ। ਕਿਉਂ ਇਹ ਜਿਹੜਾ ਖੇਤੀ ਧੰਦਾ ਹੈ ਜਿਹੜਾ ਪਸ਼ੂਆਂ ਦਾ ਧੰਦਾ ਕੋਈ ਵੀ ਆ ਇਹ ਸਾਡਾ ਇੱਕ ਅੰਨਦਾਤਾ ਇਹ ਸਿਲਸਿਲਾ ਸਾਰਾ। ਕਿਉਂ ਇੱਥੋਂ ਹੀ ਜਿਹੜਾ ਕਿਸਾਨ ਮਜ਼ਦੂਰ ਸਾਰਾ ਸਿਲਸਿਲਾ ਇੱਥੋਂ ਚੱਲ ਰਿਹਾ। ਜੋ ਦੁਕਾਨਦਾਰ ਆ ਆੜ੍ਹਤੀਆ ਸਾਰਾ ਇਹਦੇ ਨਾਲ ਸੰਬੰਧਿਤ ਹੈ। ਅਸੀਂ ਇਹ ਸੰਘਰਸ਼ ਜਿਹੜਾ ਇਹ ਤੋਂ ਅੱਗੇ ਲੈ ਕੇ ਜਾਵਾਂਗੇ। ਅਸੀਂ ਆਪਦਾ ਜੋ ਬੱਚਾ ਪਰਿਵਾਰ ਆ ਅਸੀਂ ਸੜਕਾਂ 'ਤੇ ਲਿਆਣ ਕੇ ਸੁੱਟ ਦਾਂਗੇ। ਜੇ ਸਰਕਾਰ ਚਾਹੇ ਤੇ ਸਾਨੂੰ ਭਾਵੇਂ ਮਸਲ ਦੇਵੇ ਪਰ ਅਸੀਂ ਕਿਸੇ ਦਾ ਨੁਕਸਾਨ ਕਰਨਾ ਨਹੀਂ ਚਾਹੁੰਦੇ। ਅਸੀਂ ਦਿੱਲੀ ਦੇ ਵਿੱਚ ਆਏ ਆ ਕੋਈ ਸਾਨੂੰ ਕਹਿ ਦੇਵੇ ਬਈ ਕੋਈ ਫੈਕਟਰੀ ਦਾ ਕੋਈ ਬਿਜਲੀ ਕਾਰਖਾਨੇ ਦਾ ਕੋਈ ਹੋਰ ਫੈਕਟਰੀ ਦਾ ਕਿਸੇ ਦਾ ਨੁਕਸਾਨ ਕੀਤਾ ਹੈ ਅਸੀਂ ਉਹ ਮੰਨ ਲਓ ਅਸੀਂ ਉਹਦੇ ਜ਼ਿੰਮੇਵਾਰ ਹੈ ਪਰ ਅਸੀਂ ਆਪਦੀ ਜਾਨ ਦੀ ਪਰਵਾਹ ਨਹੀਂ ਕਰਾਂਗੇ। ਅਸੀਂ ਜਿਹੜਾ ਇਹ ਸੰਘਰਸ਼ ਆ ਅਸੀਂ ਆਪਦੇ ਹੱਕ ਸਾਡੇ ਬਣਦੇ ਆ। ਅਸੀਂ ਕਹਿੰਦੇ ਕੋਈ ਭੀਖ ਮੰਗਣ ਨਹੀਂ ਆਏ ਮੋਦੀ ਤੋਂ। ਇਹ ਸਾਡੇ ਹੱਕ ਬਣਦੇ ਆ। ਅਸੀਂ ਇੱਕ ਆਪਦੇ ਹੱਕ ਲੈਣ ਆਏ ਆ ਵੀ ਸਾਡੀ ਜਿਹੜੀ MSP ਆ ਜਿਹੜੇ ਤਿੰਨੇ ਕਾਲੇ ਕਾਨੂੰਨ ਨਾਲ ਕੋਈ ਸੋਭਾ ਨਹੀਂ ਇਹਦੀ ਆਲ ਵਰਲਡ ਦੇ ਕਿਸੇ ਤੋਂ ਪੁੱਛ ਕੇ ਵੇਖ ਲਓ ਬੱਚੇ ਤੋਂ ਪੁੱਛ ਕੇ ਵੇਖ ਲਓ। ਸਾਡੀ ਜਿਹੜੀ ਆਉਣ ਵਾਲੀ ਰਿਲੇਸ਼ਨ ਆ ਜਿਹੜੇ ਬੱਚੇ ਗਰਭ ਦੇ ਵਿੱਚ ਜਨਮ ਲੈਣ ਵਾਲੇ ਜਾਂ ਲੈ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਵੀ ਸਾਡਾ ਆਉਣ ਵਾਲਾ ਸਮਾਂ ਜਿਹੜਾ ਨਾ ਉਹ ਭਿਆਨਕ ਔਖਾ ਤੇ ਸਾਨੂੰ ਹੱਕ ਜਿਹੜੇ ਆ ਸਾਡੀ ਸੈਂਟਰ ਤੱਕ ਆਵਾਜ਼ ਪਹੁੰਚਾਓ। ਕਿਉਂ ਸਾਰਾ ਜਿਹੜਾ ਸੰਸਾਰ ਨਾ ਆਲ ਵਰਲਡ ਤੱਕ ਜਿਹੜਾ ਪ੍ਰਸ਼ਾਦਾ ਪਾਣੀ ਛਕਣਾ ਹੈ ਤੇ ਜਦੋਂ ਕਿਸੇ ਦਾ ਹੱਕ ਖੁੱਸ ਜਾਵੇ ਉਹ ਫਿਰ ਮਰਨ ਨੂੰ ਤਾਂ ਤਿਆਰ ਹੀ ਨਾ। ਅਸੀਂ ਇਹ ਨਹੀਂ ਸਰਕਾਰ ਨੂੰ ਕਹਿੰਦੇ ਵੀ ਤੇਰੇ ਨਾਲ ਹੀ ਟੱਕਰ ਲਵਾਂਗੇ ਜਾਂ ਜਦੋਂ ਸਾਨੂੰ ਮਾਰਨਗੇ ਤੇ ਫਿਰ ਕੁਛ ਨਾ ਕੁਛ ਤਾਂ ਅਸੀਂ ਅੱਗੋਂ ਕਰਾਂਗੇ ਨਾ। ਅਸੀਂ ਇਹ ਤਾਂ ਨਹੀਂ ਨਾ ਹੈਗਾ ਵੀ ਬੈਠੇ ਹੀ ਡਾਂਗਾ ਖਾਧੀ ਜਾਵਾਂਗੇ ਪਰ ਇਹ ਸਰਕਾਰ ਦੀ ਮਰਜ਼ੀ ਆ। ਉਹ ਸਰਕਾਰ ਜੇ ਸਾਨੂੰ ਇਸ ਬੇਸ ਤੇ ਨਾ ਹੀ ਲਿਜਾਣਾ ਚਾਹਵੇ ਕਿਉਂ ਇੱਕ ਮਾਤਾ ਪਿਤਾ ਦਾ ਦਰਜਾ ਹੁੰਦਾ ਜਿਹੜਾ ਰਾਜਾ। ਮੋਦੀ ਸਰਕਾਰ ਕਿਉਂ ਸੁੱਤਾ ਪਿਆ ਕਿਉਂ ਸੁੱਤੀ ਹੈ ਸਰਕਾਰ? ਇਹ ਇੱਕ ਨਰਿੰਦਰ ਤੋਮਰ ਅਡਾਨੀ ਬਾਨੀ ਦੇ ਮਗਰ ਲੱਗਾ ਹੋਇਆ ਹੈ। ਇਹਨੂੰ ਆਪਦੇ ਪਰਿਵਾਰ ਦਾ ਚਾਹੀਦਾ ਮੈਨੂੰ ਇੱਕ ਵੋਟ ਖੂਨ ਦਾ ਕਤਰਾ ਦੇ ਕੇ ਮੈਨੂੰ ਰਾਜਾ ਬਣਾਇਆ ਏ
ਮੈਂ ਇਹਨਾਂ ਦਾ ਜਿਹੜਾ ਅੰਦੋਲਨ ਏ, ਜਿਹੜਾ ਸੰਘਰਸ਼ ਆ, ਇਹਨਾਂ ਬੜਾ ਸ਼ਾਂਤਮਈ ਦੇ ਨਾਲ ਕੀਤਾ, ਨਾ ਕਿਸੇ ਦਾ ਨੁਕਸਾਨ ਨਹੀਂ ਕੀਤਾ। ਇਹਨਾਂ ਡਾਂਗਾਂ ਵੀ ਖਾਧੀਆਂ, ਪਾਣੀ ਦੀਆਂ ਪਛਾੜਾਂ ਵੀ ਪਈਆਂ ਨੇ, ਤੇ ਪਰ ਇਹਨਾਂ ਕਿਸੇ, ਜੇ ਕੋਈ ਪੁਲਿਸ ਵਾਲਾ, ਆਰਮੀ ਵਾਲਾ, CRP ਵਾਲਾ, ਇਹ ਸਾਡੇ ਭਰਾ ਨੇ। ਕਿਸੇ ਦਾ ਭਰਾ, ਕਿਸੇ ਦਾ ਪਿਓ, ਕਿਸੇ ਭੈਣ ਦਾ ਭਰਾ ਏ, ਜਾਣੇ ਕਿ ਸਾਡੇ ਗਾੜੇ ਰਿਸ਼ਤੇ ਨੇ, ਗੂੜੇ ਜ਼ਿਆਦੇ। ਅਸੀਂ ਕੋਈ ਇਹਨਾਂ ਦੇ ਨਾਲ, ਅਸੀਂ ਇਹ ਨਹੀਂ ਕਹਿੰਦੇ ਵੀ ਭਾਈ ਆ ਵਿੱਚ ਮਰ ਜੀਏ ਲੜ ਕੇ। ਅਸੀਂ ਆਰਮੀ ਨੂੰ ਵੀ ਕੀਤਾ ਵੀ ਤੁਸੀਂ ਸਾਡੇ ਬਾਰੇ ਸੋਚੋ। ਸਾਡੇ ਭਰਾਵਾਂ ਨੇ ਬੜਾ ਵਧੀਆ ਬਿਆਨ ਦਿੱਤਾ। ਅਸੀਂ ਚੀਨ ਨਾਲ ਲੜ ਸਕਦੇ ਹਾਂ, ਅਸੀਂ ਪਾਕਿਸਤਾਨ ਨਾਲ ਲੜ ਸਕਦੇ ਹਾਂ, ਪਰ ਅਸੀਂ ਆਪਦੇ ਪਰਿਵਾਰ ਦੇ ਵਿੱਚ ਜਿਹੜੇ ਗੋਲਾਬਾਰੀ, ਤੋਹਫਾਂ, ਮੰਨ ਲਓ AK-47 ਜਿਹੜੀਆਂ ਮੰਨ ਲਓ ਇਹਨਾਂ ਤੇ ਨਹੀਂ ਅਸੀਂ ਵਾਛੜ ਕਰ ਸਕਦੇ। ਠੀਕ ਹੈ, ਥੈਂਕ ਯੂ ਸਰ। ਜਿਵੇਂ ਕਿ ਇਹ ਕਹਿ ਰਹੇ ਨੇ ਕਿ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਇਹ ਆਪਣੀ ਗੱਲਾਂ ਮਨਵਾਉਣ ਆਏ ਹੈ, ਕਿਸੇ ਤਰ੍ਹਾਂ ਦੀ ਕੋਈ ਕ੍ਰਾਂਤੀ ਇਹ ਨਹੀਂ ਕਰਨਗੇ, ਕੋਈ ਵੀ ਕਿਸੇ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ, ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਹੱਕਾਂ ਨੂੰ ਮਨਵਾਉਣ ਆਏ ਹੈ। ਤੇ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਰਪਾ ਕਰਕੇ ਇਹਨਾਂ ਉੱਤੇ ਜਿਹੜੇ ਲਗਾਏ ਗਏ 3 ਕਾਨੂੰਨ ਹੈ ਉਹਨਾਂ ਦੇ ਬਾਰੇ ਕੁਝ ਸੋਚਣ, ਕੁਝ ਵਿਚਾਰਨ ਤੇ ਕੁਝ ਵਧੀਆ ਸੁਝਾਅ। ਭਾਈ ਲੋਕ ਨਾਕੀ ਦੁੱਕੀ ਚੱਕ ਦੇਾਂਗੇ, ਧੌਣ ਤੇ ਗੋਡਾ ਰੱਖ ਦੇਾਂਗੇ, ਇੱਕੀ ਦੁੱਕੀ ਚੱਕ ਦੇਾਂਗੇ, ਧੌਣ ਤੇ गोड़ा रख देंगे। कहाँ से आए हो आप? बालू से, शिमला से, साठड़ा। अच्छा, कितने दिन हो गए आए को आपको? पूरे तो ये 20-25 दिन। 20-25? हाँ, 25-26। किस लिए आए हो यहाँ? किस लिए आए हो यहाँ? आए तो मां मेरी समझ हमारी मांग कुछ भी नहीं पूरी करता है, तो मांग के मारे हवलो तो कहता बैठने का। अच्छा। पूरे ऊपर बरस लिया हमारा, हाँ मैं फिर भी डिग रहे। क्या बोल रहा है मोदी अब? सरकार क्या बोल रही है? मोदी तो हमारी बातें नहीं सुन रहा है, लवे नहीं आ रहा। अच्छा, ना हमारी मांग सुन लिया। ठीक ठीक। अगर मोदी नहीं तो कहना मानता, तुसी की करोगे अगे? मैं तो फिर मर तो गए, फिर तो मराएंगे और क्या करेंगे? मां मैं मरण खातर आ रहे हैं उरे यल्ले, क्या तो मोदी के लिए दुआ करांगे, मराएंगे। ले मारी सुन लो मां, मैं इतना काल कर क्या देश कलर पड़िया से, इतना देश क्या खतरा होता जी। ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰਸਟ ਵੱਲੋਂ ਜਿਹੜੀ ਇੱਥੇ ਦਵਾਈਆਂ ਮੁਹੱਈਆ ਕਰਾਈਆਂ ਜਾ ਰਹੀਆਂ ਨੇ, ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿਹੜੀਆਂ ਦਵਾਈਆਂ ਤੁਸੀਂ ਮੁਹੱਈਆ ਕਰਾ ਰਹੇ ਹੋ, ਇਹ ਫ੍ਰੀ ਨੇ ਜਮਾ? ਜਿੰਨੀ ਦਵਾਈ ਕਿਸੇ ਵੀ ਜਗ੍ਹਾ ਹਰੇਕ ਤਰ੍ਹਾਂ ਦੀ ਦਵਾਈ ਕਰਾਂਗੇ। ਗੁਰੂ ਘਰ ਲੰਗਰ ਚੱਲ ਰਹੇ, ਅਸੀਂ ਆਪਣਾ ਲੰਗਰ ਲੈ ਕੇ ਆ ਰਹੇ ਹਾਂ। ਸੇਵਾ ਭਾਵ ਕਿਸੇ ਚੀਜ਼ ਦੀ ਨਾ ਹੁਣ ਆ ਰਹੀ ਹੈ ਨਾ ਗਾਂ ਵਾਸਤੇ, ਬਿਲਕੁਲ ਫ੍ਰੀ ਆਫ ਕਾਸਟ। ਤੁਹਾਨੂੰ ਕਿੰਨੇ ਦਿਨ ਹੋ ਚੁੱਕੇ ਇੱਥੇ ਆਇਆ ਨੂੰ? ਸਾਨੂੰ 20 ਦਿਨ ਹੋ ਗਏ। ਅੱਗੇ ਵਾਸਤੇ ਵੀ ਅਸੀਂ ਤਿਆਰ ਹਾਂ, ਜਿੰਨੇ ਦਿਨ ਚੱਲੇਗਾ ਅਸੀਂ, ਜਿੰਨਾ ਚਿਰ ਸੰਗਤਾਂ ਕਹਿਣਗੀਆਂ ਉਹਨਾਂ ਚਿਰ ਅਸੀਂ ਨਾਲ ਹੈ, ਜਿੰਨਾ ਚਿਰ ਮੋਦੀ ਸਰਕਾਰ ਨਹੀਂ ਚੁੱਕਦੀ ਅਸੀਂ ਉਹਨਾਂ ਚਿਰ ਨਾਲ ਹਾਂ। ਤੇ ਮੋਦੀ ਸਰਕਾਰ ਵੱਲੋਂ ਜਿਹੜੇ 3 ਕਾਨੂੰਨ ਬਣਾਏ ਗਏ ਉਹਨਾਂ ਉੱਤੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਕਿਸਾਨਾਂ ਦੀ ਜੋ ਡਿਮਾਂਡ ਹੈ, ਨਾ ਕਿਸੇ ਕਿਸਾਨ ਜਥੇਬੰਦੀ ਨੇ, ਨਾ ਛੋਟੇ ਕਿਸਾਨ ਨੇ ਇਹ ਕਾਨੂੰਨ ਦੀ ਮੰਗ ਕੀਤੀ। ਇਹ ਸਾਡੇ ਨਾਲ ਧੱਕੇ ਨਾਲ ਜਿਹੜੇ ਥੋਪੇ ਗਏ, ਠੀਕ ਹੈ, 2-3 ਅੰਬਾਨੀ, ਅਡਾਨੀ ਵਰਗੇ ਜਾਂ ਕੋਆਪਰੇਟਿਵ ਘਰਾਣਿਆਂ ਨੂੰ ਸਿਰਫ ਦੇਣ ਵਾਸਤੇ ਕੋਸ਼ਿਸ਼ ਕਰਨਾ, ਨਾ ਕਿ ਕਿਸਾਨ ਦੀ ਡਿਮਾਂਡ ਨਹੀਂ। ਕਿਸਾਨ ਦੀ ਜਿਹੜੀ ਡਿਮਾਂਡ ਹੈ ਉਹ ਨਾਨਾਵਤੀ ਜਾਂ ਦੂਸਰੀ ਤੀਸਰੀ ਕਮਿਸ਼ਨ ਹੈ, ਜਿਹੜੀ ਸਾਡੀ ਡਿਮਾਂਡ ਆ ਉਸ ਪਾਸੇ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਹੜੀ ਸਾਡੀ ਡਿਮਾਂਡ ਨੇ ਉਹ ਸਾਡੇ ਤੇ ਧੱਕੇ ਨਾਲ ਥੋਪੇ ਜਾ ਰਹੇ, ਵਿਕਾਸ ਦੇ ਨਾਂ ਤੇ ਵਿਨਾਸ਼ ਹੋ ਰਿਹਾ। ਇਹ ਆਪਣੀ ਤੇ ਕਿੰਨੇ ਕੁ ਜਿਹੜੇ ਬਜ਼ੁਰਗ ਜਿਹੜੇ ਇੱਥੇ ਆਏ ਹੋਏ ਆ ਠੰਡ ਵਿੱਚ ਹੈ, ਤੇ ਕਿੰਨੀ ਕੁ ਉਹਨਾਂ ਨੂੰ ਦਿੱਕਤ ਆ ਰਹੀ ਹੈ? ਦੇਖੋ ਜੀ, ਦਿੱਕਤਾਂ ਪੰਜਾਬੀ ਜਿਹੜਾ ਇਤਿਹਾਸ ਸਾਡਾ ਗੁਰੂ ਸਾਹਿਬ ਦੇ ਪਾਤਸ਼ਾਹ ਤੋਂ ਉਹ ਚੱਲਦੀਆਂ ਆ ਰਹੀਆਂ, ਸਾਡੇ ਨਾਲ ਹੀ ਚੱਲਦੀਆਂ, ਸਾਡੇ ਵਿਰਸੇ 'ਚ ਆ। ਇੰਨੀਆਂ ਚੀਜ਼ਾਂ ਦੀ ਅਸੀਂ ਪਰਵਾਹ ਨਹੀਂ ਕਰਦੇ, ਨਾ ਅਸੀਂ ਕਰਨੀ ਹੈ। ਜਿਹੜੀ ਸਾਡੀ ਸਿੱਖ ਕਮਿਊਨਿਟੀ, ਜਿਹੜਾ ਦੂਸਰਾ ਭਾਈਚਾਰਾ, ਨਾ ਇਹਨਾਂ ਚੀਜ਼ਾਂ ਦੀ ਪਰਵਾਹ ਕਰਦਾ, ਚੜ੍ਹਦੀ ਕਲਾ 'ਚ ਰਹਿੰਦੇ ਆ ਤੇ ਚੜ੍ਹਦੀ ਕਲਾ 'ਚ ਰਹਿੰਦੇ ਆ। ਤੇ ਤੁਸੀਂ ਦੇਖ ਲਓ ਅੱਗੇ ਜਾ ਕੇ ਵੀ ਸਾਰੇ ਜਿਹਨੂੰ ਮਿਲੂਗੇ ਚੜ੍ਹਦੀ ਕਲਾ 'ਚ ਮਿਲੂਗਾ। ਕੋਈ ਇਹ ਨਹੀਂ ਕਹੇਗਾ ਵੀ ਮੈਨੂੰ ਕੋਈ ਦਿੱਕਤ ਆ ਰਹੀ ਹੈ, ਮੈਨੂੰ ਸਰਦੀ ਲੱਗ ਰਹੀ ਹੈ, ਗਰਮੀ, ਕੁਛ ਨਹੀਂ, ਇਹੋ ਜਿਹੀ ਕੋਈ ਪਰਵਾਹ ਨਹੀਂ। ਥੈਂਕ ਯੂ ਸਰ। ਬੋਲੋ ਜੀ। ਹਾਂਜੀ, ਜਿਹੜੇ ਬਾਬਾ ਨਾਨਕ ਵੱਲੋਂ ਜਿਹੜਾ ਆਹ ਲੰਗਰ ਚਲਾਇਆ ਗਿਆ ਸੀ, 20 ਰੁਪਏ ਦਾ ਲੰਗਰ ਚੱਲਿਆ ਸੀ, ਉਹ ਸਦਾ ਸਦੀਵੀ ਦੁਨੀਆ ਤੱਕ ਚੱਲਦਾ ਰਹੇਗਾ। ਨਾ ਅੱਜ ਖਤਮ ਹੋਣਾ ਹੈ, ਨਾ ਅੱਗੇ ਆਉਣ ਵਾਲੇ ਸਮੇਂ 'ਚ ਖਤਮ ਹੋਣਾ ਹੈ। 20 ਰੁਪਏ ਦਾ ਲੰਗਰ ਚੱਲਦਾ ਰਹਿ ਗਿਆ। ਅਸੀਂ ਫਾਜ਼ਿਲਕਾ ਬੋਰ ਤੋਂ ਪਹਿਲਾਂ ਬੱਸ ਲੈ ਕੇ ਆਏ ਸੀ, ਹੁਣ ਕੈਂਟਰ ਬਾਲਣ ਦਾ ਲੈ ਕੇ ਆਏ ਆ। ਤੁਹਾਡੇ ਗੱਲ ਕਰਦੇ ਹੀ ਕੋਲਗੇਟ ਐਂਡ ਸਭ ਕੁਝ ਸਮਾਨ ਆ ਗਿਆ ਜੀ। ਅੰਕਲ ਜੀ ਵੰਡੋ, ਅਸੀਂ ਵੰਡ ਰਹੇ ਹਾਂ। ਤੇ ਸਾਰੇ ਅਸੀਂ ਕਿਸਾਨਾਂ ਨੂੰ, ਵੀਰਾਂ ਨੂੰ, ਮਜ਼ਦੂਰਾਂ ਨੂੰ, ਸਭ ਨੂੰ ਅਪੀਲ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਇਲਾਕੇ 'ਚ ਘਰਾਂ 'ਚ ਨਾ ਬੈਠੋ, ਇੱਥੇ ਆਓ। ਮੋਦੀ ਜੀ ਨੂੰ ਇਹ ਵਿਖਾ ਦਿਓ
ਵੀ ਅਸੀਂ ਸਾਡੇ ਉੱਤੇ ਕਾਨੂੰਨ ਤੁਸੀਂ ਥਾਪੇ ਨੇ, ਅਸੀਂ ਨਹੀਂ ਲੈਣੇ, ਬਿਲਕੁਲ ਨਹੀਂ ਲੈਣੇ। ਜਿਹੜੀ ਚੀਜ਼ ਆ ਕੋਲਗੇਟ ਮੈਂ ਵੰਡ ਰਿਹਾ, ਜੇ ਤੁਸੀਂ ਨਹੀਂ ਚਾਹੁੰਦੇ ਤਾਂ ਮੈਂ ਤੁਹਾਨੂੰ ਕਿਵੇਂ ਤੁਹਾਡੀ ਜੇਬ 'ਚ ਪਾ ਦਿਆਂਗਾ। ਤਾਂ ਸੌਰੀ, ਅਸੀਂ ਮਾफ़ ਕਰਨਾ। ਅਸੀਂ ਹੁਣ ਮੋਦੀ ਜੀ ਦੀ ਬੇਨਤੀ ਵੀ ਜੀ ਤਾਂ ਕਹਿਣਾ ਵੀ ਠੀਕ ਨਹੀਂ, ਮੇਰਾ ਮਨ ਭਰ ਜਾਂਦਾ ਕਿ ਹਾਂ ਜੀ ਨਹੀਂ ਕਹਿਣਾ ਚਾਹੀਦਾ ਇਸ ਨੂੰ। ਪਤਾ ਨਹੀਂ ਹੈਗਾ ਚੰਗਾ ਸੀ, ਪਤਾ ਨਹੀਂ ਉਹਦੇ ਮਗਰ ਕਿਹੜੀ ਗਲਤ ਤਾਕਤ ਹੈ ਜਿਹੜੀ ਉਹਨੂੰ ਮੰਨਣ ਨੂੰ, ਕਿਸਾਨਾਂ ਦਾ ਕੰਮ ਕਰਨ ਨੂੰ ਤਿਆਰ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਮੋਦੀ ਸਰਕਾਰ ਨੇ 3 ਕਾਨੂੰਨ ਪਾਸ ਕੀਤੇ ਹੈ, ਉਹਦੇ ਵਿੱਚ ਕਿਸਾਨਾਂ ਨੇ ਜਿਹੜਾ ਨਾ ਰੋਸ਼ ਪ੍ਰਗਟ ਕੀਤਾ ਹੈ, ਤੁਸੀਂ ਉਹਦਾ ਕਾਰਨ ਦੱਸ ਸਕਦੇ ਹੋ ਕੀ ਹੈ? ਪਹਿਲੇ ਤੇ ਮੇਰਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਇਹ ਜਿਹੜੇ 3 ਕਾਨੂੰਨ ਬਣਾਏ ਹੋਏ ਨੇ ਮੋਦੀ ਸਰਕਾਰ ਨੇ, ਇਹ ਕਾਨੂੰਨ ਅਸੀਂ ਚੰਗੀ ਤਰ੍ਹਾਂ ਪੜ੍ਹੇ ਹੋਏ ਨੇ, ਉਹਨਾਂ ਤੇ ਸੋਚ ਵਿਚਾਰ ਕੀਤੀ ਹੈ ਸਾਡੇ ਯੂਨੀਅਨ ਜਥੇਬੰਦੀਆਂ ਦੇ ਆਗੂਆਂ ਨੇ। ਇਹ ਕਾਨੂੰਨ ਬਿਲਕੁਲ ਕਿਸਾਨਾਂ ਦੇ ਖਿਲਾਫ ਹੈ। ਇਹਦੇ ਨਾਲ ਸਿਰਫ ਇਕੱਲਾ ਕਿਸਾਨ ਨਹੀਂ, ਦੇਸ਼ ਦੇ ਆਮ ਲੋਕਾਂ ਨੂੰ ਵੀ ਬਹੁਤ ਇਹਦਾ ਮਾੜਾ ਪ੍ਰਭਾਵ ਪਏਗਾ। ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਇਸ ਜਿਹੜੇ ਕਿਸਾਨ ਮੋਰਚੇ ਦਾ ਸਮਰਥਨ ਕਰ ਰਹੇ ਹਾਂ। ਇਹ ਸਿਰਫ ਇਕੱਲੇ ਕਿਸਾਨ ਦੀ ਲੜਾਈ ਨਹੀਂ, ਇਹ ਸਾਡੇ ਸਾਰਿਆਂ ਦੀ ਲੜਾਈ ਹੈ, ਭਾਰਤ ਦੀ ਪੂਰੀ ਜਨਤਾ ਦੀ ਲੜਾਈ ਹੈ। ਇਹ ਆਮ ਵਰਗ ਤੇ ਮੱਧ ਵਰਗ ਜਿਹੜਾ ਇਹਦਾ ਬਹੁਤ ਹੀ ਇਹਦੇ ਤੇ ਮਾੜਾ ਪ੍ਰਭਾਵ ਪਏਗਾ। ਇਹ ਕਣਕ ਜਿਹੜੀ ਅਸੀਂ ਕਿਸਾਨ ਕੋਲੋਂ 17-18 ਰੁਪਏ ਕਿਲੋ ਲੈ ਕੇ ਖਰੀਦਦੇ ਆ, ਇਹੋ ਹੀ ਕਿਸਾਨ ਜਿਹੜੀ ਕਣਕ ਹੈ ਸਾਨੂੰ ਇਹ ਅਡਾਨੀ ਆਬਾਨੀ ਜਿਹੜੇ ਖਰੀਦਣਗੇ ਜਦੋਂ, ਉਹ ਪੈਕਟਾਂ ਵਿੱਚ 40 ਤੇ 50 ਰੁਪਏ ਕਿਲੋ ਮਿਲੇਗੀ। ਇਸ ਕਰਕੇ ਅਸੀਂ ਸਾਰੇ ਆਮ ਜਨਤਾ ਜਿਹੜੀ ਹੈ ਇਹ ਸਮਰਥਨ ਵਿੱਚ ਆਏ ਆ। ਇਹ ਕਿਸਾਨਾਂ ਦੀ ਲੜਾਈ ਨਹੀਂ, ਸਾਡੀ ਆਪਣੀ ਲੜਾਈ ਹੈ। ਅਸੀਂ ਇਹ ਆਪਣੀ ਲੜਾਈ ਲੜਨ ਆਏ ਹਾਂ ਤੇ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਅਸੀਂ ਚੁਣੀਆਂ, ਪ੍ਰਧਾਨ ਮੰਤਰੀ ਦੀ ਕੁਰਸੀ ਤੇ ਅਸੀਂ ਜਨਤਾ ਨੇ ਤੁਹਾਨੂੰ ਬਿਠਾਇਆ। ਜੇਕਰ ਅਸੀਂ ਆਮ ਜਨਤਾ ਇਸ ਕਾਨੂੰਨਾਂ ਤੋਂ ਖੁਸ਼ ਨਹੀਂ ਆ ਤੇ ਤੁਸੀਂ ਇਹ ਕਾਨੂੰਨ ਵਾਪਸ ਕਰੋ। ਤੁਸੀਂ ਇਹ ਸਾਡੇ ਲਈ ਸਭ ਕੁਝ ਕਰ ਰਹੇ ਹੋ, ਜਦੋਂ ਇਹ ਸਾਨੂੰ ਸਾਰਾ ਕੁਝ ਮਨਜ਼ੂਰ ਨਹੀਂ ਹੈ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਇਹ ਸਾਰਾ ਕੁਝ ਸਾਨੂੰ ਨਾ ਦੇਵੋ, ਅਸੀਂ ਇਹ ਲੈਣਾ ਨਹੀਂ ਚਾਹੁੰਦੇ। ਤੇ ਤੁਸੀਂ ਬੜੇ ਅਸੀਂ ਜਿੱਦਾਂ ਸ਼ਾਂਤਮਈ ਢੰਗ ਨਾਲ ਇਹ ਸਾਡੇ ਕਿਸਾਨ ਵੀਰ ਇਹ ਸੰਘਰਸ਼ ਕਰ ਰਹੇ ਨੇ, ਇਸ ਮਸਲੇ ਨੂੰ ਸ਼ਾਂਤਮਈ ਢੰਗ ਨਾਲ ਹੀ ਤੁਸੀਂ ਜਿਹੜਾ ਇਹਨੂੰ ਨਿਪਟਾਓ ਤੇ ਕਾਨੂੰਨ ਇਹ ਜਿਹੜਾ ਕਿਸਾਨਾਂ ਦਾ ਮਸਲਾ ਹੱਲ ਕਰੋ। ਇਹ ਜਿਹੜਾ ਮੋਰਚਾ ਅੰਦੋਲਨ ਹੈ ਨਹੀਂ ਤੇ ਬਹੁਤ ਤਿੱਖਾ ਤੇ ਵੱਡਾ ਹੁੰਦਾ ਜਾਏਗਾ, ਕਿਉਂਕਿ ਅਸੀਂ ਉਸ ਪੰਜਾਬ ਦੀਆਂ ਧੀਆਂ ਆ ਜਿੱਥੇ ਭਗਤ ਸਿੰਘ ਵਰਗੇ ਪੈਦਾ ਹੋਏ ਤੇ ਭਗਤ ਸਿੰਘ ਦੇ ਪਿਤਾ ਨੇ ਅੰਗਰੇਜ਼ਾਂ ਨਾਲ 9-9 ਮਹੀਨੇ ਜਿਹੜਾ ਸੀ ਇਹੋ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਕੀਤਾ ਸੀ ਤੇ ਉਹਦੇ ਵਿੱਚ ਜਿੱਤ ਹਾਸਲ ਕੀਤੀ ਸੀ। ਤੇ ਸਾਨੂੰ ਪਤਾ ਹੈ ਕਿ ਪੰਜਾਬੀ ਕਦੇ ਜਿੱਤ ਤੋਂ ਬਿਨਾਂ ਵਾਪਸ ਨਹੀਂ ਮੁੜਦੇ। ਅਸੀਂ ਆਪਣੇ ਹੱਕ ਜਿਹੜੇ ਆ ਲੈ ਕੇ ਦਿੱਲੀ ਤੋਂ ਵਾਪਸ ਪੰਜਾਬ ਨੂੰ ਜਾਵਾਂਗੇ ਤੇ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਨੂੰ ਸ਼ਾਂਤਮਈ ਢੰਗ ਨਾਲ ਹੀ ਇਹਨਾਂ ਦੇ ਮਸਲੇ ਜਿਹੜੇ ਹੱਲ ਕਰਨ। ਮੋਦੀ ਸਰਕਾਰ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸੁਝਾਅ ਦਿੱਤਾ ਗਿਆ ਹੋਵੇ, ਕੋਈ ਮੀਟਿੰਗ ਰੱਖੀ ਗਈ ਹੋਵੇ? ਮੀਟਿੰਗਾਂ ਰੱਖਦੇ ਜ਼ਰੂਰ ਹੈ, ਸਾਡੇ ਉਹ ਜਿਹੜੇ ਆਗੂ ਹੈਗੇ ਨੇ ਯੂਨੀਅਨ ਜਥੇਬੰਦੀ ਦੇ, ਉਹ ਇਸ ਬਾਰੇ ਜ਼ਿਆਦਾ ਜਾਣਦੇ ਨੇ। ਮੀਟਿੰਗਾਂ ਰੱਖਦੇ ਜ਼ਰੂਰ ਹੈ, ਪਰ ਮੀਟਿੰਗਾਂ ਵਿੱਚ ਕੋਈ ਮਸਲੇ ਹੱਲ ਨਹੀਂ ਕੀਤੇ ਜਾਂਦੇ। ਸਿਰਫ ਇਹੋ ਹੀ ਸਮਝਾਇਆ ਜਾਂਦਾ ਇਹ ਕਾਨੂੰਨਾਂ ਦੇ ਤੁਹਾਨੂੰ ਫਾਇਦੇ ਨੇ, ਐਮਐਸਪੀ ਲਾਗੂ ਰਹੇਗੀ, ਕਾਨੂੰਨ ਜਿਹੜੇ ਜ਼ਮੀਨਾਂ ਤੁਹਾਡੀਆਂ ਰਹਿਣਗੀਆਂ। ਜ਼ਮੀਨਾਂ ਤੇ ਪਹਿਲਾਂ ਵੀ ਸਾਡੀਆਂ ਹੀ ਨੇ, ਜ਼ਮੀਨਾਂ ਕਿਸੇ ਹੋਰ ਦੀਆਂ ਨਹੀਂ। ਤੇ ਜਿਹੜਾ ਸਾਡਾ ਉਹਦਾ ਸਾਨੂੰ ਫਾਇਦਾ ਕੀ, ਮਤਲਬ ਫਾਇਦਾ ਸਰਕਾਰ ਕੀ ਦੇ ਰਹੀ ਆ? ਸਾਡੀ ਜ਼ਮੀਨ ਸਾਡੇ ਕੋਲ ਹੈ, ਸਰਕਾਰ ਉਹਦਾ ਐਕਸਟਰਾ ਫਾਇਦਾ ਕੀ ਦੇ ਰਹੀ ਆ? ਕੁਝ ਵੀ ਨਹੀਂ। ਜੇ ਐਮਐਸਪੀ ਜਿਹੜੀ ਹੈਗੀ ਆ, ਵੇਖੋ ਅਸੀਂ ਜਾਣਦੇ ਆ ਸਰਕਾਰ ਕਹਿੰਦੀ ਆ ਲਾਗੂ ਰਹੇਗੀ ਤੇ ਕਾਨੂੰਨ ਬਣਾਓ ਕਿ ਜੋ ਵੀ ਇਸ ਚੀਜ਼ ਨੂੰ ਖਰੀਦਦਾ ਹੈ ਉਹ ਇਸ ਦਾਇਰੇ ਦੇ ਵਿੱਚ ਰਹਿ ਕੇ ਖਰੀਦੇ ਤੇ ਉਹਨੂੰ ਦਾਇਰੇ ਵਿੱਚ ਰਹਿ ਕੇ ਵੇਚੇ। ਜ਼ਰੂਰਤ ਤੋਂ ਜ਼ਿਆਦਾ ਜਦੋਂ ਸਟੋਰ ਕਰਕੇ ਆਪਣੀ ਮਨਮਰਜ਼ੀ ਨਾਲ ਉਹਦਾ ਰੇਟ ਲਾਗੂ ਨਾ ਕਰੇ। ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ ਮਤਲਬ ਕਿ ਸਰਕਾਰਾਂ ਕਹਿ ਰਹੀਆਂ ਨੇ ਮਤਲਬ ਕਿ ਐਮਐਸਪੀ ਲਾਗੂ ਜਿਹੜੀ ਰਹੇਗੀ ਤੇ ਇਹਦੇ ਕਾਨੂੰਨ ਦੇ ਦਾਇਰੇ 'ਚ ਲਿਆਉਣ, ਤੇ ਜਿਹੜੇ ਕਾਨੂੰਨ ਕਿਸਾਨਾਂ ਨੂੰ ਨਹੀਂ ਮਨਜ਼ੂਰ ਆਪਣੀ ਖੇਤੀ ਲਈ ਸਾਡੇ ਫਾਇਦੇ ਲਈ ਆ, ਸਾਨੂੰ ਉਹ ਫਾਇਦਾ ਨਹੀਂ ਮਨਜ਼ੂਰ ਤੇ ਉਹਨਾਂ ਨੂੰ ਰੱਦ ਕਰਨ। ਬਸ ਸਾਡਾ ਤੇ ਸਰਕਾਰ ਅੱਗੇ ਇੰਨੀ ਬੇਨਤੀ ਆ ਕਿ ਸਾਨੂੰ ਇਹ ਕਾਨੂੰਨ ਜਿਹੜੇ ਆ ਮਨਜ਼ੂਰ ਨਹੀਂ। ਸਾਨੂੰ ਪਤਾ ਕਿਉਂਕਿ ਵੇਖੋ ਅਸੀਂ ਵੇਖਿਆ ਆਲੇ ਦੁਆਲੇ ਜਿੰਨੇ ਸਾਡੇ ਸਰਕਾਰੀ ਅਦਾਰੇ ਨੇ ਜੇ ਉਹ ਪ੍ਰਾਈਵੇਟ ਅਦਾਰਿਆਂ ਵਿੱਚ ਬਦਲਦੇ ਨੇ ਤੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਨ ਦੀ ਲੋੜ ਨਹੀਂ ਹੁੰਦੀ, ਉਹ ਆਪਣੇ ਆਪ ਹੀ ਹੌਲੀ-ਹੌਲੀ ਖਤਮ ਹੋ ਜਾਂਦੇ। ਸਾਨੂੰ ਪਤਾ ਇੱਕ ਦਿਨ ਇਹ ਕਾਨੂੰਨਾਂ ਦੀ ਮਾਰ ਜੇਕਰ ਇਹ ਚਾਲੂ ਹੋ ਗਏ, ਇਹਨਾਂ ਦੀ ਮਾਰ ਹੌਲੀ-ਹੌਲੀ ਸਾਡੇ ਆਮ ਲੋਕਾਂ ਤੇ ਬਹੁਤ ਜ਼ਿਆਦਾ ਇਹਦਾ ਮਾੜਾ ਅਸਰ ਪਏਗਾ। ਇਸ ਕਰਕੇ ਅਸੀਂ ਚਾਹੁੰਦੇ ਹੀ ਨਹੀਂ ਇਹ ਕਾਨੂੰਨ ਜਿਹੜੇ ਆ ਸਾਡੇ
ਕਿਸਾਨਾਂ ਤੇ ਲਾਗੂ ਹੋਣ। ਤੁਸੀਂ ਕਿੰਨਾ ਟਾਈਮ ਤੋਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਬੈਠੇ ਹੋ? ਅਸੀਂ ਜਦੋਂ ਦੇ ਰੇਲਾਂ ਦੀਆਂ ਪਟੜੀਆਂ ਤੇ ਕਿਸਾਨ ਬੈਠੇ ਆ ਉਦੋਂ ਦੇ ਹੀ ਉਹਨਾਂ ਦਾ ਸਾਥ ਦੇ ਰਹੇ ਆ। ਅਸੀਂ ਕੁਝ ਕਾਫਲੇ ਜਾਂਦੇ ਨੇ ਘਰਾਂ ਨੂੰ ਤੇ ਉਸ ਤੋਂ ਬਾਅਦ ਕਾਫਲੇ ਭੇਜਦੇ ਆ ਤੇ ਜਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਸਾਡੇ ਕਾਫਲੇ ਇਦਾਂ ਹੀ ਆਉਂਦੇ ਰਹਿਣਗੇ। ਅਸੀਂ ਪੂਰਾ ਸਮਰਥਨ ਕਰਦੇ ਰਵਾਂਗੇ, ਸਾਡਾ ਏਕਾ ਬਰਕਰਾਰ ਰਹੇਗਾ ਤੇ ਅਸੀਂ ਜਿੱਤ ਹਾਸਲ ਕਰਕੇ ਹੀ ਆਪਣੇ ਘਰਾਂ ਨੂੰ ਜਾਵਾਂਗੇ। ਜਿਵੇਂ ਤੁਹਾਡੇ ਨਾਲ ਇੱਥੇ ਮਾਤਾ ਬੀਬੀਆਂ ਬੱਚੇ ਆਏ ਹੈ, ਬਹੁਤ ਸਾਰੀਆਂ ਦਿੱਕਤਾਂ, ਕੁਝ ਬਜ਼ੁਰਗ ਵੀ ਹੈ, ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਸਾਡੀਆਂ ਬਹੁਤ ਸਾਰੇ ਜਿਹੜੇ ਸਾਡੇ ਵੀਰ ਭਰਾ ਨੇ ਬਹੁਤ ਸੇਵਾ ਕਰ ਰਹੇ ਨੇ, ਸਾਨੂੰ ਅੰਨ ਪਾਣੀ ਦੀ ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ, ਪਰ ਫਿਰ ਵੀ ਤੁਸੀਂ ਸੋਚੋ ਕਿ ਔਰਤਾਂ ਔਰ ਬੱਚੇ ਨੇ, ਅਸੀਂ ਇਸ਼ਨਾਨ ਵੀ ਕਰਨੇ ਹੁੰਦੇ ਨੇ, ਅਸੀਂ ਜੰਗਲ ਪਾਣੀ ਵੀ ਜਾਣਾ ਹੁੰਦਾ, ਹਰ ਤਰ੍ਹਾਂ ਦੀ ਪ੍ਰੋਬਲਮ ਜੋ ਵੀ ਰੋਜ਼ਾਨਾ ਦੀ ਲਾਈਫ ਵਿੱਚ ਹੈ ਤੇ ਉਹਦੇ ਨਾਲ ਮੁਸ਼ਕਲਾਂ ਤੇ ਸਾਨੂੰ ਆਉਂਦੀਆਂ ਨੇ, ਪਰ ਅਸੀਂ ਇਹਨਾਂ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਕਿਉਂਕਿ ਅਸੀਂ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਤੇ ਮੁਸ਼ਕਲਾਂ ਨਾਲ ਲੜਨਾ ਸਾਨੂੰ ਉਹਨਾਂ ਨੇ ਸਿਖਾਇਆ ਹੈ ਤੇ ਅਸੀਂ ਇਹ ਮੁਸ਼ਕਲਾਂ ਨਾਲ ਲੜਾਂਗੇ ਤੇ ਆਪਣੀ ਜਿੱਤ ਹਾਸਲ ਕਰਾਂਗੇ। ਜੇ ਮੋਦੀ ਸਰਕਾਰ ਇਹ 3 ਕਾਲੇ ਕਾਨੂੰਨ ਹੈ ਇਹਨਾਂ ਉੱਤੇ ਨਾ ਸੁਝਾਅ ਦਿੰਦੀ ਹੈ ਤੇ ਨਾ ਉਹਨਾਂ ਨੂੰ ਰੱਦ ਕਰਦੀ ਹੈ ਤਾਂ ਅੱਗੇ ਦੀ ਤੁਹਾਡੀ ਕੀ ਰਣਨੀਤੀ ਹੋਊਗੀ? ਸਾਡੀ ਜੋ ਵੀ ਰਣਨੀਤੀ ਆ ਉਹ ਸਾਡੇ ਆਗੂ ਤੈਅ ਕਰਨਗੇ, ਪਰ ਅਸੀਂ ਉਹਨਾਂ ਆਗੂਆਂ ਦੇ ਜੋ ਵੀ ਰਣਨੀਤੀ ਤੈਅ ਕਰਨਗੇ ਉਹਨਾਂ ਮੁਤਾਬਕ ਇਹ ਅੰਦੋਲਨ ਸਾਡਾ ਜਾਰੀ ਰਹੇਗਾ, ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹਦਾ ਕੋਈ ਵੀ ਹੱਲ ਨਹੀਂ ਹੋ ਜਾਂਦਾ ਤੇ ਅਸੀਂ ਉਹਨਾਂ ਦਾ ਇਦਾਂ ਹੀ ਸਾਥ ਦਿੰਦੇ ਰਹਾਂਗੇ। ਤੇ ਆਰੋਪ ਲਗਾਏ ਜਾ ਰਹੇ ਨੇ ਕਿ ਸਿਆਸੀ ਪਾਰਟੀਆਂ ਹੈ ਜਿਹੜੀ ਉਹ ਤੁਹਾਨੂੰ ਭੜਕਾ ਰਹੀਆਂ ਨੇ, ਇਹ ਗੱਲ ਕਿੱਥੋਂ ਤੱਕ ਸੱਚ ਹੈ? ਦੇਖੋ ਅਸੀਂ ਤੇ ਪਹਿਲਾਂ ਹੀ ਮਤਲਬ ਇਹ ਚੀਜ਼ ਦਾ ਬਾਈਕਾਟ ਕੀਤਾ ਕਿ ਚਾਹੇ ਉਹ ਸਰਕਾਰ ਕਿਸੇ ਵੀ ਪਾਰਟੀ ਦੀ ਹੋਏ, ਅਸੀਂ ਪਾਰਟੀਆਂ ਦੇ ਨਾਲ ਨਹੀਂ ਆਉਣਾ, ਆਪਣੇ ਤੌਰ ਤੇ ਉਹ ਜਿੱਥੇ ਮਰਜ਼ੀ ਆਪਣਾ ਸਮਰਥਨ ਦੇ ਸਕਦੇ ਨੇ ਕਿਉਂਕਿ ਉਹ ਵੀ ਤੇ ਇਸੇ ਦੇਸ਼ ਦੀ ਜਨਤਾ ਹੈ, ਜਨਤਾ ਨੇ ਉਹਨਾਂ ਨੂੰ ਬਣਾਇਆ ਹੋਇਆ। ਪਰ ਅਸੀਂ ਤੁਸੀਂ ਵੇਖੋ ਇਹ ਆਲੇ ਦੁਆਲੇ ਝਾਂਤੀ ਮਾਰੋ, ਤੁਹਾਨੂੰ ਕਿਤੇ ਨਜ਼ਰ ਆਉਂਦਾ ਕਿ ਇਹ ਲੋਕ ਭੜਕਾਏ ਹੋਏ ਨੇ? ਇਹਨਾਂ ਦੀ ਅੰਦਰ ਆਤਮਾ ਜਿਹੜੀ ਆ ਉਹ ਇਹਨਾਂ ਦੀ ਜ਼ਮੀਰ ਦੀ ਆਵਾਜ਼ ਹੈ ਤੇ ਇਸ ਅੰਦੋਲਨ ਦਾ ਉਹ ਹਿੱਸਾ ਬਣੇ ਨੇ। ਇਹ ਕਿਸੇ ਦੇ ਭੜਕਾਏ ਹੋਏ ਨਹੀਂ, ਇਹਨਾਂ ਦੀ ਆਤਮਾ ਜਿਹੜੀ ਆ ਜਾਗਦੀ ਆ, ਜਿੰਦਾ ਆ। ਇਹ ਸੰਘਰਸ਼ ਜਿਹੜਾ ਜਿੰਦਾ ਜ਼ਮੀਰਾਂ ਵਾਲੇ ਲੋਕਾਂ ਦੀ ਮਿਸਾਲ ਹੈ ਤੇ ਇਹ ਕਿਸੇ ਦੇ ਭੜਕਾਏ ਹੋਏ ਲੋਕ ਨਹੀਂ, ਇਹ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਖੜੇ ਹੋਏ ਨੇ, ਇਸ ਸੰਘਰਸ਼ ਦਾ ਜਿਹੜਾ ਸਾਥ ਦੇ ਰਹੇ ਨੇ। ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਸਾਨੂੰ ਸਾਡੀਆਂ ਦਿੱਕਤਾਂ ਨਾਲੋਂ ਜ਼ਿਆਦਾ ਜ਼ਰੂਰੀ ਇਹ ਆ ਕਿ ਜਿਹੜੇ ਇੰਨੇ ਮਾੜੇ ਕਾਨੂੰਨ ਪਾਸ ਹੋਏ ਆ ਇਹਦੇ ਨਾਲ ਸਾਡੀ ਸਾਰੀ ਜ਼ਿੰਦਗੀ ਔਖੀ ਹੋਣ ਵਾਲੀ ਹੈ। ਇਸ ਕਰਕੇ ਅਸੀਂ ਇਹ ਮੁਸੀਬਤ ਹੈ ਜਿਹੜੀ ਇਹਨੂੰ ਹੱਸ ਕੇ ਜਰਦੇ ਪਏ ਆ ਕਿ ਜਿਹੜੀ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਲੰਬੇ ਸਮੇਂ ਲਈ ਮੁਸੀਬਤ ਪੈ ਰਹੀ ਹੈ, ਇਹ ਕਿਸ ਤਰ੍ਹਾਂ ਹੀ ਟਾਲ ਦਈਏ, ਇਹਨੂੰ ਖਤਮ ਕਰ ਦਈਏ ਤਾਂ ਕਿ ਸਾਡੇ ਬੱਚੇ ਸਾਨੂੰ ਲਾਮਾ ਨਾ ਦੇਣ ਵੀ ਸਾਡੇ ਵੱਡ ਵਡੇਰਿਆਂ ਨੇ ਸਾਡੇ ਲਈ ਕੋਈ ਯਤਨ ਨਹੀਂ ਕੀਤਾ। ਇਸ ਕਰਕੇ ਅਸੀਂ ਸਾਰਾ ਕੁਝ ਬਰਦਾਸ਼ਤ ਕਰਦੇ। ਜੇ ਸਰਕਾਰ ਇਹ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਹੈ ਤਾਂ ਤੁਹਾਡੇ ਅੱਗੇ ਦੇ ਕੀ ਮਤਲਬ ਤੁਹਾਡੀ ਆਪਦੀਆਂ ਕੀ ਨੀਤੀਆਂ ਹੋਣਗੀਆਂ ਕਿ ਤੁਸੀਂ ਅੱਗੇ ਕੀ ਕਰੋਗੇ? ਅਸੀਂ ਗਰਾਊਂਡ ਲੈਵਲ ਤੇ ਜਾ ਕੇ ਜਿਹੜੇ ਸਰਕਾਰ ਦੇ ਲੋਕ ਨੇ, ਬੀਜੇਪੀ ਨਾਲ ਜੁੜੇ ਹੋਏ ਲੋਕ ਨੇ, ਲੋਕਲ ਲੈਵਲ ਦੀ ਲੀਡਰਸ਼ਿਪ, ਅਸੀਂ ਉਹਨਾਂ ਨੂੰ ਕਨਵਿੰਸ ਕਰਾਂਗੇ ਤੇ ਉਹਨਾਂ ਨੂੰ ਇਹਨਾਂ ਲੋਕਾਂ ਨੂੰ ਮਜਬੂਰ ਕਰ ਦਿਆਂਗੇ ਕਿ ਇਹ ਆਪਣੇ ਕਾਨੂੰਨ ਵਾਪਸ ਲੈ ਲੈਣ, ਨਹੀਂ ਤੇ ਇੰਡੀਆ ਦੇ ਵਿੱਚ ਬੀਜੇਪੀ ਨਾਂ ਦੀ ਪਾਰਟੀ ਸੀ ਹੋ ਜਾਏਗੀ, ਉਹ ਅੱਗੇ ਲਈ ਕਦੇ ਇੱਥੇ ਨਜ਼ਰ ਨਹੀਂ ਆਏਗੀ। ਇਸ ਕਰਕੇ ਜਿਹੜੇ ਸਾਡੀ ਲੋਕਲ ਲੀਡਰਸ਼ਿਪ ਹੈ ਉਹ ਸਾਡੇ ਲਈ ਜਵਾਬਦੇਹ ਹੈ, ਅਸੀਂ ਉਹਨਾਂ ਤੋਂ ਸ਼ੁਰੂਆਤ ਕਰਾਂਗੇ। ਇਹ ਜੰਗ ਨੂੰ ਉੱਥੋਂ ਤੱਕ ਲੈ ਕੇ ਜਾਵਾਂਗੇ ਜਿੱਥੋਂ ਤੱਕ ਇਹ ਮੋਦੀ ਇਕੱਲਾ ਨਹੀਂ ਰਹਿ ਜਾਂਦਾ ਤੇ ਇਹਨੂੰ ਸਾਰਾ ਕੁਝ ਵਾਪਸ नहीं लेना। हम टिकरी बॉर्डर के मेन स्टेज के सामने हैं और यहाँ पर हम अर्जुन आर्य किसान नेता मध्य प्रदेश से बातचीत करते हैं। आइए हम उनसे बातचीत करते हैं। नमस्कार सर अपनी इंट्रो। मेरा नाम अर्जुन आर्य, मैं मध्य प्रदेश से आता हूँ। आप पर जो ये आरोप लगाए गए हैं ये कहाँ तक सत्य और कहाँ तक असत्य हैं, इसके बारे में कुछ बताएंगे? मेरे ऊपर आरोप नहीं लगाए, मेरे ऊपर तो शिवराज चौहान ने झूठे केस लगाए हैं और वो इसलिए लगाए हैं क्योंकि मैं यहाँ किसानों की लड़ाई लड़ रहा हूँ। मेरे बुजुर्ग माता पिता का क्या कसूर है? उनको 50-50 पुलिस के साथ वो मेरे घर पे छापा डालता है, मेरे घर वालों के ऊपर झूठा केस दर्ज करता है। मैं समझता हूँ ये लोकतंत्र की हत्या है और साथ ही मैं समझता हूँ ये किसानों को दबाने की एक बहुत बड़ी साजिश है जिसको हम कभी कामयाब नहीं होने देंगे। जो मोदी सरकार ने ये 3 कानून पास किए हैं इसके बीच में जितनी भी जो गलतियाँ हैं ये आपको लगता है कि कहीं ना कहीं किसानों को दबाने की कोशिश की जा रही है, उसके बारे में आप कुछ बताएंगे? देखिए ये
तीनों काले कानून जो है वो किसान विरोधी हैं, देश विरोधी हैं। और अब तो ये सरकार भी मान रही है कि इसमें है ना 1929 गलतियां हैं जिनको वो सुधारने के लिए तैयार हैं। लेकिन मैं समझता हूँ, हमारा ये मानना है कि ये तीनों काले कानून ये बिल्कुल देश विरोधी हैं, किसान विरोधी हैं। और हम जो किसान हैं, मैं समझता हूँ जब तक मोदी सरकार इनको पार्लियामेंट में सेशन बुलाकर इनको डिसमिस नहीं करती है, तब तक किसान इस आंदोलन को वापस नहीं लेगा। क्यों? क्योंकि हम देश के साथ हैं, किसानों के साथ हैं, और देश की बर्बादी हमारे जीते जी हम नहीं देख सकते हैं। इसलिए हमें मोदी सरकार के तीन काले कानून बर्दाश्त नहीं है। मोदी जी का कहना है कि जो ये सियासी पार्टियां हैं ये किसानों को भड़का रही हैं, उन्हें कानूनों को बदल कर बता रही हैं। इस पे आपका क्या कहना है? मोदी देश को गुमराह कर रहे हैं। राम का नाम लेकर वो जनता को ठगते हैं। जब पूरे देश की बात होती है तो वो हिंदू मुस्लिम करते हैं। हरियाणा में आते हैं तो जाट नॉन जाट का नारा देकर वो यहाँ पर सरकार बनाते हैं, लोगों में फूट डालते हैं। ये अंग्रेजों के दलाल हैं। यहाँ कोई पार्टी नहीं है, यहाँ किसान एक साथ खड़ा हुआ है। और देश का प्रत्येक किसान, मैं समझता हूँ आज यहाँ किसानों की लड़ाई लड़ने के लिए आया है, किसी के लिए वोट मांगने के लिए नहीं आया है। मोदी को शर्म करनी चाहिए, देश को पहले रखना चाहिए। अगर थोड़ी बहुत अगर देशभक्ति बची हो तो मैं समझता हूँ 3 काले कानून को मोदी सरकार को वापस लेना चाहिए। और अगर देशभक्ति समाप्त हो गई है तो मैं समझता हूँ मोदी सरकार को गद्दी छोड़ने के लिए तैयार रहना चाहिए। लेकिन मोदी जी का कहना है कि वो बैठकर आपसे बातचीत करना चाहते हैं, तो क्या सरकार की तरफ से कोई सुझाव या कोई मीटिंग बिठाई गई है आपके साथ? देखिए, आपने देखा है कई दफा किसानों को आमंत्रित किया कृषि मंत्री ने। कृषि मंत्री बेहद भ्रष्ट है और मोदी की कठपुतली है। और मोदी जो है अंबानी अडानी की कठपुतली है। वो तारीख पर तारीख दे रहे हैं लेकिन किसान को न्याय नहीं दे रहे हैं। और अब तो उन्होंने किसानों को बदनाम करने की पूरी साजिश रच चुके हैं। यही कारण है कि पूरे देश में वो अलग अलग वर्चुअल मीटिंग कर रहे हैं, बड़ी बड़ी सभाएं कर रहे हैं, जिसमें वो 3 काले कानून को देश में जायज ठहरा रहे हैं। मैं समझता हूं उनकी जो रणनीति है वो किसान आंदोलन को फेल करने की है। उनकी रणनीति मैं समझता हूं 3 काले कानूनों को हूबहू लागू करने की है, जिसको किसान कभी स्वीकार नहीं करेगा। हमारा संकल्प है 3 काले कानून या तो वापस हो, वरना किसान डटा रहेगा। और आने वाले समय में अगर ऐसा नहीं हुआ तो किसान संसद में हल चलाएगा, वहीं खेती करेगा। अगर मोदी सरकार ये 3 कानूनों को रद्द नहीं करती है तो इसके आगे की आपकी क्या रणनीति होगी? क्योंकि अभी तो किसान जो है वो शांतिपूर्ण बात करना चाहता है। अगर मोदी सरकार इन कानूनों को वापस नहीं लेती है तो अगला कदम क्या होगा किसानों का? राम मनोहर लोहिया जी ने कहा था कि जब सड़कें सूनी होती हैं तो संसद बेकाबू हो जाती है। और आज हमारा प्रधानमंत्री पिछले कई वर्षों से संसद के सड़कों के सूने होने के कारण बेकाबू हो गए थे। यही कारण है कि देश विरोधी 3 काले कानून वो लेकर आए हैं। लेकिन अब आप देख रहे हैं कि सड़कें भरी हुई हैं, लोग सड़कों पर ठसाठस भरे हुए हैं और देश में एक क्रांति आई हुई है जहां किसान इस आंदोलन के साथ खड़ा हुआ है। और यदि नरेंद्र मोदी जल्द नहीं समझे तो आने वाले समय में जनता जो है संसद की ओर कूच करेगी। तो तब ना प्रधानमंत्री रहेगा, ना गृह मंत्री रहेगा, ना भारतीय जनता पार्टी रहेगी, फिर किसानों का राज होगा। किसान एक बार पुनः लोकतंत्र की स्थापना करेगा, यह हमारा संकल्प है। थैंक यू सर। तो ये बात, बाबा जी कितना टाइम हो गया आपको यहाँ पे आए हुए? अभी महीना हो गया बेटे, महीना। आपको किस तरह की दिक्कतों का सामना करना पड़ रहा है यहाँ पे? कोई दिक्कत नहीं हैगी भाई। जब तक मोदी सरकार अपने कानूनों को रद्द नहीं करेगी आप तब तक नहीं जाएंगे यहाँ से? जाते नहीं भाई, रद्द करा के फिर जाएंगे। आपको यहाँ पे और कोई दिक्कत नहीं? जैसे कि यहाँ पर बुजुर्ग हैं और इतनी सर्दी पड़ रही है, आप अपने परिवारों को छोड़ के यहाँ पे बैठे हुए हैं। सर्दी भाई लगती नहीं है सर्दी। ये जो बाबा जी हैं ये हैंडीकैप्ड हैं और इसके बावजूद ये यहाँ पर अपने हकों को मनवाने के लिए यहाँ पर आकर बैठे हैं। तो सरकार को कुछ इनके बारे में सोचना चाहिए। ਅਸੀਂ ਪਾਤੜਾਂ ਬਲਾਕ ਪਟਿਆਲਾ ਜ਼ਿਲ੍ਹਾ ਪੰਜਾਬ ਸੇ। कितना टाइम हो गया ਤੁਹਾਨੂੰ ਇੱਥੇ ਆਏ? ਸਾਨੂੰ ਮਹੀਨਾ ਹੋ ਗਿਆ ਜੀ। ਹਾਂ ਜੀ, ਮਹੀਨਾ ਹੋ ਗਿਆ। ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਸਾਨੂੰ ਕੋਈ ਦਿੱਕਤ ਨਹੀਂ, ਅਸੀਂ ਰਾਤ ਨੂੰ ਪਾਣੀ ਲਾਉਂਦੇ ਉਹ ਤੋਂ ਕੋਈ ਔਖਾ ਨਹੀਂ ਹੈਗਾ। ਜਿਹੜਾ ਨਹਿਰ ਦਾ ਪਾਣੀ ਲਾਣਾ, ਠੰਡਾ ਲਾਣਾ, ਅਸੀਂ ਸਾਲ ਵੀ ਬੈਠੇ ਰਹਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਜੇ ਮੋਦੀ ਸਰਕਾਰ ਆਪਣੇ ਇਹ ਜਿਹੜੇ ਕਾਨੂੰਨ ਨੇ, ਕਾਲੇ ਕਾਨੂੰਨ, ਇਹਨਾਂ ਨੂੰ ਰੱਦ ਨਹੀਂ ਕਰਦੀ ਹੈ ਤਾਂ ਤੁਸੀਂ ਅੱਗੇ ਕੀ, ਤੁਹਾਡੀ ਰਣਨੀਤੀ ਹੈ, ਤੁਸੀਂ ਅੱਗੇ ਕੀ ਕਰੋਗੇ? ਸੰਘਰਸ਼ ਹੋਰ ਤੇਜ਼ ਕਰਾਂਗੇ, ਸੜਕਾਂ ਨੂੰ ਰੋਕਾਂਗੇ, ਬੰਦ ਕਰਾਂਗੇ, ਟ੍ਰੇਨਾਂ ਬੰਦ ਕਰਾਂਗੇ। ਤੁਹਾਡੇ ਪਰਿਵਾਰ ਜਿਹੜੇ ਹੈਗਾ ਉਹ ਘਰੇ ਹੈ ਤਾਂ ਤੁਹਾਨੂੰ ਮਹਿਸੂਸ ਵੀ ਹੁੰਦਾ ਹੋਊਗਾ ਕਿ ਪਰਿਵਾਰ ਦੇ ਵੱਲੋਂ ਤੁਹਾਡੇ ਜਿਹੜੇ ਘਰ ਦੇ ਆ ਉਹ ਤੁਹਾਨੂੰ ਇਹ ਕਹਿ ਰਹੇ ਆ ਕਿ ਤੁਸੀਂ ਉੱਥੋਂ ਜਿੱਤ ਕੇ ਆਓ? ਉਹ ਕਹਿ ਰਹੇ ਵੀ ਬਿਨਾਂ ਜਿੱਤੇ ਵਾਪਸ ਨਹੀਂ ਆਣਾ, ਜਿੱਤ ਕੇ ਆਓ, ਚਾਹੇ 2 ਦਿਨਾਂ ਨੂੰ ਆਓ, ਚਾਹੇ 2 ਸਾਲ ਨੂੰ ਆਓ। ਸਤਿ ਸ਼੍ਰੀ ਅਕਾਲ ਬਾਬਾ ਜੀ।
नमस्कार मैम। मैम आप यहाँ पर इतने टाइम से सेवा कर रहे हैं, तो यहाँ पे आपको किस तरह के पेशेंट मिल रहे हैं? कितनी तादाद में पेशेंट आ रहे हैं? बुजुर्ग, बच्चे और नौजवान पीढ़ी सब हैं। हम यहाँ पे 3-4 बार आ चुके हैं जी, ये मेरा चौथा कैंप है। और यहाँ पे मैंने देखा है कि शुगर के मरीज जो सबसे ज़्यादा, मेरे जो बुजुर्ग लोग हैं स्पेशली, उनको शुगर की बहुत ज़्यादा प्रॉब्लम है, हाइपरटेंशन की है। और जैसे बच्चे को ही है, मैंने देखा है थोड़ा सर्दी वगैरह लगी हुई है, जुकाम वगैरह हो रखा है बच्चों को, ये सबसे ज़्यादा प्रॉब्लम हमें देखने को मिल रही है। तो हम उसी के साथ रिलेटेड अभी जो मेडिसिन लेके आए, पिछले बार हम मिले थे तो उन्होंने, कईयों ने तो ऑर्डर भी कर रखा था हमें, तो हम नंबर वगैरह लेके गए थे उनके, और उसी नंबर पे हमने अभी अवेलेबल करवाई है मेडिसिन। आप किसी संस्था की तरफ से ये सेवा कर रहे हैं? नहीं जी, पंजाब एंड हरियाणा हाई कोर्ट है, वहाँ से हम उनकी टीम के साथ आए हैं। वैसे हम मेडिकल से ही हैं, मेडिकल। पंजाब हरियाणा हाई कोर्ट चंडीगढ़ के जो वकील हैं, आज हम उनसे बातचीत करते हैं कि मोदी सरकार के द्वारा जो ये 3 काले कानून पास किए गए हैं, उनके बारे में उनका क्या कहना है। नमस्कार सर। नमस्कार मैम। सर, मोदी सरकार द्वारा जो ये 3 काले कानून पास किए गए हैं, इसके बारे में आपका क्या कहना है? मैम, ये जो काले कानून हैं, जैसा कि मोदी सरकार सब जनता को दिखा रही है कि ये किसान के बड़े हित में है, उससे किसान अमीर हो जाएगा, ये टोटल बेवकूफ़ बनाने की प्रथा है। अगर आप बीजेपी के नेताओं के ट्वीट्स पढ़ोगे, बयान सुनोगे, वो क्या कहते हैं कि किसान के ऊपर जो 2% कर लगता है, 8% कर लगता है, वो ख़त्म हो जाएगा। ये किसी को ये नहीं बता रहे कि वो जो कर लगता है मंडी के अंदर, वो किसान तो देता ही नहीं है। वो FCI या FED या कन्फेड जो भी खरीदता है, वो कर तो बाहर के ऊपर लगता है, किसान तो उस कर से ऑलरेडी मुक्त है। और इनका अगला खेल क्या है कि अभी अंबानी और अदानी अगर आएंगे, वो पहले खेत में आएंगे तो MSP पे हमें ज़्यादा से ज़्यादा प्राइस दे देंगे फार्मर को, और फार्मर को ज़्यादा प्राइस मिलेगा, फार्मर मंडी जाना बंद कर देगा। जिस दिन फार्मर मंडी जाना बंद करेगा, मंडी फेल हो जाएगी, बंद हो जाएगी। मंडी बंद होते ही फिर अपनी जात पर आ जाएंगे, फिर ये उसका रेट आधा कर देंगे कि हम इससे ज़्यादा हम नहीं खरीदेंगे। इसकी दूसरी चीज़, किसान की एक मांग क्या है कि जो आपने नया कानून पास करा है, उसके अंदर आप MSP डाल दो, मिनिमम सपोर्ट प्राइस डाल दो। ये कहते हैं मिनिमम सपोर्ट प्राइस तो APMC एक्ट ऑलरेडी है, बट APMC एक्ट तो जब तक कारगर है जब तक मंडी चल रही है। जिस दिन मंडी बंद होगी उस दिन APMC एक्ट की कोई कीमत नहीं है। तो इसलिए या तो सरकार ये कानून वापस ले अपने, या इसमें वो बदलाव करे जो किसानों के हक में हो। लेकिन मोदी सरकार का कहना है कि वो बैठकर बात करना चाहते हैं, इन कानूनों के बारे में विस्तार से समझाना चाहते हैं, क्योंकि दूसरी जो राजनीतिक पार्टियां हैं वो किसानों को भड़का रही हैं, वो उनका प्रयोग कर रही हैं। मोदी सरकार का ये कहना है, तो उसके बारे में आप क्या कहना चाहेंगे? मैम, आपने यहाँ पे आप कितने टाइम से हो इस धरने पे? 4-5 घंटे से। आप दूसरे पे भी जाइए, आपको किसी भी कांग्रेस पार्टी का, किसी और पार्टी का कोई नेता दिखा यहाँ पे? आपको कोई गाड़ी दिखाई दी? जितने लोग 4 घंटों में जितना उन्होंने स्टेज पे बोला, आपकी किसी कोई भी भाषा में आपको राजनीति दिखाई दी? तो नहीं। मोदी सरकार कह रही हम बात करना चाहते हैं, बात कर तो नहीं रही ना। मना कौन कर रहा है उनको बात करने से? अब वहाँ अपने बंगलों से निकल नहीं रहे हैं, किसानों के पास आ नहीं रहे हैं, ना किसानों को अपने पास आने दे रहे हैं, तो बात कैसे होगी? सिर्फ ये बयान देने भर से बात हो जाएगी कि हम बात करना चाह रहे हैं। इस प्रकार से कॉरपोरेट की हिस्सेदारी की बात किसानों के साथ की जा रही है, क्या इतनी फेयर किसानों के साथ है सरकार? हमारी हिस्सेदारी भी उन कंपनियों में करने के लिए उतनी ही तैयार है जितनी हिस्सेदारी उनकी हम ज़मीन में करने के लिए तैयार हैं। बड़ा सिंपल सा सवाल है, ज़मीन हमारी, खेती हम कर रहे हैं, इनको तकलीफ़ क्या हो रही है? इनको तकलीफ़ क्या हो रही है कि इनका खून चूस के इनको बड़े बड़े लोगों को देना है। क्या हम भी अडानी की कंपनी में हिस्सेदारी ले सकते हैं? हम कहते हैं कि चिप्स का पैकेट जो 10 रुपए का बनता है, वो जब हम एक आलू इतना बड़ा लेते हैं, उससे 2 चिप्स के पैकेट बनते हैं। क्या जिम्मेदार का हिस्सा नहीं है उस पैकेट के अंदर? हम क्यों ये जो कंपनियां हैं यहाँ पर काम कर रही है, वो हिस्सेदारी क्यों नहीं डिवाइड करती? वो डिविडेंड के रूप में किसानों को क्यों नहीं देती? करनी है कॉन्ट्रैक्ट फार्मिंग इस तरह की कीजिए कि हमारा भी हिस्सा तय कीजिए, कि देश में कोई भी कंपनी जो रॉ मटेरियल किसानों से लेती है, उसको हिस्सेदारी सुनिश्चित करनी पड़ेगी कि कोई बात नहीं, रेट को आपको इतना मिलता है, उसके ऊपर से जो प्रॉफिट आएगा वो भी किसान के खाते में जाएगा। अब हो क्या रहा है, जो हमारा सामान है उस पे तो उसको दबाने का प्रयास किया जा रहा है। जो सामान हमारे से लेकर के उसको लाखों रुपए, करोड़ों रुपए का बिजनेस ये लोग कर रहे हैं, उसमें हमारी हिस्सेदारी क्यों नहीं है? जब तक हमारी हिस्सेदारी वहाँ तय नहीं होगी, मैं समझता हूँ कि तब तक किसान का भला हो ही नहीं सकता। इस गवर्नमेंट ने मैडम जय जवान जय किसान को जय धनवान भी साथ जोड़ दिया है। ये कानून बड़े रूम में, होटलों में बैठ के नहीं बनाए गए हैं। इनमें किसी किसान से ये पूछा गया कि हम आपके लिए कानून बना रहे हैं? किसानों को यही नहीं पता कि कानून क्या बना रहे हैं। कोरोना काल में होटलों में बैठ के इन्होंने कानून बना के दे दिया कि हमने कानून बनाया।
जब हम किसानों को कानून पसंद नहीं है, क्यों नहीं गवर्नमेंट इस कानून को वापस लेती? हमें कानून हमारे लिए, हमें पता है कि उसका क्या फ़ायदा है, क्या नुकसान है। हम कह रहे हैं कि आपके कानून से हमें नुकसान हो रहा है, वो कहते हैं फ़ायदा हो रहा है। वो बताएं तो हमें फ़ायदा क्या है। हमारी सरकार से यही गुजारिश है कि किसानों के साथ बैठ के बुला के उनको इतना तंग ना करें, उनके साथ बैठ के बात करें और हल निकालें। अगर कानून कहते हैं हमें कानून नहीं चाहिए ये, तो उसको वापस ले लें। कानून उद्योगपतियों के लिए तो नहीं है ना, कानून किसानों के लिए है। किसान कहता है मुझे पसंद नहीं है ये कानून, क्यों मेरे ऊपर ये काला कानून थोप रहे हो? इससे मैं मर रहा हूँ, मैं जी नहीं रहा हूँ। मैं अगर 10 रुपए की खर्चा लगाता हूँ, मैं 5 रुपए में थोड़ी बेच दूंगा उसको। अगर मुझे 10 का पीस नहीं मिलेगा, मैं मर जाऊंगा उसमें। ये बात लोग नहीं समझते, जो ऊपर होटलों में बैठे हैं, बड़े बड़े रूम में, आलीशान रूम में, कोठियों में बैठे हैं, इनको नहीं पता। ये इन्होंने कभी खेत में जाके नहीं देखा, किले का इनको नहीं पता, करम का इनको नहीं पता, इन लंबाई चौड़ाई का इनको नहीं पता, कितने मरले होते हैं ये बता दें। 10% तो अपने हमारे MP क्या होते हैं उसमें, 10 मरले। तो हमारी सरकार से यही प्रार्थना है कि हमारे बुजुर्ग जो अन्नदाता बैठे हैं, इनके साथ न्याय करें। राजा का काम होता है अपनी प्रजा को दुखी ना करे, उसके लिए सुखद कानून बनाए जिसमें वो जी सके, अपने बच्चों का पालन पोषण कर सके। ऐसा नहीं है कि 4% आदमियों के लिए आपने उनको, तुम अच्छी तरह होटलों में रहो, और एक आदमी जो मेहनत करता है उसको रेल से उठा के बस में, बस से घोड़े पे, घोड़े से गधे पे, और फिर इस रिक्शा पे उतार दिया इन लोगों ने। तो हमारी यही बात। थैंक यू सर। कहाँ से आए हैं? मेरे स्पर्धा है। यहाँ पर आपको आए कितना समय हो गया? 20 दिन हो गए पूरे। मोदी सरकार ने जो ये 3 काले कानून पास किए हैं, इन्हें रद्द करवाने के लिए आप यहाँ पर क्या क्या और अपनी तरफ से सेवाएं दे रहे हैं या देना चाहते हैं? या मोदी सरकार से क्या अपील करना चाहते हैं? मोदी सरकार तो या चावा हाँ, नहीं तो दे मैं ले उड़ा कि मैं कया नहीं, फिर धक्का कर लेंगे भी, और के सारा अभी इस तक गदो है को नहीं। थारो कहना है कि मोदी सरकार जो है जे बातें ने नहीं मानेगी, तो हम अपनी जितनी भी क्रांति है वे करके दिखाओगे। और गांठ बन जाए सारा सौदा की, जमानू दिल्लिया 3 बार टूटली, चौथी बार टूटेगी, कह दियो उनकी। ठीक है, आ जाएगी एक नई टेलीविजन में सारा है। हाँ जी, आ जाएगी। हाँ, कोई बुढ़े रो खोवेंगे तारा सारे बड़े। थैंक यू सर। नमस्कार सर। सर आपका नाम? मैं गंगाराज नाम है मेरा, गांव करोड़ा, जिला कैथल, और मैं जाट धर्मशाला कुरुक्षेत्र का जनरल सेक्रेटरी भी हूं, और जाट कॉलेज कैथल का डायरेक्टर भी हूं मैं। तो सरकार के द्वारा जो ये 3 काले कानून पास किए गए हैं, आप इन्हें रद्द करवाने के लिए किसानों का समर्थन करने के लिए आए? हम बिल्कुल, जो काले कानून इन्हें सरकार ने बगैर पूछे, बगैर किसानों के पूछे, बगैर मजदूरों के पूछे ये काले कानून बनाए हैं, हम इनका पुरजोर विरोध करते हैं और प्रधानमंत्री जी से अनुरोध करते हैं बड़े उससे कि आप किसानों की बात मानें। ये बहुत ज़रूरी है। आप कभी इस मुखालते में रह जाएं कि ये आंदोलन ख़त्म हो जाएगा, ये आंदोलन ख़त्म होने वाला नहीं है और बढ़ने वाला है। ये कल 10 दिन पहले ये आंदोलन पंजाब और हरियाणा के किसानों का था, आज ये आंदोलन हमारे पूरे भारत का बन गया है। और पहले कुछ जातियां थी, अब तो इसमें 36 बिरादरी का समर्थन मिल रहा है किसान यूनियन को। तो आप जो मोदी सरकार द्वारा जो ये 3 कानून पास किए गए हैं, अगर सरकार इन कानूनों को रद्द नहीं करती है, तो इसके बाद आपकी और अगली क्या कार्रवाई होगी? मैडम, सारे किसानों ने दिल्ली को चारों तरफ से घेर लिया है, इसमें कोई शक नहीं है। अगर 26 जनवरी तक वापस नहीं लिए बैठेंगे तो यहीं, लेकिन हम चाहे हमें कैसे भी जाना पड़े, हम लाल किले पे जाएंगे। तो आप मोदी सरकार से क्या अपील करना चाहते हैं कि उन्हें जल्दी से जल्दी इन कानूनों को रद्द करना चाहिए? बिल्कुल, मैं अभी अपील पहले भी की है और अब भी करता हूं कि प्रधानमंत्री जी से कहूँगा कि ये काले कानून वापस ले लो और ये किसान आगे तक आपका एहसानमंद रहेगा, मैं तो ये भी कहूँगा। थैंक यू सर। मेरा नाम सुदेश गोयत है, वाइफ ऑफ मेजर अजमेर सिंह गोयत। आप कितने टाइम से यहाँ पे हो? ये जिस दिन शुरू हुआ था उसके अगले दिन से मैंने शुरू किया था, तब से लगातार मैं यहीं पे हूँ। सुबह आती हूँ, शाम को चली जाती हूँ।
और जिस दिन इन्होंने भूख हड़ताल शुरू की थी, मैंने उस दिन भी मैं बिना खाना खाए घर से आई थी कि मैं भी आप लोगों के साथ बैठूंगी भूख हड़ताल पे। लेकिन उस दिन अकेली मैं महिला थी, तो इन्होंने कहा कि अगर महिलाओं रात में यहाँ रुकेंगी तो सिक्योरिटी का थोड़ा सा चिंता बनी रहेगी, इसलिए इन्होंने उस दिन परमिशन नहीं दी थी। तो मैंने नीचे बैठ के 5 बजे तक शाम को अपने भूख जारी रखी। अगले दिन भी मैंने ऐसे ही किया, लेकिन कल इन्होंने मुझे बताया कि मैडम आप कल बैठ सकती हैं भूख हड़ताल पे, और अनाउंस कर दिया कि अगर और कोई माताएं बहना बैठना चाहती हैं तो हमारी 11 बहनों का, काफ़ी बहनों के आए थे नंबर, तो लेकिन 11 बहनों को फिर मौका मिला यहाँ बैठने का। तो आप भूख हड़ताल पे बैठे हुए हैं अभी तक, कितने टाइम से खाना नहीं खाया आपने? हम सुबह 11 बजे बैठे हैं, कल रात को खाना खा के सोए थे हम लोग, और अगले दिन कल दिन में 11 बजे के बाद खाएंगे। पानी पी सकते हैं, लेकिन जब आप खाना नहीं खाते ना तो प्यास भी नहीं लगती, तो इसलिए बैठे हुए हैं। अभी अगर प्यास लगेगी तो कोई बहन को प्यास लगती है तो वो पी सकती है पानी, लेकिन आप खाली पेट होते हैं ना तो प्यास लगती नहीं है। आप किसानों के समर्थन में यहाँ पे आए हैं, तो जो सरकार ने 3 काले कानून पास किए हैं उसके बारे में आपका क्या कहना है? मैं ये कहूँगी कि देखो सरकार ने काले कानून ना, आप ये देखो धीरे धीरे ये जो मंडियाँ हैं इनको मंडियों को ख़त्म करना चाहती है सरकार। अगर मंडियाँ बंद हो जाएंगी तो फिर जैसे आज बिहार की हालत है ना, वही हालत पूरे देश की हो जाएगी। मंडियाँ तो होंगी नहीं, और बाहर पे MSP के रेट पे कोई खरीदेगा नहीं, तो मनचाहा रेट लगाएंगे जो उद्योगपति, मनचाहा रेट कंपनियाँ लगाएंगी, तो उससे हमारे भाई जो लागत आएगी खेत में उससे भी उतना भी उसका लागत उसको मिलेगी नहीं। तो धीरे धीरे ये, और दूसरा ये मैं कहूँगी कि जो भंडारण पर से रोक हटाई है सरकार ने, ये भी बहुत गलत किया है, वो किसानों के फेवर में नहीं है। किसान जब खेत में बीज बोता है तो वो उधार में लेके आता है, खाद लाता है तो उधार में लाता है, ट्रैक्टर की बुआई होती है तो भी उधार में कराता है, तो वो इंतज़ार करता है कि मेरी फसल जल्दी से पक के तैयार होए, मैं मंडी में बेचूं ताकि मैं अपना कर्जा उतार सकूं। तो किसान तो रख ही नहीं सकता अपनी ज़मीन का, वो अपने फसल का अनाज का भंडार कर ही नहीं सकता। तो ये साफ साफ काला बाजारी को बढ़ावा देने के लिए सरकार ने ऐसा किया है। ये बड़े बड़े उद्योगपति हैं, अंबानी है, इन्होंने तो बड़े बड़े गोदाम बना लिए पंजाब में, तो वो सिर्फ और सिर्फ उद्योगपतियों को फायदे के लिए ये कानून लाए हैं। ये किसान हितैषी कानून नहीं है। अगर किसानों की इतनी चिंता होती सरकार को, किसान कितने सालों से मांग रहे कि MSP लागू किया जाए, स्वामीनाथन आयोग की रिपोर्ट लागू की जाए, प्रधानमंत्री जी वो क्यों नहीं दे रहे? अगर किसान को ज़्यादा पता है या उन AC कमरों में बैठे उन नेताओं को ज़्यादा पता है? किसान को जो जिस चीज़ से फायदा हो किसान अच्छे से जानता है। किसान जमीन को देख के बता सकता है कि इसमें अभी पानी की ज़रूरत है या खाद की ज़रूरत है, वो लोग किताबों में पढ़ के बताते होंगे। उन नेताओं को तो ये भी नहीं पता कि जमीन गेहूँ कटा दराती से कटता है या फावड़े से कटता है, तो वो लोग हमारे भला सोचेंगे। किसान का खुद से अच्छा इंसान खुद भला सोच सकता है, ऐसा कोई नहीं सोच सकता। और किसान जो मांग रहे हैं वो ना देकर ज़बरदस्ती, जब लॉकडाउन था सारा देश बंद था, सब कुछ बंद था, कंपनी फैक्ट्री दुकानें सब बंद थी, एक कृषि तो बची थी जो सुबह से शाम तक किसान भाई खेतों में काम करते थे। जो शहरों में हमारे भाई बहन बंद थे लॉकडाउन में, हमारे किसान भाइयों की वजह से वो लोग जिंदा रहे। उन्होंने अनाज पहुंचाया खेतों शहरों तक, सब्जियां पहुंचाई, दूध पहुंचाया। तो मोदी सरकार चाहती है कि देश की जनता को गरीब बनाना चाहती है, 95% जनता को गरीब बनाना चाहती है। लॉकडाउन में सब कुछ उनके कंट्रोल में आ गया था, एक कृषि बची थी जो उनके कंट्रोल में नहीं थी। तो इनको लगा कि अब कृषि को भी कैसे भी करके इसको उद्योगपतियों के हाथों में सौंपना चाहती है। काले कानून जो लाई है हम उसको लागू नहीं होने देंगे, क्योंकि किसान के पास अगर ज़मीन नहीं रहेगी तो किसान कहाँ से रहेगा? किसान और कुछ बिजनेस नहीं कर सकता, दुकानें नहीं खोल सकता, और कोई नया काम नहीं कर सकता। किसान सिर्फ खेती पे निर्भर है, खेती के सहारे वो अपने गाय भैंस पालता है, जिससे वो अपने बच्चों को पढ़ा पाता है, स्कूल भेज पाता है। अगर हमारे पास खेती नहीं बचेगी तो हम गाय भैंस भी नहीं पाल पाएंगे, और गाय भैंस भी नहीं होगा तो हम किससे अपने बच्चों का गुजारा करेंगे? हम अपने बच्चों को तो स्कूल नहीं भेज पाएंगे, तो हमारे बच्चे अगर अनपढ़ रहेंगे, बेरोजगार रहेंगे, तो वो या तो वो भीख मांगेंगे या मजदूरी करेंगे, दो ही काम रहेंगे। सरकार चाहती है कि उद्योगपतियों के हाथों में कृषि दे के, अरे वो सस्ते मजदूर जो खेती किसान जो बिना ज़मीन के हो जाएंगे, बिना खेत के हो जाएंगे, वो सस्ते मजदूर उद्योगपतियों को देना चाहती है। अभी किसान जाग चुका है धीरे धीरे। किसान भले ही अनपढ़ है बट उसके बच्चे पढ़े लिखे हैं और धीरे धीरे जाग चुके हैं। और आज ये लड़ाई अकेले किसान की नहीं है, ये पूरे देश की लड़ाई है। अगर उद्योगपतियों के हाथों में कृषि आ गया
तो आज आटा अगर 30 रुपए किलो है, आने वाले समय में उद्योगपति 100 रुपए किलो आटा बेचेंगे। आज अब मैं ये बताऊं कि गेहूँ 20 रुपए किलो बिक रहा है, नमक का पैकेट उद्योगपतियों के अंडर में है, वो गेहूँ 17 रुपए किलो, नमक 20 रुपए किलो। तो अगर अनाज इनके हाथ में आ गया तो ये 100 से भी ज़्यादा रेट बढ़ाएंगे, तब हम कहाँ जाएंगे। टमाटर आज अब किसान से 2 रुपए किलो खरीदने को तैयार नहीं खेत से, और आप दिल्ली में जाके देखो 70 रुपए किलो टमाटर, 60 रुपए किलो टमाटर, वो ये आलू का भाव है। किसानों को तो मैं ये कहूँगी कि कोई भी सरकारें आई हैं, हमेशा किसानों को तो मारते ही जा रही हैं, गरीब बनाते जा रही हैं, किसानों को कभी न्याय नहीं मिला। मैं ये कहूँगी कि आज अब किसान जाग चुका है, और जो नहीं जागे हैं उनके लिए एक लाइन बोलना चाहूँगी, जाग रे किसान का मेरे जाग के दिखा, अपने और पराये को पहचान के दिखा, अपने अधिकार तुझे खुद लेने हैं, मांगने से मिले नहीं छीन लेने हैं। तो अभी हमें मौका आ गया है, टाइम आ गया कि अभी हमें अपने हक छीनने पड़ेंगे। और अभी माताएं बहनें भूख हड़ताल पे इसलिए आज बैठी हैं क्योंकि हम खेत में पुरुषों से कंधा मिलाकर खेत में काम करते हैं, घरों में भी गाय भैंस को भी संभालने में काम करते हैं। तो अगर भूख हड़ताल की बात है या सड़कों पे लड़ाई की बात है तो हम माताएं बहनें अपने भाइयों के कंधे से कंधे मिलाकर इसका सहयोग देंगे। और जब तक हम यहाँ डटे रहेंगे, जब तक ये 3 काले कानून रद्द नहीं कर देती सरकार। आपको यहाँ पर 1 महीने के लगभग हो चुका है आए हुए, तो आपने यहाँ पर देखा होगा कि कितने सारे बुजुर्ग, नौजवान पीढ़ी और माताएं आई हुई हैं। तो आपने किस तरह का माहौल देखा है, कितना उत्साह है, कितना आपको समर्थन दे रहे हैं, उसी से जो आपको जो इतनी पावर मिल रही है इस तरह से व्रत रखने की? बहुत ज़्यादा पावर मिल रही है। और अभी मैं ये कहूँगी कि शुरू में हमें जिस दिन ये शुरू हुआ था उस दिन हरियाणा की संख्या कम थी, थोड़ा सा कम थी, मुझे लगा कि हरियाणा की संख्या थोड़ी कम है। लेकिन जिस दिन खट्टर साहब ने बोला कि हरियाणा के किसान इस आंदोलन में साथ नहीं दे रहे, उसके बाद हमारे हर रोज़ किसानों की संख्या बढ़ती जा रही है। मैं ये कहूँगी कि महिलाओं की संख्या भी बढ़ती जा रही है। सिरसा से हमारी बहुत सारे जत्थे महिलाओं के आने शुरू हो गए, जींद से 2-3 ट्रालियाँ भर के 3 दिन पहले आई है, परसों हिसार से, सीसर खरबला हिसार में पड़ता है, हिसार से बहुत सारी ट्रालियाँ आई हैं। रोहतक से एक दिन छोड़ के एक दिन हमारी 3-4 ट्रालियाँ भर के माताएं बहनें आ रही हैं। कुरुक्षेत्र से बहनें आई, गुड़गांव से हमारी बहनें आ रही हैं। मैं ये कह रहा हूँ कि किसान तो आ ही रहे हैं, नारी शक्ति भी बहुत ज़्यादा आगे बढ़ चढ़ कर इसमें हिस्सा ले रही है। और जहाँ पे नारी शक्ति का साथ मिल जाए वहाँ जीत हमारी पक्की है। नारी को कमज़ोर ना समझें। नारी जब अपने पे आती है ना तो वो कहते हैं कि यमराज से भी अपने प्राणों को बचा लाती है। तो मोदी क्या चीज़ है। टिकरी ਬਾਰਡਰ ਤੋਂ ਸਿੱਧਾ ਲਾਈਵ ਇੱਥੇ ਨੌਜਵਾਨ ਪੀੜ੍ਹੀ ਵੀ ਆਈ ਹੋਈ ਹੈ ਤੇ ਆਈਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਨੌਜਵਾਨ ਪੀੜ੍ਹੀ ਇੱਥੇ ਆਈ ਹੋਈ ਹੈ ਉਹ ਕਿਸ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ, ਕਿਸ ਤਰ੍ਹਾਂ ਉਹਨਾਂ ਦਾ ਸਾਥ ਦੇ ਰਹੀ ਹੈ, ਕੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅੰਦਰ ਦਾ ਜਿਹੜਾ ਜਜ਼ਬਾ ਹੈ, ਕਿਹੜੀ ਤਾਕਤ ਉਹਨਾਂ ਨੂੰ ਅੰਦਰੋਂ ਇਹ ਦੱਸ ਰਹੀ ਹੈ ਕਿ ਅਸੀਂ ਆਪਣੇ ਕਿਸਾਨ ਭਾਈਆਂ ਲਈ ਕੁਝ ਨਾ ਕੁਝ ਕਰਨਾ ਹੈ। ਪਹਿਲੀ ਗੱਲ ਤਾਂ ਜਿਹੜੇ ਨੌਜਵਾਨ ਅਸੀਂ ਕਿਸਾਨ ਆਪਾਂ ਕਿਸਾਨਾਂ ਦੇ ਪੁੱਤਾਂਗੇ। ਪਹਿਲਾਂ ਨਾ ਜਿਹੜਾ ਪੰਜਾਬ ਬਦਨਾਮ ਕਰਕੇ ਸੀਗਾ ਵੀ ਇਹ ਉੜਦਾ ਪੰਜਾਬ ਨਸ਼ਿਆਂ 'ਚ ਪਈ ਹੋਈ ਹੈ ਮੰਡੀਰਾ, ਇਹ ਹੁਣ ਦੇਖ ਹੀ ਲੈਤਾ ਹੋਊਗਾ ਮੋਦੀ ਸਰਕਾਰ ਨੇ ਵੀ ਕਿੰਨਾ ਜਜ਼ਬਾ ਇਹਨਾਂ 'ਚ। ਅਸੀਂ ਆਪਦੀ ਤਾਂ ਉਹ ਕੌਮ ਆਂਗੇ, ਪੰਜਾਬੀ ਕੌਮ ਜਿਹੜੇ ਦੂਜਿਆਂ ਵਾਸਤੇ ਵੀ ਕਿਤੇ ਜਾ ਕੇ ਲੜਦੇ ਆਂਗੇ, ਕਿਤੇ ਕੋਈ ਭੀੜ ਪਵੇ ਪੰਜਾਬੀ ਮੂਹਰੇ ਖੜਦੇ ਆ। ਇੱਥੇ ਸਾਡੇ ਆਪਦੇ ਹੱਕਾਂ ਦੀ ਗੱਲ ਆ, ਤਾਂ ਕਰਕੇ ਸਾਰੀ ਜਿਹੜੇ ਪੰਜਾਬ ਦੇ ਨੌਜਵਾਨ ਵਰਗ ਹੈਗਾ ਸਾਰਾ ਆਪਦੇ ਪਿਓਾਂ ਨਾਲ, ਆਪਦੇ ਚਾਚੇ ਤਾਇਆਂ ਨਾਲ, ਆਪਦੀ ਜ਼ਮੀਨਾਂ ਵਾਸਤੇ ਡਟ ਕੇ ਖੜਾ ਗਾ। ਤੇ ਕੀ ਸੇਵਾ ਤੁਸੀਂ ਕੀਤੀ ਇੱਥੇ? ਜਿਵੇਂ ਕਿ ਅਸੀਂ ਵੇਖਿਆ ਰਸਤੇ 'ਚ ਆਉਂਦੇ ਹੋਏ ਬਹੁਤ ਸਾਰੇ ਲੰਗਰ ਲੱਗੇ ਹੋਏ ਹੈ, ਕੈਂਪ ਲੱਗੇ ਹੋਏ ਹੈ, ਤੇ ਤੁਹਾਡਾ ਤੁਸੀਂ ਕੀ ਸੇਵਾ ਕਰ ਰਹੇ ਹੋ? ਅਸੀਂ ਇੱਥੇ ਬਲਕਿ ਜਿਹੜੇ ਸਾਡਾ ਵਿੰਗ ਆ ਗਿਆ ISPB ਪੰਜਾਬ ਦਾ, ਸਾਡਾ ਯੂਥ ਦਾ ਬਣਿਆ ਹੋਇਆ ਜੀ। ਅਸੀਂ ਇੱਥੇ ਸਫਾਈ ਦਾ ਹੁੰਦਾ ਜਿੰਨਾ ਵੀ, ਬਲਕਿ ਜਿੰਨਾ ਡਸਟਬਿਨ ਵਗੈਰਾ ਹੋਇਆ ਸਾਰਾ ਹੀ ਸਾਫ਼ ਕਰਕੇ ਕੱਚ ਦੇ ਵਿੱਚ ਪਾਉਣੇ ਆ ਜੀ। ਇੱਥੇ ਜਿਹੜਾ ਮੇਨ ਉਦੇਸ਼ ਕਰ ਰਿਹਾ ਸਟੇਜ ਦੇ ਕੋਲੋਂ। ਮੋਦੀ ਜੀ ਨੇ ਜਿਹੜੇ 3 ਕਾਨੂੰਨ ਪਾਸ ਕੀਤੇ ਹੈ, ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਨਹੀਂ ਜੀ, ਇਹ ਬਾਰ-ਬਾਰ ਕਹਿ ਰਿਹਾ ਵੀ ਸਾਡੇ ਕਾਨੂੰਨ ਚੰਗੇ ਨੇ। ਕਾਹਦੇ ਵਾਸਤੇ ਚੰਗੇ ਨੇ? ਇਹਦੇ ਕਾਨੂੰਨ ਕਾਰਪੋਰੇਟ ਘਰਾਣਿਆਂ ਵਾਸਤੇ ਚੰਗੇ। ਇਹ ਕਹਿੰਦਾ ਤੁਸੀਂ ਸਟੋਰ ਕਰਕੇ ਰੱਖ ਲਓ ਵੀ ਬਾਅਦ 'ਚ ਵੇਚ ਲਿਆ ਕਰੋ। ਅਸੀਂ ਸਟੋਰ ਐਡੇ ਕਿੱਡੇ ਕੋ ਅਸੀਂ ਸਟੋਰ ਕਿੱਥੇ ਕਰ ਲਾਂਗੇ ਜੇ ਆਪਣੇ 2 ਦਿਨ ਦਾ ਮੰਡੀ 'ਚ ਫਸਲ ਵਿਕੇ ਨਾ। ਸਾਡੀ ਫਸਲ ਅਸੀਂ ਅੰਦਰ ਲਾਉਣੇ, ਉੱਤੋਂ ਬਾਰਿਸ਼ ਆ ਜੇ, ਇੰਨੀਆਂ ਤਰਪਾਲਾਂ ਵੀ ਢੱਕ ਲਈਏ, ਸਾਡੇ ਲਈ ਸਟੋਰ ਦਾ ਕੋਈ ਨਹੀਂ। ਇਹ ਕਹਿੰਦਾ ਬਾਹਰ ਜਾ ਕੇ ਮੰਡੀਆਂ 'ਚ ਵੇਚ ਲਓ। ਅਸੀਂ ਜੀ ਕਿੱਥੇ ਵੇਚ ਲਾਂਗੇ? ਸਾਨੂੰ 10-10 ਕਿਲੋਮੀਟਰ ਜੇ ਫਸਲ ਲੈ ਕੇ ਆਉਣੀ ਹੁੰਦੀ ਹੈ, ਲੋਕ ਗਵਾਂਢੀਆਂ ਦੀਆਂ ਟਰਾਲੀਆਂ ਵਗੈਰਾ ਮੰਗਣੀਆਂ ਪੈਂਦੀਆਂ ਨੇ ਵੀ ਅਸੀਂ ਫਸਲ ਲੈ ਕੇ ਆਣੀ ਆ। ਇਹ ਸਾਡੇ ਵਾਸਤੇ ਬਿਲਕੁਲ ਬੇਕਾਰ ਚੀਜ਼ ਹੈ ਜੀ। ਸਾਨੂੰ ਆਪਦਾ ਪਹਿਲਾਂ ਨਾਲ ਸਾਨੂੰ ਤਾਂ MSP ਦਾ ਸਾਡਾ ਮੌਜੂਦਾ ਚਾਹੀਦਾ ਹੈਗਾ। ਸਾਨੂੰ ਇਹ 3 ਕਾਲੇ ਕਾਨੂੰਨ ਅਸੀਂ ਵਾਪਸ ਕਰਕੇ ਆਵਾਂਗੇ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਗਟ ਸਿੰਘ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਡਿਸਟ੍ਰਿਕਟ ਫਿਰੋਜ਼ਪੁਰ। ਤੁਸੀਂ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹੋ
ਤੇ ਤੁਸੀਂ ਇੱਥੇ ਕਿਸਾਨਾਂ ਦੇ ਸਮਰਥਨ ਲਈ ਆਏ ਹੋ, ਤੁਹਾਡਾ ਕੀ ਕਹਿਣਾ ਹੈ? ਜਿਹੜੇ ਮੋਦੀ ਨੇ 3 ਕਾਨੂੰਨ ਪਾਸ ਕੀਤੇ ਉਹਨਾਂ ਬਾਰੇ ਤੁਹਾਡੀ ਕੀ ਰਾਏ ਹੈ? ਪਹਿਲਾਂ ਗੱਲ ਤਾਂ ਮੈਂ ਇਹ ਦੱਸਾਂ, ਸਮਰਥਨ ਨਹੀਂ, ਅਸੀਂ ਆਰਗੇਨਾਈਜ਼ ਕਰ ਰਹੇ ਹਾਂ, ਪ੍ਰਬੰਧ ਕਰ ਰਹੇ ਹਾਂ, ਕਿਉਂਕਿ ਪੰਜਾਬ ਦੇ ਅਹੁਦੇਦਾਰ ਅਸੀਂ, ਇਸ ਕਰਕੇ ਜਿੰਨੀਆਂ ਪੰਜਾਬ ਦੀਆਂ 31 ਜਥੇਬੰਦੀਆਂ ਪਾਰਟਿਸਿਪੇਟ ਕਰਨੀਆਂ ਉਹਨਾਂ ਦੇ ਇੱਕ ਅਸੀਂ 2 ਨੰਬਰ ਦੇ ਆਗੂ ਹਾਂ। ਔਰ ਜਿਹੜੇ ਅਸੀਂ ਜਥੇਬੰਦੀ ਦੇ ਤਿਆਰੀ ਕੀਤੀ ਹੈ, ਕਿਉਂਕਿ 5 ਜੂਨ ਨੂੰ ਇਹਨਾਂ ਆਰਡੀਨੈਂਸ ਜਾਰੀ ਕੀਤੇ, ਉਦੋਂ ਮਗਰੋਂ ਪੂਰੇ ਪੰਜਾਬ 'ਚੋਂ ਚੰਗਿਆੜੀ ਫੈਲੀ ਔਰ ਪੰਜਾਬ ਨੇ ਅਗਵਾਈ ਕੀਤੀ ਜਾਂਦੀ, ਪੂਰੇ ਦੇਸ਼ 'ਚ ਅਸੀਂ ਕਾਮਯਾਬ ਹੋਏ, ਸਾਡੀ ਜਿੱਤ ਆ, ਕਿਉਂਕਿ ਇਹਨੂੰ ਭਾਰਤ ਵਰਸ਼ ਦਾ ਅਸੀਂ ਪੂਰਾ ਅੰਦੋਲਨ ਬਣਾਉਣ 'ਚ ਕਾਮਯਾਬ ਹੋਏ, ਕਿਉਂਕਿ ਜਾਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਪੰਜਾਬ ਨੇ ਪਹਿਲਾਂ ਵੀ ਲੜੀ ਹੈ। ਅੰਗਰੇਜ਼ਾਂ ਨੂੰ ਕੱਢਣ 'ਚ 85% ਕੁਰਬਾਨੀਆਂ, ਹੁਣ ਜਿਹੜੇ ਕਾਲੇ ਕਾਨੂੰਨ ਆ ਇਹ ਵੀ ਮਾਰਗਦਰਸ਼ਨ ਪੰਜਾਬ ਕਰਨ ਡਿਆ, ਔਰ ਇਹ ਵੀ ਅਸੀਂ ਇੱਕ ਮਾਣ ਵਾਲੀ ਗੱਲ ਹੈ। ਦੂਜੇ ਨੰਬਰ ਤੇ ਸਰਕਾਰ ਦੇ ਨਾਲ ਸਾਡਾ ਜਿਹੜਾ ਸਿੱਧੀ ਟੱਕਰ ਹੈ, ਉਹਦੇ ਵਿੱਚ ਅਸੀਂ ਕਾਮਯਾਬ ਬਹੁਤ ਜ਼ਿਆਦੀਆਂ ਜਿਹੜੀਆਂ ਜਿੱਤਾਂ ਨਾ ਚਾਹੁੰਦਿਆਂ ਵੀ ਸਾਨੂੰ ਮਿਲ ਗਈਆਂ। ਪੰਜਾਬ ਦੇ ਉੱਤੇ 2 ਟੈਗ ਲੱਗੇ ਸੀ, ਕਹਿੰਦੇ ਸੀ ਪੰਜਾਬ ਦੇ ਨੌਜਵਾਨ ਨਸ਼ਈ ਹੋ ਗਏ ਆ, ਇਹ ਖਾਲ ਨਹੀਂ ਟੱਪ ਸਕਦੇ, ਨਿਸਪੁੰਨ ਹੋ ਗਏ ਆ। ਪੰਜਾਬ ਨੇ ਸਾਬਤ ਕਰਤਾ ਵੀ ਪੰਜਾਬ ਦੇ ਨੌਜਵਾਨਾਂ 'ਚ ਉਹ ਜਿਹੜਾ ਬਾਬੇ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਮੇਰੇ ਸਾਹਿਬ ਕਮਾਲ 10ਵੇਂ ਪਾਤਸ਼ਾਹ ਦਾ ਖੂਨ ਮੌਜੂਦ ਹੈ। ਦੂਜੇ ਨੰਬਰ ਤੇ ਸਾਨੂੰ ਇਹ ਟੈਗ ਲਾਉਂਦੇ ਸੀ ਇਹ ਖਾਲਿਸਤਾਨ ਮੰਗਦੇ ਆ, ਇਹ ਇੱਕ ਫਿਰਕੇ ਨੂੰ ਸੰਬੰਧਿਤ ਨੇ, ਉਹ ਵੀ ਅਸੀਂ ਉਸ ਗੱਲ 'ਚ ਜਾਤੀ ਪਾਤੀ ਤੇ ਜਮਾਤੀ ਇਹਨੂੰ ਅੰਦੋਲਨ ਬਣਨ ਤੋਂ ਰੋਕਿਆ, ਕਿਉਂਕਿ ਤੁਸੀਂ ਦੇਖ ਸਕਦੇ ਹੋ ਪੂਰੇ ਭਾਰਤ ਵਰਸ਼ ਦੇ ਜਿਹੜੇ ਕਿਸਾਨ ਆ ਉਹ ਇੱਥੇ ਬੈਠੇ ਆ। ਅਸੀਂ ਰਾਜਨੀਤਿਕ ਨਾਲ ਨਹੀਂ ਇਹਨੂੰ ਜੁੜਨ ਦਿੱਤਾ, ਕਿਸੇ ਫਿਰਕੇ ਨਾਲ ਨਹੀਂ ਜੁੜਨ ਦਿੱਤਾ। ਇਹ ਸਾਡੀਆਂ ਜਿੱਤਾਂ ਨੇ, ਕਿਉਂਕਿ ਜਿੱਤ ਵੱਲ ਅਸੀਂ ਵੱਧ ਰਹੇ ਹਾਂ, ਕਿਉਂਕਿ ਜਿੰਨੀ ਮੈਂ ਸਮਝਣਾ ਜਿੰਨੇ ਵੱਡੇ ਪੱਧਰ ਤੇ ਭਾਰਤ ਵਰਸ਼ ਤੋਂ ਕਿਸਾਨਾਂ ਨੇ ਦਿੱਲੀ ਨੂੰ ਘੇਰਾ ਪਾਇਆ, ਜ਼ਿਆਦਾ ਦੇਰ ਦਿੱਲੀ ਸਾਡੇ ਅੱਗੇ ਟੇਕ ਨਹੀਂ ਸਕੇਗੀ। ਇਸ ਕਰਕੇ ਬਹੁਤ ਵੱਡੀਆਂ ਅਸੀਂ ਇਹਨਾਂ ਵਿੱਚੋਂ ਨਾ ਚਾਹੁੰਦੇ ਹਾਂ ਜਿਹੜੀਆਂ ਜਿੱਤਾਂ ਸੀ ਉਹ ਸਾਨੂੰ ਮਿਲ ਗਈਆਂ ਨੇ, ਔਰ ਅੱਗੇ ਚੜ੍ਹਦੀ ਕਲਾ ਬੜੇ ਬੁਲੰਦ ਹੌਸਲੇ ਨਾਲ ਅਸੀਂ ਇਹ ਲੜਾਈ ਲੜਨੇ ਆ। ਅੱਜ ਸਾਨੂੰ 1 ਮਹੀਨਾ ਤੇ 1 ਦਿਨ ਦੂਜੇ ਮਹੀਨੇ 'ਚ ਅਸੀਂ ਪ੍ਰਵੇਸ਼ ਕਰ ਗਏ ਹਾਂ। 1 ਮਹੀਨਾ ਤੇ 31 ਦਿਨ ਹੋ ਗਏ ਜੀ ਸਾਨੂੰ ਅੱਜ, ਤੇ ਦੂਜੇ ਮਹੀਨੇ 'ਚ ਚੜ੍ਹਦੀ ਕਲਾ, ਕਿਉਂਕਿ ਜਿਸ ਦਿਨ ਅਸੀਂ ਇੱਥੇ ਜਾਮ ਲੱਗਾ ਸੀ ਸਾਨੂੰ ਇਹਨਾਂ ਰੋਕਿਆ। ਹੁਣ ਸਰਕਾਰ ਕਹਿੰਦੀ ਸਰਕਾਰ ਜਾਮ ਲੈ ਕੇ ਬੈਠੇ ਆ। ਐਲਾਨੀਆ ਤੌਰ ਤੇ ਪੰਜਾਬ 'ਚੋਂ ਅਸੀਂ ਐਲਾਨ ਕਰਕੇ ਤੁਰੇ 26 ਤੇ 27 ਤਰੀਕ ਨੂੰ ਅਸੀਂ ਦਿੱਲੀ ਦਾ ਜਿਹੜਾ ਪ੍ਰੋਟੈਸਟ ਕਰਾਂਗੇ। ਪਹਿਲਾਂ ਰਾਮਲੀਲਾ ਗਰਾਊਂਡ ਦੀ ਇਹਨਾਂ ਮਨਜ਼ੂਰੀ ਦਿੱਤੀ, ਫਿਰ ਉਹਨੂੰ ਕੈਂਸਲ ਕੀਤਾ, ਕਿਉਂਕਿ ਹਿੰਦੁਸਤਾਨ ਦੇ ਅਸੀਂ ਇੱਕ ਸਟੇਟ, ਸਾਡੀ ਪੰਜਾਬ ਸਟੇਟ ਹਿੰਦੁਸਤਾਨ ਦੀ ਹੈ ਨਾ, ਸਾਡਾ ਡੈਮੋਕ੍ਰੇਸੀ 'ਚ ਅਧਿਕਾਰ ਨਹੀਂ ਪ੍ਰੋਟੈਸਟ ਕਰਨ ਦਾ, ਕਰ ਸਕਦੇ ਹਾਂ, ਸਾਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ। ਹਰਿਆਣੇ 'ਚ ਪ੍ਰਵੇਸ਼ ਕੀਤਾ, ਇੰਨੇ ਹੈਵੀ ਵਾਟਰ ਕੈਨਨ ਦੀ ਵਰਤੋਂ, ਅਥਰੂ ਗੋਲਿਆਂ ਦੀ ਵਰਤੋਂ, ਮੈਂ ਸਮਝਣਾ ਕਿਸੇ ਵਿਰੋਧੀ ਮੁਲਕ ਦੇ ਨਾਗਰਿਕ ਨਾਲ ਵੀ ਏਡਾ ਵੱਡਾ ਜਿਹੜਾ ਭੈੜਾ ਜਿਹੜਾ ਵਰਤੀਰਾ ਨਹੀਂ ਕੀਤਾ ਗਿਆ। ਕੋਬਰਾ ਤਾਰ ਲਾਈ ਗਈ, ਹਜ਼ਾਰਾਂ ਦੀ ਸਿਆਲ ਦੇ ਵਿੱਚ ਐਡੇ ਵੱਡੇ ਹੈਵੀ ਪੱਧਰ ਤੇ ਸਾਡੇ ਤੇ ਵਾਟਰ ਕੈਨਨ, ਹਜ਼ਾਰਾਂ ਦੀ ਹਿਸਾਬ ਤੇ ਸਾਡੇ ਦੇ ਅਥਰੂ ਗੈਸ ਮਾਰੇ। ਪਰ ਮੈਂ ਵਧਾਈ ਦੇਣਾ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਾਰੇ ਬੈਰੀਕੇਡ ਜਿਹੜੇ ਇਹਨਾਂ ਦੇ ਪਾਸੇ ਕਰਕੇ ਸੜਕਾਂ ਪੁੱਟਤੀਆਂ, ਬੈਰੀਕੇਡ ਪੱਥਰ ਲਾ ਦਿੱਤੇ, ਉਹ ਕਰਕੇ ਅਸੀਂ ਦਿੱਲੀ ਦੀ ਚੌਕੜ ਦੇ ਉੱਤੇ ਆਣ ਕੇ ਬੈਠ ਗਏ। ਹੁਣ ਇਹ ਗੱਲ ਕਹਿ ਰਹੇ ਆ ਵੀ ਸਰਕਾਰ ਕਿਸਾਨਾਂ ਨੇ ਰੋਕ ਲਾਈ, ਕਿਸਾਨ ਤਾਂ ਅੱਜ ਵੀ ਪ੍ਰੋਟੈਸਟ ਕਰਨ ਨੂੰ ਤਿਆਰ ਆ, ਸਾਨੂੰ ਦੇ ਦੇਣ ਰਸਤਾ, ਅਸੀਂ ਜੰਤਰ ਮੰਤਰ ਜਾਣ ਨੂੰ ਤਿਆਰ ਆ। ਦੂਜੇ ਨੰਬਰ ਤੇ ਨੀਅਤ ਔਰ ਨੀਤੀ 'ਚ ਫਰਕ ਹੈ ਸਰਕਾਰ ਦੇ। 5 ਵਾਰ ਡਿਬੇਟ ਹੋ ਗਈ ਹੈ, ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਗਈ, ਕਿਉਂਕਿ ਸਾਫ਼ ਮਾਨ ਨਾਲ ਜਦੋਂ ਗੱਲ ਕਰਨਗੇ ਉਦੋਂ ਸਰੇ ਲੱਗ ਜਾਏਗੀ। ਟੇਬਲ ਟਾਕ ਤੇ ਅਸੀਂ ਨਹੀਂ ਭੱਜਾਂਗੇ, ਮੰਨ ਗਏ, ਕਹਿੰਦੇ ਅਸੀਂ ਕਾਨੂੰਨ ਸਹੀ 18 ਮੱਦਾ ਮੰਨ ਗਏ, ਕਹਿੰਦੇ ਗਲਤ ਆ। ਹੁਣ ਉਹਦੇ 'ਚ ਕੀ ਰਹਿ ਗਿਆ ਜੀ, ਦੱਸੋ, ਕੋਈ ਰਹਿ ਗਈ ਗੱਲ? ਤੇ 18 ਮੱਦਾ ਗਲਤ ਹੋ ਗਿਆ। ਹੁਣ ਕਹਿੰਦੇ ਜੀ ਸਾਡੀ ਇੱਜ਼ਤ ਦਾ ਸਵਾਲ ਹੈ, ਜੋ ਮਰਜ਼ੀ ਲਿਖ ਕੇ ਪਾ ਲਓ, ਜਿਹੜੀਆਂ ਨਹੀਂ ਮੰਗਾਂ ਉਹ ਵੀ ਲਿਖ ਲਓ, ਪਰ ਕਾਨੂੰਨ ਰਹਿਣ ਦਿਓ, ਡੱਬਾ ਖਾਲੀ। ਸਾਡਾ ਗ੍ਰਹਿ ਮੰਤਰੀ ਪਤਾ ਕੀ ਕਹਿ ਰਿਹਾ ਜੀ, ਕਾਨੂੰਨ ਨੂੰ ਤੁਸੀਂ ਖਾਲੀ ਡੱਬਾ ਬਣਾ ਲਓ, ਇਹਦੇ 'ਚ ਲਿਖ ਕੇ ਪਾ ਲਓ। ਤੇ ਖਾਲੀ ਡੱਬਿਆਂ ਤੇ ਕੀ ਵੈਲਿਊ ਹੁੰਦੀ ਹੈ? ਰੂੜੀ ਤੇ ਹੁੰਦੀ, ਉਹਦੀ ਵੈਲਿਊ ਰੂੜੀ ਤੇ ਸੁੱਟ ਦਿਓ, ਕਾਨੂੰਨ ਨਵਾਂ ਬਣਾ ਦਿਓ। ਅਸੀਂ ਇਨਸ਼ੋਰਡ MSP ਕਾਨੂੰਨ ਤੋਂ ਬਿਨਾਂ ਮਾਨਤਾ ਲੈਣ, ਕਿਉਂਕਿ ਹਿੰਦੁਸਤਾਨ 'ਚ 23 ਫਸਲਾਂ ਦੀ MSP ਦਿੰਦੇ ਆ, ਦਿੰਦੇ ਕਿੰਨੀਆਂ ਤੇ ਆ? ਉਹ ਵੀ ਤਾਂ ਕਾਨੂੰਨੀ ਹੈ ਨਾ, ਕਿਉਂ ਨਹੀਂ ਦਿੰਦੇ? ਸਾਰੇ ਦੇਸ਼ ਦੇ ਕਿਸਾਨ ਆ, ਦਾਲਾਂ ਤੇ ਨਹੀਂ ਦਿੰਦੇ, ਨਰਮੇ ਤੇ ਨਹੀਂ ਦਿੰਦੇ, ਮੱਕੀ ਤੇ ਨਹੀਂ ਦਿੰਦੇ, ਬੜੀਆਂ ਫਸਲਾਂ, ਸੋਆਬੀਨ ਤੇ ਨਹੀਂ ਦਿੰਦੇ, ਸਰਸੋਂ ਨਹੀਂ ਦਿੰਦੇ, ਕਿੰਨੀਆਂ ਫਸਲਾਂ ਨੇ ਦਿੰਦੇ, ਇਕੱਲੇ ਸਿਰਫ ਕਣਕ ਤੇ ਝੋਨੇ ਤੇ ਦਿੰਦੇ ਆ ਨਾ, ਬਾਕੀ ਉਹ ਨਹੀਂ ਅੱਗੇ ਕਾਨੂੰਨ ਅੱਗੇ ਨਹੀਂ ਦਿੰਦੇ। ਹੁਣ ਕਿਵੇਂ ਦੇਣਗੇ? ਕਾਲੇ ਕਾਨੂੰਨ ਬਣਾ ਕੇ ਸਾਡੇ ਤੇ ਲਾਤੇ, ਕਾਰਪੋਰੇਟ ਘਰਾਣਿਆਂ ਨੂੰ ਬੜਾਵਾ, ਕਹਿੰਦੇ ਜੀ ਕੰਟੈਕਟ ਫਾਰਮਿੰਗ, ਸਿਰਫ 1 ਸਾਲ ਜਾਂ 2 ਸਾਲ ਸਾਨੂੰ ਵੱਧ ਰੇਟ ਦੇ ਦੇਣਗੇ, ਮੁੜ ਕੇ ਰੋਲ ਕੇ ਮਾਰ ਦੇਣਗੇ ਸਾਨੂੰ, ਸਾਡੀਆਂ ਜ਼ਮੀਨਾਂ ਖੋਹ ਲੈਣਗੇ। ਸਾਨੂੰ ਪਤਾ ਅਸੀਂ ਇਹ ਆਪਦੇ ਵਾਸਤੇ ਲੜਾਈ ਨਹੀਂ, ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਾਡੀ ਆਰ ਭਰ ਦੀ ਲੜਾਈ ਆ। ਇਹਦੇ 'ਚ ਲੜਾਈ ਦਾ ਸ਼ਬਦ ਨਹੀਂਗਾ, ਸਾਡੇ ਢਿੱਡ ਵਾਸਤੇ, ਪੀੜ ਵਾਸਤੇ ਲੜਾਈ, ਕਿਉਂਕਿ ਅਸੀਂ ਬੱਚਿਆਂ ਆਪਦਿਆਂ ਵਾਸਤੇ ਲੜ ਰਹੇ ਆ, ਆਪਦੀ ਜਨਮ ਭੂਮੀਆਂ ਵਾਸਤੇ ਲੜ ਰਹੇ ਆ,
ਕਿਉਂਕਿ ਏਡੇ ਵੱਡੇ ਕਾਰਪੋਰੇਟ ਜਦੋਂ ਤੁਸੀਂ ਧਿਆਨ ਨਾਲ ਪੜੋਗੇ ਨਾ ਜਿਹੜਾ ਇਹਨਾਂ ਨੇ ਆਰਡੀਨੈਂਸ ਉਹ ਐ ਲੱਗਦਾ ਜਿਵੇਂ ਕਿਸੇ ਕਾਰਪੋਰੇਟ ਘਰਾਣੇ ਦੇ ਸੀਏ ਨੇ ਲਿਖਿਆ, ਉਹਦੇ 'ਚ ਕਿਸਾਨਾਂ ਦਾ ਕੋਈ ਇੱਕ ਭਲਾਈ ਨਹੀਂ। ਇਸ ਕਰਕੇ ਵੱਡੇ ਪੱਧਰ ਤੇ ਤਿਆਰੀ ਹੈ, ਲੜਨ ਵਾਸਤੇ ਆਏ ਆ। ਜੰਗ ਜਿਹੜੀ ਇਹ ਅਸੀਂ ਲੜਦੇ ਰਵਾਂਗੇ। ਇਹ ਸਰਕਾਰ ਦਾ ਪਹਿਲੀ ਰਣਨੀਤੀ ਹੁੰਦੀ ਹੈ ਵੀ ਇਹਨਾਂ ਨੂੰ ਲੰਮਾ ਕਰਕੇ ਘਸਾ ਦਿਓ ਇਹਨਾਂ ਨੂੰ, ਔਰ ਭੱਜ ਜਾਣਗੇ, ਮੁੜ ਜਾਣਗੇ। ਪਰ ਪੰਜਾਬ ਵਾਲੇ ਨੇ ਕਿਵੇਂ ਮੁੜ ਜਾਣਗੇ? ਕਿਉਂਕਿ ਅਸੀਂ ਜਾਨ ਤਾਂ ਸਾਡੀ ਚਲੀ ਜਾਵੇ। ਹਾਂ, ਆਜ਼ਾਦੀ ਦੇਣ ਵਾਸਤੇ ਕੁਰਬਾਨੀ ਕਰਨੀ ਪੈਂਦੀ ਹੈ। ਕੋਈ ਵੀ ਕਾਲਾ ਕਾਨੂੰਨ ਵਾਪਸ ਕਰਨ ਵਾਸਤੇ ਆਜ਼ਾਦੀ ਖੂਨ ਮੰਗਦੀ ਹੈ। 40 ਕਿਸਾਨ ਅਸੀਂ ਆਪਦੀ ਬਲੀ ਦੇਤੀ। ਰੋਜ਼ ਡੈੱਡ ਬੋਡੀਆਂ 2 ਸਾਡੀਆਂ ਪੰਜਾਬ 'ਚ ਜਾਂਦੀਆਂ ਨੇ। ਕੀ ਗੱਲ ਦੱਸੋ, ਸਾਡੇ 'ਚ ਜਾਨ ਨਹੀਂ? ਸਾਡੀਆਂ ਮਾਵਾਂ ਬੇਟੀਆਂ ਇੱਥੇ ਰੁਲਦੀਆਂ ਫਿਰਦੀਆਂ, ਸਾਡੇ ਬੱਚੇ ਰੁਲੀ ਜਾਂਦੇ ਆ, ਅਸੀਂ ਰੁਲ ਰਹੇ ਆ। ਇਹਨਾਂ ਨੂੰ ਲੱਗਦਾ ਕਿਸਾਨ ਸ਼ੌਕ ਨਾਲ ਆਏ ਲੰਗਰ, ਸਾਡੇ ਲੰਗਰਾਂ ਤੇ ਕ੍ਰਿਸਚਨ ਲੱਗ ਗਿਆ। ਮੈਂ ਲੰਗਰਾਂ ਦਾ ਦੱਸਣਾ ਚਾਹੁੰਦਾ, ਜਦੋਂ ਕਰੋਨਾ ਨਾਲ ਮਰ ਚੱਲਿਆ ਸੀ, ਦੇਸ਼ ਡੁੱਬ ਚੱਲਿਆ ਸੀ, ਉਦੋਂ ਅਸੀਂ ਗੁਰਦੁਆਰਿਆਂ 20-20 ਲੱਖ ਬੰਦੇ ਨੂੰ ਲੰਗਰ ਛਕਾਇਆ। ਉਦੋਂ ਫੰਡਿੰਗ ਦਾ ਨਹੀਂ ਚੇਤਾ ਆਇਆ ਕਿੱਥੋਂ ਆਇਆ। ਅੱਜ ਕਹਿੰਦੇ ਫੰਡਿੰਗ ਆ ਰਹੀ ਹੈ ਇਹਨਾਂ ਨੂੰ ਇਹ ਪਾਕਿਸਤਾਨ ਤੋਂ ਸਹਾਇਤਾ ਆ ਰਹੀ ਹੈ, ਇਹਨਾਂ ਨੂੰ ਚਾਈਨਾ ਤੋਂ ਆ ਰਹੀ ਹੈ। ਅੱਜ ਸਾਡੇ ਲੰਗਰਾਂ ਤੇ ਕ੍ਰਿਸਚਨ, ਜੇ ਅਸੀਂ ਦਸਤਾਰਬੰਦ ਸਾਡੇ ਕਹਿੰਦੇ ਖਾਲਿਸਤਾਨੀ ਆ ਗਏ। ਹੁਣ ਤਾਂ ਪੂਰਾ ਹਿੰਦੁਸਤਾਨ ਕਹਿੰਦਾ ਅਸੀਂ ਖਾਲਿਸਤਾਨੀ। ਹੁਣ ਕਿਹਨੂੰ ਰੋਕਣਗੇ? ਕਿੰਨੀ ਜ਼ੁਬਾਨ ਨੂੰ ਰੋਕਣਗੇ? ਨਹੀਂ ਰੋਕ ਸਕਦੇ, ਕਿਉਂਕਿ ਜਨਤਾ ਦੀ ਸੁਨਾਮੀ ਦੇ ਅੱਗੇ ਜ਼ਿਆਦਾ ਦੇਰ ਇਹ ਸਰਕਾਰ ਸਾਡੇ ਅੱਗੇ ਟਿਕ ਨਹੀਂ ਸਕੇਗੀ। ਹਾਂਜੀ, ਥੈਂਕ ਯੂ ਸਰ। ਸਟੇਟ ਪ੍ਰਧਾਨ ਤੇ ਆਈਏ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਮੋਦੀ ਸਰਕਾਰ ਨੇ ਜਿਹੜੇ 3 ਕਾਨੂੰਨ ਪਾਸ ਕੀਤੇ ਆ, ਇਹਦੇ ਵਾਸਤੇ ਜਿਹੜਾ ਇੱਥੇ ਇਕੱਠਾ ਹੋਇਆ ਹੈ, ਠੀਕ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਜਿਹੜੇ ਕਿਸਾਨ ਨੇ ਇੱਥੋਂ ਜਿੱਤ ਕੇ ਹੀ ਜਾਣਗੇ ਜਾਂ ਮੋਦੀ ਸਰਕਾਰ ਨਾਲ ਗੱਲਬਾਤ ਵੀ ਕਰਨਗੇ? ਪਹਿਲੀ ਗੱਲ ਤਾਂ ਇਹ ਜੀ, ਜੋ ਸਰਕਾਰ ਨੇ ਕੇਂਦਰ ਨੇ ਕਾਲੇ ਕਾਨੂੰਨ ਪਾਸ ਕੀਤੇ ਆ, ਜਦੋਂ ਕਾਨੂੰਨ ਬਣਾਏ ਸੀ ਉਦੋਂ ਕਿਸਾਨਾਂ ਨੂੰ ਪੁੱਛਿਆ ਹੀ ਨਹੀਂ ਗਿਆ। ਕਿਉਂ? ਕਿਸਾਨ ਜਿਹੜੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਕਿਸਾਨਾਂ ਨੂੰ ਪੁੱਛਣਾ ਨਹੀਂ ਚਾਹੀਦਾ। ਉਹ ਬਾਨੀਆਂ ਅਡਾਨੀਆਂ ਜੀ ਰਹਿ ਕੇ ਇਹਨਾਂ ਬਿਨਾਂ ਪੁੱਛੇ ਨੂੰ ਕਾਨੂੰਨ ਬਣਾਤੇ ਆ। ਜਦ ਉਸ ਕਾਨੂੰਨਾਂ ਦੀ ਸਾਡੇ ਕਿਸਾਨ ਆਗੂਆਂ ਨੇ ਘੋਖ ਵਿਆਖਿਆ ਕੀਤੀ ਤਾਂ ਉਹਦੇ ਵਿੱਚ ਸਾਰਾ ਕੋਈ ਕਿਸਾਨ ਦੇ ਜਿਹੜੇ ਬੈਨੀਫਿਟ ਨਹੀਂ ਸੀ ਕੋਈ ਹੈਗਾ, ਸਾਰੇ ਨੁਕਸਾਨ ਦੇ ਸੀ। ਤਾਂ ਸਾਡੇ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ, ਔਰ ਵਿਰੋਧ ਇਹ ਜਿਹੜਾ ਪੰਜਾਬ ਦੀ ਧਰਤੀ ਤੋਂ ਉੱਠਿਆ। ਅੱਜ ਤੱਕ ਇਤਿਹਾਸ ਗਵਾਹ ਹੈ, ਪੰਜਾਬ ਜਦੋਂ ਵੀ ਤੁਰਦਾ ਹੈ ਕਿਸੇ ਵੀ ਲੜਾਈ ਨੂੰ, ਕਿਸੇ ਵੀ ਫੈਸਲੇ ਨੂੰ, ਉਹਨੂੰ ਕੋਈ ਹਰਾ ਨਹੀਂ ਸਕਦਾ ਹੈਗਾ। ਕਿਉਂਕਿ ਇਹ ਸਾਡੇ ਖਾਨਦਾਨੀ, ਸਾਡੇ ਵੱਡਿਆਂ ਦੀ, ਗੁਰੂਆਂ ਦੀ, ਪੀਰਾਂ ਦੀ, ਸ਼ਹੀਦਾਂ ਦੀ ਧਰਤੀ ਹੈ। ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਾਡੀ 80% ਕੁਰਬਾਨੀ ਹੈ। ਇਸ ਵਾਸਤੇ ਜਦੋਂ ਪੰਜਾਬ 'ਚੋਂ ਇਹ ਸੰਘਰਸ਼ ਤੁਰਿਆ ਤਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਅਸੀਂ ਹਿੰਦੁਸਤਾਨ 'ਚ ਰਹਿੰਦੇ ਹਾਂ, ਹਿੰਦੁਸਤਾਨ ਦੇ ਵਸਨੀਕ ਹਾਂ। ਸਾਡਾ ਡੈਮੋਕ੍ਰੇਸੀ ਹੱਕ ਹੈ ਕਿ ਅਸੀਂ ਆਪਣਾ ਕਿਤੇ ਵੀ ਅੰਦੋਲਨ ਕਰ ਸਕਦੇ ਹਾਂ। ਪਰ ਸੈਂਟਰ ਦੀ ਮੋਦੀ ਸਰਕਾਰ ਨੇ ਸਾਨੂੰ ਹਰਿਆਣੇ 'ਚ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਟਾਈਮ ਜਦ ਅਸੀਂ ਹਰਿਆਣੇ ਆ ਰਹੇ ਸਾਂ ਤਾਂ ਹਰਿਆਣੇ ਦੀ ਕਿਸਾਨਾਂ ਦੀ 100-150 ਟਰਾਲੀ 2 ਦਿਨ ਤੋਂ ਹਿਸਾਰ ਦੇ ਬਾਰਡਰ 'ਤੇ ਖੜੀ ਸੀ। ਜਦ ਅਸੀਂ ਆਏ ਤਾਂ ਬਾਰਡਰ ਤੋੜਦੇ ਅਸੀਂ ਇੱਥੇ ਆਣ ਕੇ 27 ਤਰੀਕ ਨੂੰ ਇੱਥੇ ਆਣ ਕੇ ਆਏ ਤਾਂ ਸਾਡਾ ਜਿਹੜਾ ਇਹ ਧਰਨਾ ਸੀ ਜਾਂ ਮੋਰਚਾ ਸੀ, ਸਾਡਾ ਰਾਮਲੀਲਾ ਗਰਾਊਂਡ 'ਚ ਹੋਣਾ ਸੀ, ਜਿਹਨੂੰ ਸਮੇਂ ਦੀ ਮੋਦੀ ਸਰਕਾਰ ਨੇ ਰੱਦ ਕਰਤਾ, ਸਾਨੂੰ ਜਾਣ ਨਾ ਦਿੱਤਾ ਔਰ ਅਸੀਂ ਇੱਥੇ ਧਰਨੇ ਮਾਰ ਕੇ ਬਹਿ ਗਏ। ਇਸ ਧਰਨੇ ਦੇ ਵਿੱਚ ਜੋ ਧਰਨਾ ਮੋਰਚਾ ਸਾਡਾ ਸ਼ੁਰੂ ਹੋਇਆ, ਸਾਡੇ ਦੇ ਕਈ ਪ੍ਰਕਾਰ ਦੇ ਐਲੀਗੇਸ਼ਨ ਲਾਈ ਗਏ ਵੀ ਇਹ ਜਿਹੜੇ ਸਿੱਖ ਨੇ ਅੱਤਵਾਦੀ ਨੇ, ਇਹ ਸਿੱਖ ਜਿਹੜੇ ਖਾਲਿਸਤਾਨੀ ਨੇ, ਇਹ ਸਿੱਖ ਜਿਹੜੇ ਇਹ ਹੈਗੇ ਨੇ ਫਲਸਤੀਨੀ ਨੇ, ਇਹਨਾਂ ਨੂੰ ਫੰਡਿੰਗ ਜਿਹੜੀ ਪਾਕਿਸਤਾਨ ਤੋਂ ਆਉਂਦੀ ਹੈ, ਜਿਸ ਦੀ ਕੇਂਦਰ ਸਰਕਾਰ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਆਹ ਕੱਲ੍ਹ ਪਰਸੋਂ ਇੱਕ ਘਟਨਾ ਵਾਪਰੀ ਹੈ। ਇੱਕ ਸਾਡੀ ਭੈਣ ਪੱਤਰਕਾਰ ਸੀ, ਜਿਹਨੂੰ ਸਾਡੇ ਲੋਕ ਸਭਾ ਦੇ MP ਜਸਵੀਰ ਸਿੰਘ ਟਿੰਪਾ ਨੇ ਬੇਹੱਦ ਘਟੀਆ ਹਰਕਤ ਕੀਤੀ ਹੈ। ਮੈਂ ਆਪਦੇ ਮੀਡੀਆ ਦੇ ਵਿੱਚ ਉਹਦੀ ਪੁਲਿਸ ਜੋ ਨਿੰਦਾ ਕਰਦਾ, ਔਰ ਮੈਂ ਚਾਹੁੰਦਾ ਵੀ ਉਸ MP ਦੇ ਬਰਖਲਾਫ ਜਿਹੜਾ ਕੇਸ ਹੋਣਾ ਚਾਹੀਦਾ ਹੈ। ਦੂਸਰੀ ਗੱਲ ਇਹ ਆ ਵੀ ਕੱਲ੍ਹ ਮੈਂ ਲਗਾ ਜਾਂਦਾ ਅਚਾਨਕ ਦੇਖਿਆ ਇੱਕ ਐਂਬੂਲੈਂਸ ਆ ਰਹੀ ਸੀ, ਉਹਦੇ ਵਿੱਚ ਮਰੀਜ਼ ਸੀ ਤਾਂ ਮੇਰੇ ਵੇਂਦੇ ਸਾਡੇ 6-7 ਨੌਜਵਾਨ ਇਕੱਠੇ ਹੋਏ, ਉਹਨਾਂ ਭੀੜ ਨੂੰ ਪਾਸੇ ਕੀਤਾ, ਐਂਬੂਲੈਂਸ ਨੂੰ ਲੰਘਣ ਦਿੱਤਾ, ਰਸਤਾ ਦਵਾਇਆ। ਉਸ ਤੋਂ ਬਾਅਦ ਕੁਝ ਮੇਰੀਆਂ ਭੈਣਾਂ, ਕੁਝ ਮੇਰੀਆਂ ਮਾਤਾਵਾਂ ਆ ਰਹੀਆਂ ਸੀ, ਉਹ ਰਸਤਾ ਥੋੜ੍ਹਾ ਸੀ ਰੁਕੀਆਂ ਖੜੀਆਂ ਸੀ, ਸਾਰਾ ਰਸਤਾ ਬੰਦ ਕਰਾ ਕੇ ਉਹਨਾਂ ਪਹਿਲਾਂ ਭੈਣਾਂ ਤੇ ਮਾਤਾਵਾਂ ਨੂੰ ਲੰਘਾਇਆ ਗਿਆ। ਮੈਂ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਵੀ ਤੂੰ ਸਾਨੂੰ ਅੱਤਵਾਦੀ ਕਹਿੰਦਾ ਰਿਹਾ, ਵੱਖਵਾਦੀ ਕਹਿੰਦਾ ਰਿਹਾ। ਇਹ ਦਿੱਲੀ ਦੇ ਲੋਕਾਂ ਨੂੰ ਪੁੱਛ ਲੈ ਕੀ ਅਸੀਂ ਅੱਤਵਾਦੀ ਹਾਂ, ਕੀ ਅਸੀਂ ਵੱਖਵਾਦੀ ਹਾਂ? ਅੱਜ ਸਾਡੇ ਮੋਰਚੇ ਨੂੰ ਲਗਭਗ 1 ਮਹੀਨਾ ਹੋ ਗਿਆ। 1 ਮਹੀਨੇ ਤੁਸੀਂ ਬਹੁਤ ਮੀਡੀਆ ਹਰ ਤਰ੍ਹਾਂ ਵਿਚਰਦਾ, ਹਰ ਤੁਹਾਨੂੰ ਗੱਲ ਦਾ ਪਤਾ ਹੈ। ਤੁਹਾਨੂੰ ਪਤਾ ਹੋਣਾ ਇੱਥੇ ਜਿਹੜਾ ਕ੍ਰਾਈਮ ਜਿਹੜਾ ਘਟ ਗਿਆ, ਖਾਸ ਕਰਕੇ ਮੇਰੀਆਂ ਭੈਣਾਂ ਵਾਸਤੇ ਤੇ ਮਾਤਾਵਾਂ ਵਾਸਤੇ। ਅੱਜ ਜਿਹੜੀਆਂ ਦਿੱਲੀ ਦੀਆਂ ਮੇਰੀਆਂ ਭੈਣਾਂ ਨੇ, ਮਾਤਾਵਾਂ ਨੇ, ਉਹ ਸਿਰਫ ਸਾਡੇ ਪੰਜਾਬ ਕਰਕੇ, ਖਾਸ ਕਰਕੇ ਸਿੱਖਾਂ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ। ਅਸੀਂ ਤੁਹਾਡੇ ਮੀਡੀਅਮ ਰਾਹੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਵੀ ਵਾਰ-ਵਾਰ ਸਾਨੂੰ ਜਲੀਲ ਨਾ ਕਰੋ।
ਸਾਡੇ ਕਿਸਾਨ ਆਗੂਆਂ ਨੂੰ ਸੱਦ ਕੇ ਘੁਮਾ ਫਿਰਾ ਕੇ ਉਹੀ ਗੱਲ ਕਰਦੇ ਜੇ। ਕਦੇ ਕਹਿੰਦੇ ਵਿੱਚੋਂ ਸਾਰੇ ਕਾਨੂੰਨ ਬਦਲ ਲਓ, ਜੋ ਤੁਹਾਨੂੰ ਪਤਾ ਵੀ ਅਸੀਂ ਕਾਨੂੰਨ ਹੀ ਗਲਤ ਬਣਾਤੇ ਨੇ ਤਾਂ ਉਹਨਾਂ ਨੂੰ ਕਾਨੂੰਨ ਰੱਦ ਕਰਨ ਲੱਗਿਆ ਕੀ ਹੋ ਸਕਦਾ? ਇਹਨਾਂ ਨੂੰ ਕੀ ਘਾਟਾ ਸਰਕਾਰ ਨੂੰ ਪੈ ਸਕਦਾ ਹੈ? ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਹੈਗੀ ਉਹਨਾਂ ਚਿਰ ਜਿਹੜੀ ਇੱਥੇ ਜੋ ਵੀ ਲੋਕ ਸਾਡਾ ਆਵਾਮ ਆਇਆ ਕਦੀ ਨਾ ਜਾਏਗਾ। ਇਹਦੇ ਵਾਸਤੇ ਭਾਵੇਂ ਕੋਈ ਕੁਰਬਾਨੀ ਕਰਨੀ ਪਏ ਜਾਂ ਕੁਝ ਵੀ ਕਰਨਾ ਪਏ। ਸਾਡੇ ਹੁਣ ਤੱਕ ਲਗਭਗ 40 ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਹਰ ਰੋਜ਼ ਲਗਾਤਾਰ 1 2 3 ਜਿਹੜੇ ਬੰਦੇ ਸ਼ਹੀਦ ਹੋ ਰਹੇ ਨੇ, ਪਰ ਸਾਨੂੰ ਉਸ ਦਾ ਕਿਉਂਕਿ ਸਾਡੀ ਕੌਮ ਹੀ ਅਸੀਂ ਪੰਜਾਬੀਆਂ ਦੀ ਸ਼ਹੀਦੀਆਂ ਦੇਣ ਵਾਸਤੇ ਕੁਰਬਾਨ ਹੋਣ ਵਾਸਤੇ ਅਸੀਂ ਆਪਣਾ ਆਪ ਗਵਾ ਕੇ ਲੋਕਾਂ ਨੂੰ ਆਵਾਮ ਨੂੰ ਖੁਸ਼ ਖੁਸ਼ਹਾਲ ਰੱਖਣਾ ਚਾਹੁੰਦੇ ਹਾਂ। ਸੋ ਮੋਦੀ ਸਰਕਾਰ ਨੂੰ ਬੇਨਤੀ ਵਿੱਚ ਆਪਦੇ ਕਾਲੇ ਕਾਨੂੰਨ ਰੱਦ ਕਰੇ। ਜਿੰਨਾ ਜੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਤਾਂ ਵਾਪਸ ਨਹੀਂ ਜਾਵਾਂਗੇ। ਗੱਲ ਜੀ, ਜਿਵੇਂ ਕਿ ਕਹਿੰਦੇ ਆ ਕਿ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਜ਼ੋਰੋਂ ਸ਼ੋਰ ਤੇ ਵੱਧ ਚੜ ਕੇ ਭਾਗ ਲੈ ਰਹੀ ਹੈ। ਤੇ ਤੁਸੀਂ ਇਹਦੇ ਵਿੱਚ ਮੋਦੀ ਸਰਕਾਰ ਨੂੰ ਕੀ ਦੱਸਣਾ ਚਾਹੋਗੇ ਕਿ ਜਿਹੜਾ ਆਪਣਾ ਨੌਜਵਾਨ ਹੈਗਾ ਉਹ ਨਸ਼ਿਆਂ ਵਿੱਚ ਨਹੀਂ ਡੁੱਬਿਆ, ਉਹ ਜਿਹੜੇ ਸਰਕਾਰ ਦੁਆਰਾ ਜਿਹੜੇ ਕਾਨੂੰਨ ਪਾਸ ਕੀਤੇ ਗਏ ਹੈ ਜਾਂ ਫਿਰ ਜੋ ਵਾਪਸ ਨਹੀਂ ਲੈ ਰਹੀ ਉਹਦੇ ਵਾਸਤੇ ਤੁਸੀਂ ਮੋਦੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਤਾਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਸੁੱਖ ਸ਼ਾਂਤੀ ਨਾਲ ਪਹਿਲੀ ਗੱਲ ਤੇ ਕਾਨੂੰਨ ਵਾਪਸ ਲੈ ਲੈ। ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਸਾਡੇ ਤੇ ਟੈਗ ਲਾਇਆ ਸੀ ਵੀ ਇਹ ਨੌਜਵਾਨ ਕੁੜਤਾ ਪਜਾਮਾ ਨੌਜਵਾਨ ਹੈ, ਤੇ ਹੁਣ ਉਹਨਾਂ ਟਰਾਲੀਆਂ 'ਚ ਵਿੱਚ ਜੇ ਉਹਨਾਂ ਦੀ ਹਿੰਮਤ ਹੈ ਤਾਂ ਟਰਾਲੀਆਂ 'ਚ ਆ ਕੇ ਦੇਖਣ ਇਹ ਨੌਜਵਾਨੀ। ਜੇ ਬਾਬੇ ਸਾਡੇ ਕੋਲ ਹੋਸ਼ ਹੈ ਤਾਂ ਸਾਡੇ ਕੋਲ ਜੋਸ਼ ਹੈ। ਅਸੀਂ ਕੰਮ ਹੋਸ਼ ਤੇ ਜੋਸ਼ ਨਾਲ ਕਰਨਾ ਤੇ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਤਿੰਨੇ ਕਾਨੂੰਨ ਤੇ ਚੌਥਾ ਬਿਜਲੀ ਸੋਧ ਬਿੱਲ ਤੇ ਪੰਜਵਾਂ ਪਰਾਲੀ ਵਾਲਾ, ਜਿੰਨਾ ਚਿਰ ਐਕਟ ਵਾਪਸ ਨਹੀਂ ਹੁੰਦੇ ਅਸੀਂ ਇੰਨਾ ਚਿਰ ਨਹੀਂ ਹਿੱਲਾਂਗੇ। ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ ਜਾਂ ਫਿਰ ਅਸੀਂ ਬਹੁਤ ਸਾਰੇ ਜਿਹੜੇ ਅੱਜ ਸੁਝਾਅ ਦੇ ਰਹੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਗਈ? ਗੱਲਬਾਤ ਮੀਟਿੰਗਾਂ ਹੋਈਆਂ ਪਹਿਲਾਂ, ਜੋ ਮੀਟਿੰਗਾਂ 'ਚ ਕਹਿ ਰਹੇ ਅਸੀਂ ਸੋਧ ਕਰਨੀ ਹੈ, ਪਰ ਸਾਡੇ ਜਿਹੜੀਆਂ ਜਥੇਬੰਦੀਆਂ ਜਾਂ ਯੂਨੀਅਨ ਆ ਇਹਨਾਂ ਸਾਰਿਆਂ ਦਾ ਏਜੰਡਾ ਕੀ ਆ ਵੀ ਅਸੀਂ ਬਿੱਲ ਵਾਪਸ ਕਰਾਉਣੇ ਆ। ਉਹ ਗੱਲ ਉਹ ਕਹਿ ਰਹੇ ਵੀ ਅਸੀਂ ਬਿੱਲ 'ਚ ਸੋਧ ਕਰ ਰਹੇ ਹਾਂ, ਫਿਰ ਉਹਨਾਂ ਨੂੰ ਸੋਧ ਤਾਂ ਕਰ ਰਹੇ ਨੇ ਜੇ ਉਹਨਾਂ ਨੂੰ ਕੋਈ ਖਾਮੀ ਰੱਖੀ ਆ ਤਾਂ। ਜੇ ਖਾਮੀ ਰੱਖੀ ਤਾਂ ਇੱਕ ਨਿੱਕੀ ਖਾਮੀ ਤੇ ਖਾਮੀਆਂ ਬਹੁਤ ਵੱਡੀਆਂ ਵੀ ਹੋ ਸਕਦੀਆਂ, ਤਾਂ ਬਿੱਲਾਂ ਦਾ ਅਸੀਂ ਸਾਡੇ ਜਿਹੜੇ ਏਜੰਡਾ ਮੰਨ ਕੇ ਚੱਲ ਇਸ ਤਾਂ ਸਾਡਾ ਬਿਲਕੁਲ ਬਿੱਲ ਵਾਪਸ ਕਰਾਉਣ ਦਾ ਏਜੰਡਾ ਹੀ ਹੈ। ਸਰਕਾਰਾਂ ਨੂੰ ਫਿਕਰ ਇਹ ਨਹੀਂ ਵੀ ਇਹ ਤਾਂ ਪ੍ਰੋਟੈਸਟ ਦੇ ਉੱਤੇ ਬੈਠੇ ਆ, ਸਰਕਾਰਾਂ ਨੂੰ ਚਿੰਤਾ ਹੈ ਜਿਹਨਾਂ ਬਿੱਲ ਸਮਝ ਕਿਉਂ ਆ ਗਏ ਜਿਹੜੇ ਸਾਡੀ ਚੀਜ਼ਾਂ ਬਣਾਂਗਾ ਸੀ, ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਉਹ ਲੋਕ ਨਹੀਂ ਵੀ ਜਿਹੜੇ ਗੁੱਠਾ ਛਾਪ ਸੀ। ਹੁਣ ਬੁਢਾਪੇ ਦੇ ਨਾਲ ਜਵਾਨੀ ਵੀ ਆ ਚੁੱਕੀ ਹੈ, ਸਾਨੂੰ ਸਭ ਕੁਝ ਪੜ੍ਹੇ ਲਿਖਿਆ ਗ੍ਰੈਜੂਏਸ਼ਨ ਬੰਦੇ ਮਾਸਟਰ ਬੰਦੇ PhD ਵਾਲੇ ਸਟੂਡੈਂਟ ਇੱਥੇ ਫਿਰਦੇ ਆ, ਉਹਨਾਂ ਨੂੰ ਭੁਲੇਖਾ ਹੋ ਸਕਦਾ ਹੈ ਵੀ ਇਹ ਜਾਂ ਵੀ ਸਾਡੇ ਤੇ ਖਾਸ ਦਾ ਟੈਗ ਲਾ ਰਹੇ ਆ, ਸਾਡੇ ਤੇ ਟੈਰਰਿਸਟ ਲਾ ਰਹੇ ਆ, ਪਰ ਉਹਨਾਂ ਨੂੰ ਭੁਲੇਖੇ ਅਸੀਂ ਸਾਰਾ ਦੂਰ ਕਰਕੇ ਫਿਰ ਇੱਥੇ ਮਿਲਾਂਗੇ। ਉਹ ਕਹਿ ਰਹੇ ਨੇ ਕਿ ਫੰਡਿੰਗ ਕੀਤੀ ਗਈ ਹੈ, ਤੁਹਾਨੂੰ ਬਾਹਰੋਂ ਤਰਫੋਂ ਫੰਡਿੰਗ ਕੀਤੀ ਜਾ ਰਹੀ ਹੈ ਤਾਂ ਕਰਕੇ ਤੁਸੀਂ ਇੱਥੇ ਹੋ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਨਾਂ ਫੰਡਿੰਗ ਦੇ ਸਭ ਬਿਲਕੁਲ ਸਾਡੇ ਘੋਲ ਨੂੰ ਹੋਰ ਰੂਪ ਦੇਣ ਵਾਸਤੇ, ਖਾਲਿਸਤਾਨ ਨੂੰ ਰੂਪ ਦੇਣ ਵਾਸਤੇ, ਜਿਵੇਂ ਸਾਨੂੰ ਟੈਰਰਿਸਟ ਕਹਿ ਰਿਹਾ ਹੈ। ਪਰ ਫੰਡਿੰਗ ਇਸ ਤਰ੍ਹਾਂ, ਹੁਣ ਮੈਂ ਤੁਹਾਨੂੰ ਮੋਟੀ ਐਗਜ਼ਾਮਪਲ ਦੱਸ ਦਿੰਦਾ। ਅਸੀਂ ਪਿੰਡੋਂ ਆਟੇ ਦੇ 15 ਗੱਟੇ ਲੈ ਕੇ ਸਪੰਜ ਖੜਦੇ ਸੀ, ਉਹ ਗੱਟੇ ਨਹੀਂ ਖੋਲੇ ਤੱਕ ਸਾਡੇ ਗੁਰਦੁਆਰਾ ਸਾਹਿਬ ਤੋਂ ਸਾਨੂੰ ਆ ਰਹੇ ਸਾਡੇ ਹਰਿਆਣਾ ਕਿਸਾਨ ਵੀਰ। ਤੇ ਇੱਕ ਮੋਟੀ ਗੱਲ ਉਹਨਾਂ ਨਾਲ ਸਾਡੀ ਪਰਿਵਾਰਕ ਸਾਂਝ ਬਣੀ ਹੋਈ ਆ, ਉਹ ਸਾਨੂੰ ਡੇਲੀ ਇੱਕ ਸੁਨੇਹਾ ਦੇ ਕੇ ਜਾਂਦੇ ਜਿੰਨਾ ਚਿਰ ਸਰਦਾਰ ਜੀ ਤੁਸੀਂ ਇੱਥੇ ਹੈਗੇ ਹੋ ਅਸੀਂ ਸਭ ਕੁਛ ਆਉਤਾਨੋਂ ਮਨੋਂ ਦੀ ਸੇਵਾ ਕਰਾਂਗੇ। ਤੇ ਇਹ ਬਕਾਇਦਾ ਇਸ ਤੋਂ ਇਲਾਵਾ ਸਾਨੂੰ ਉਹਦਾ ਫੋਨ ਨੰਬਰ ਕੰਟੈਕਟ ਨੰਬਰ ਦੇ ਕੇ ਗਿਆ, ਤੁਸੀਂ ਰਹਿਣਾ ਰੁਕਣਾ ਤੁਹਾਨੂੰ ਕੰਬਲ ਜਾਂ ਕੁਝ ਵੀ ਚਾਹੀਦਾ ਹੈ ਸਾਨੂੰ ਬਿਲਕੁਲ ਦੇਵਾਂਗੇ। ਜੇ ਉਹਨਾਂ ਨੂੰ ਲੱਗਦਾ ਫੰਡਿੰਗ ਹੋ ਰਹੀ ਹੈ, ਫਿਰ ਖੱਟਰ ਸਰਕਾਰ ਆਪਦੇ ਹਰਿਆਣੇ 'ਚ ਨਿਗਾਹ ਮਾਰੇ ਵੀ ਫੰਡਿੰਗ ਕਿੱਥੋਂ ਹੋ ਰਹੀ ਹੈ। ਜਿਵੇਂ ਕੰਗਨਾ ਰਣੌਤ ਨੇ ਕਿਹਾ ਕਿ ਜਿਹੜੀਆਂ ਇੱਥੇ ਬੀਬੀਆਂ ਆ ਰਹੀਆਂ ਨੇ ਉਹਨਾਂ ਨੂੰ 100 ਰੁਪਏ ਦੇ ਕੇ ਇੱਥੇ ਭੇਜਿਆ ਗਿਆ ਹੈ। ਕੰਗਨਾ ਰਣੌਤ ਦਾ ਕਹਿਣਾ ਹੈ ਕਿ ਜਿਹੜੀਆਂ ਬੀਬੀਆਂ ਆ ਰਹੀਆਂ ਨੇ ਇੱਥੇ ਉਹਨਾਂ ਨੂੰ 100 ਰੁਪਏ ਦੇ ਕੇ ਇਹ ਅੰਦੋਲਨ ਵਿੱਚ ਭੇਜਿਆ ਗਿਆ। ਇਹਦੇ ਉੱਤੇ ਤੁਸੀਂ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ? ਮੈਨੂੰ ਤਾਂ ਬੱਚੇ ਨਹੀਂ ਮਿਲੀ। ਬਾਕੀ ਕੰਗਨਾ ਰਣੌਤ ਦਾ ਉਹ ਤਾਂ ਆਪਾਂ ਦੇਖ ਲਿਆ ਹੀ, ਜੋ ਉਹਨੂੰ ਸਿਰਫ ਇੱਕ ਪੋਲੀਟੀਕਲ ਕਾਰਡ ਚਾਹੀਦਾ ਸੀਗਾ। ਪਹਿਲਾਂ ਉਹਨੇ ਕੀ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਇੰਨਾ ਉਹਨੇ ਮੁੱਦਾ ਚੱਕਿਆ, ਉਹਦਾ ਆਪਦਾ ਕੋਈ ਸਟਰਗਲ ਇੰਨਾ ਕੋਈ ਖਾਸ ਤਾਂ ਹੈ ਨਹੀਂਗਾ। ਉਹਨੂੰ ਫਿਲਮਾਂ ਮਿਲੀਆਂ ਕਿ ਫਿਰ ਕਹਿੰਦੀ ਮੈਂ ਸਟਰਗਲ ਕੀਤਾ ਗਾ। ਹੁਣ ਜੇ ਕੋਈ ਸੁਸ਼ਾਂਤ ਉੱਠਿਆ ਸੀਗਾ ਚੰਗਾ ਹੋਇਆ ਸੀ, ਠੀਕ ਆ, ਉਹਦੇ ਨਾਲ ਮਾੜੀ ਹੋਈ ਉਹਦਾ ਸੁਸਾਈਡ ਹੋਇਆ, ਫਿਰ ਤੁਸੀਂ ਉਹਦਾ ਕਾਰਡ ਖੋਲ੍ਹਿਆ, ਤੁਸੀਂ ਦੇਖਿਆ ਤੁਹਾਨੂੰ ਬਹੁਤ ਹਮਾਇਤ ਮਿਲ ਰਹੀ ਹੈ। ਤੁਹਾਡੀ ਉੱਥੇ ਮਹਾਰਾਸ਼ਟਰ ਦੀ ਉੱਥੇ ਜਿਹੜੀ ਸਰਕਾਰ ਸੀ ਉਹਦੇ ਨਾਲ ਅੜਫਾਸ ਹੋ ਗਈ, ਤੁਹਾਨੂੰ ਪਤਾ ਲੱਗਿਆ ਵੀ ਹਾਂ BJP ਆਪਣੀ ਹੈਗੀ ਹੈ, ਸਪੋਰਟ ਪਿੱਛੇ ਕਰ ਰਹੀ ਹੈ। ਤੁਸੀਂ ਉਹ ਗੱਲ ਚੱਕਦੀ ਵੀ ਹਾਂ ਹੁਣ ਆਪਣਾ ਕੀ ਹੋ ਸਕਦਾ। ਤੇ ਕਹਿੰਦੇ ਨਾ ਵੀ ਐਬਸੋਲੂਟ ਕਰਪਟ ਐਬਸੋਲੂਟ। ਹੁਣ ਜਦੋਂ ਉਹਨੂੰ ਲੱਗਿਆ ਵੀ ਚੱਲ BJP ਹੈਗੀ ਆਉਣ, ਤੇ ਫਿਰ ਉਹਨੂੰ ਅਗਲੇ ਨੇ ਕਹਿਤਾ ਹੋਊਗਾ ਮਾੜਾ ਹੀ ਇੱਧਰ ਵੀ ਕਰਦੇ ਮੂੰਹ ਮਾਰਦੇ, ਉਹਨੇ ਇੱਧਰ ਹੀ ਮਾਰਤਾ। ਹੁਣ ਦੇਖੋ ਹੁਣ ਫਿਰ ਬਣਦੀ ਹੈ ਮਾਫੀਆ ਬਣਾਈ ਨਾ ਆਪਣੇ ਉਹੀ ਗੱਲ ਉਹਨੇ ਕੀਤੀ ਨਾ ਰਿਪੀਟ ਕੀ ਨਹੀਂ ਮੈਂ ਕਿਸਾਨਾਂ ਦੇ ਨਾਲ ਆ, ਪਰ ਮੈਂ ਇਸ ਸੈਕਸ਼ਨ ਦੇ ਅਗੇਂਸਟ। ਜਾਂ ਤੁਸੀਂ ਪ੍ਰੂਫ ਦਿਓ, ਤੁਹਾਡੇ ਕੋਲ ਪ੍ਰੂਫ ਵੀ ਹੈ ਨਹੀਂ, ਜਾਂ ਤਾਂ ਤੁਸੀਂ ਫਿਰ ਸਬਸਟੈਂਸ਼ੀਏਟ ਕਰੋ ਨਾ ਆਪਣੀ ਜਿਹੜੀ
ਸਟੇਟਮੈਂਟ ਹੈ ਉਹ ਤੁਸੀਂ ਕਰ ਨਹੀਂ ਰਹੇ ਇਹਨਾਂ ਇਨਫਲੂਐਂਸ਼ੀਅਲ ਪਰਸਨ ਬਣ ਕੇ। ਫਿਰ ਤੁਸੀਂ ਆਪ ਅੱਗੇ ਖੜ ਵੀ ਨਹੀਂ ਰਹੇ ਲੋਕਾਂ ਦੇ, ਜਿਹੜੇ ਤੁਸੀਂ ਕਹਿ ਰਹੇ ਵੀ ਸਾਨੂੰ ਦੱਸੋ ਦਿਖਾਓ ਕਿੱਥੇ 100 ਰੁਪਇਆ ਦਿੱਤਾ ਗਾ, ਉਹ ਵੀ ਤੁਹਾਡੇ ਕੋਲ ਨਹੀਂ ਦਿੱਤਾ। ਇਹ ਤਾਂ ਬਸ ਹੁਣ ਤਾਂ ਟਿਕਟ ਮੈਨੂੰ ਹੀ ਲਈ ਹੋਈ ਪੈਸੇ ਤਾਂ। ਤੁਸੀਂ ਕਹਿ ਰਹੇ ਸੀ ਹਾਂ, ਜਿਹੜੀ ਕੰਗਣਾ ਰਣੌਤ ਵਾਲੀ ਗੱਲ ਕਹਿ ਰਹੀ ਹੈ ਵੀ ਜਿਹੜੀ ਸ਼ਹੀਨ ਬਾਗ ਵਾਲੀ ਦਾਦੀ ਸੀ ਸੀਏ ਤੇ ਜਿਹੜਾ ਐਨਸੀਆਰ ਜਿਹੜੇ ਬਿੱਲਾਂ ਦੇ ਵਿਰੋਧ ਚ ਦਿੱਲੀ ਵਾਲੀ ਦਾਦੀ ਬੈਠੀ ਸੀ, ਉਹ 100 ਰੁਪਏ ਲੈ ਕੇ ਵੀ ਉਹ ਧਰਨੇ ਤੇ ਗਈ ਸੀ। ਉਹ ਮੈਂ ਤੁਹਾਨੂੰ ਇੱਕ ਮੋਟੀ ਗੱਲ ਦੱਸਦਾ, ਜਿਹੜੇ ਫੋਟੋ ਕਲਿੱਕਸ ਹੋ ਗਏ ਸੀ ਉਹ ਮੇਰੇ ਵੱਲੋਂ ਹੋ ਗਏ ਸੀ। ਤੁਸੀਂ ਦੇਖ ਸਕਦੇ ਹੋ ਇਹ ਸੰਗਤ ਕੈਂਚੀਆਂ ਦੀ ਧਰਨਾ ਲੱਗਿਆ ਹੋਇਆ ਸੀ। ਮਹਿੰਦਰ ਕੌਰ ਪਿੰਡ ਜੰਡੀਆਂ ਇਹ ਸਾਰੀਆਂ ਪਿਕਸ ਤੁਸੀਂ ਦੇਖ ਸਕਦੇ ਹੋ। ਇਹ ਉਹੀ ਦਾਦੀ ਆ ਮਹਿੰਦਰ ਕੌਰ ਨੇ ਇਹੀ ਗੱਲ ਕਹੀ ਹੈ ਕਦੀ ਕੰਗਣਾ ਆ ਕੇ ਮੇਰਾ ਆਵੇ ਤੇ 700 ਰੁਪਏ ਮੈਂ ਦੇ ਸਾਡੇ ਪਿੰਡ ਹੀ ਆ ਉਹਨਾਂ ਵੱਲੋਂ ਕਿਹਾ ਗਿਆ ਸੀ ਵੀ ਜਿਹੜੀ ਦਾਦੀ ਸ਼ਹੀਨ ਬਾਗ ਤੇ ਬੈਠੀ ਸੀ ਉਹੀ 100 ਰੁਪਏ ਲੈ ਕੇ ਉੱਥੇ ਜਾ ਰਹੀ ਆ, ਜੋ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋ ਰਹੀ ਹੈ। ਉਹ ਪੈਸੇ ਲੈ ਕੇ ਪਹਿਲਾਂ ਸੀਏ ਤੇ ਬੈਠੀ ਵੀ ਜਿਹੜੇ ਮੁਸਲਿਮ ਮੰਨ ਕੇ ਚੱਲ ਵੀ ਮੋਦੀ ਸਰਕਾਰ ਨੇ ਬਿੱਲ ਪਾਸ ਕਰੇ ਸੀ, ਹੁਣ ਕਿਸਾਨੀ ਬਿੱਲ ਤੇ ਜਾ ਰਹੀ ਹੈ 100 ਰੁਪਏ ਲੈ ਕੇ। ਪਰ ਉਹਨੇ ਭੁਲੇਖੇ ਉਹਨਾਂ ਦੇ ਉਹੀ ਸਾਡੇ ਨਾਲ ਗੁਆਂਢੀ ਪਿੰਡ ਤੋਂ ਦਾਦੀ ਵੀ ਉਹ ਮਹਿੰਦਰ ਕੌਰ ਬਹਾਦਰਗੜ੍ਹ ਜੰਡੀਆਂ ਤੋਂ, ਉਹਨੇ ਬਕਾਇਦਾ BBC ਦੀ ਸਾਰੀ ਕਵਰਿੰਗ ਹੋਈ ਹੈ। ਉਹਨਾਂ ਨੂੰ ਬਕਾਇਦਾ ਸਭ ਕੁਝ ਉਹਨਾਂ ਨੇ ਦੱਸਿਆ ਵੀ ਮੈਂ ਉਹ ਨਹੀਂ ਵੀ ਜੇ ਤੈਨੂੰ ਕੰਗਣਾ ਤੈਨੂੰ ਵਹਿਮ ਤਾਂ ਸਾਡੇ ਪਿੰਡ ਆ ਕੇ ਤੇਰੇ ਵਹਿਮ ਅਸੀਂ ਕੱਢ ਵੀ ਸਕਦੇ ਹਾਂ। ਮੈਂ ਖੇਤਾਂ 'ਚ ਖੁਦ ਕੰਮ ਕਰਦੀ ਸੀ। ਇੱਥੇ ਪੰਜਾਬੀ ਕਲਾਕਾਰ ਜਿਹੜੇ ਆ ਕੇ ਉਹ ਤੁਹਾਡਾ ਸਮਰਥਨ ਕਰ ਰਹੇ ਹੈ, ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਜਿਹੜਾ ਆਪਣਾ ਪੰਜਾਬੀ ਕਲਾਕਾਰ ਹੈ ਜਿਹੜਾ 뮤직 ਵੜਾ ਉਹ ਵੀ ਕਿਸਾਨਾਂ ਦਾ ਸਾਥ ਦੇ ਰਿਹਾ ਹੈ? ਬਿਲਕੁਲ। ਇੱਕ ਨਾ ਗਾਉਣ ਦਾ ਇੱਕ ਲੈਵਲ ਹੁੰਦਾ, ਕਿਸ ਲੈਵਲ ਤੱਕ ਸਾਨੂੰ ਵੀ ਗਾਣੇ ਕਿਸ ਤਰ੍ਹਾਂ ਸਾਨੂੰ ਸੇਧ ਦੇ ਰਿਹਾ ਨਾ ਗੱਲ ਉਹ ਆ ਵੀ ਜਿਹੜੇ ਹੁਣ ਬਾਈ ਕਣਵਰ ਗਰੇਵਾਲ ਚੀਮਾ ਸਾਡੇ ਪ੍ਰੋਟੈਸਟ ਸ਼ਾਮਲ ਹੋ ਰਿਹਾ, ਇੱਕ ਜਵਾਨੀ ਨੂੰ ਗਾਉਣ ਦੇ ਇੱਕ ਲੈਵਲ ਹੁੰਦਾ ਵੀ ਕਿਸ ਤਰ੍ਹਾਂ ਗਾਣਾ ਗਾ ਰਿਹਾ, ਉਹ ਵੀ ਗਾਣਾ ਭੜਕਾਊ ਹੋ ਰਿਹਾ ਜਾਂ ਉਹਨਾਂ ਦੇ ਜਾਂ ਅੰਦੋਲਨ ਨੂੰ ਸ਼ਾਂਤਮਈ ਜਾਣ ਵਾਸਤੇ ਕਹਿ ਰਿਹਾ ਜਾਂ ਕਿੱਦਾਂ ਕਹਿ ਰਿਹਾ। ਉਹ ਜਿਹੜੇ ਹੁਣ ਅੱਜ ਕੱਲ੍ਹ ਗਾਣੇ ਚੱਲ ਰਹੇ ਬਿਲਕੁਲ ਸ਼ਾਂਤਮਈ ਚੱਲ ਰਹੇ ਆ, ਇੱਕ ਨੌਜਵਾਨੀ ਨੂੰ ਸਭ ਨੂੰ ਸੰਘਰਸ਼ ਨੂੰ ਇੱਕ ਚੰਗੀ ਸੇਧ ਦੇ ਰਿਹਾ। ਤੇ ਤੁਸੀਂ ਮੋਦੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਅਗਰ ਉਹ ਇਹ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਕੀ ਰਣਨੀਤੀ ਅੱਗੇ ਲਾਊਗੀ, ਜਾਂ ਫਿਰ ਉਹ ਕ੍ਰਾਂਤੀ ਕਰੂਗੀ ਜਾਂ ਸ਼ਾਂਤੀਪੂਰਨ ਤਰੀਕੇ ਨਾਲ ਐਸੀ ਤਰ੍ਹਾਂ ਚੱਲਦੀ ਰਹੂਗੀ? ਦੇਖੋ ਜੀ, ਸਾਡੀ ਪਹਿਲੀ ਪਹਿਲ ਤਾਂ ਇਹੀ ਹੈ ਵੀ ਮੋਦੀ ਸਰਕਾਰ ਸੁੱਖ ਸ਼ਾਂਤੀ ਨਾਲ ਕਾਨੂੰਨ ਵਾਪਸ ਲਏ। ਜੇ ਤੁਸੀਂ ਕਹਿ ਰਹੇ ਹੋ ਕ੍ਰਾਂਤੀਕਾਰੀ ਪਹਿਲ ਜੇ ਸਰਕਾਰ ਵੱਲੋਂ ਹੋਊਗੀ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ। ਜੇ ਉਹਨਾਂ ਵੱਲੋਂ ਕੋਈ ਕਿਸੇ ਵੀ ਤਰ੍ਹਾਂ ਦਾ ਗੋਲੀ ਬਾਰੂਦ ਕਿਸੇ ਵੀ ਤਰ੍ਹਾਂ ਦਾ ਕੁਛ ਵੀ ਉਹਨਾਂ ਵੱਲੋਂ ਕੋਈ ਅੰਦੋਲਨ ਮਨ ਚੱਲ ਪੁੱਠੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਹੋਈ ਫਿਰ ਪਹਿਲ ਉਹ ਕਰਨਗੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਸਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਪਹਿਲ ਨਹੀਂ ਹੋਏਗੀ। ਤੁਹਾਨੂੰ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਵਾਨੀ ਕੋਲ ਜੋਸ਼ ਆ ਤਾਂ ਸਾਡੇ ਬਾਬਿਆਂ ਕੋਲ ਹੋਸ਼ ਆ। ਅਸੀਂ ਹੋਸ਼ ਤੇ ਜੋਸ਼ ਨਾਲ ਚੱਲਣਾ। ਇਸ ਤਰ੍ਹਾਂ ਸਾਡੇ ਜਵਾਨੀ ਕੋਲ ਕਿਸ ਤਰ੍ਹਾਂ ਕੋਈ ਕ੍ਰਾਂਤੀਕਾਰੀ ਸਟੈਪ ਨਹੀਂ ਚੁੱਕਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਬਲਾਕ ਸੰਗਤ ਦਾ ਪਿੰਡ ਚੱਕ ਰੂਦ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਜੀ। ਤੁਹਾਡਾ ਨਾਮ? ਮੇਰਾ ਨਾਮ ਜਗਜੀਤ ਸਿੰਘ ਚੀਮਾ, ਮੈਂ ਰਿਟਾਇਰ ਬਲਾਕ ਸਿੱਖਿਆ ਅਫਸਰ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਹੋਏ? ਇੱਥੇ ਮੈਂ 10 ਦਿਨ ਪਹਿਲਾਂ ਲੱਗ ਗਿਆ ਸੀਗਾ, ਦੂਜੀ ਵਾਰੀ ਅੱਜ ਦੁਬਾਰਾ ਫਿਰ ਮੈਂ ਇੱਥੇ ਆਇਆ ਹੈਗਾ। ਮੈਂ ਕਿਸਾਨ ਸੰਘਰਸ਼ ਨਾਲ ਜਦੋਂ ਤੋਂ ਇਹ ਕਾਲੇ ਕਾਨੂੰਨ ਮੋਦੀ ਨੇ ਪਾਸ ਕੀਤੇ ਉਦੋਂ ਤੋਂ ਹੀ ਜੁੜਿਆ ਹੋਇਆ ਹੈਗਾ। ਤੁਸੀਂ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਉਤਸ਼ਾਹ ਦੇ ਰਹੇ ਹੋ ਕਿ ਤੁਸੀਂ ਐਸੀ ਤਰ੍ਹਾਂ ਜੁੜੇ ਰਹੋ, ਤੇ ਤੁਹਾਡੀ ਅੱਗੇ ਤੁਸੀਂ ਹੋਰ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਤੁਸੀਂ ਸ਼ਾਂਤੀਪੂਰਨ ਤਰੀਕੇ ਨਾਲ ਚੱਲਦੇ ਰਹੋ ਜਾਂ ਤੁਹਾਡੀ ਇਨਸਟਰਕਸ਼ਨ ਉੱਤੇ ਚੱਲਣਗੇ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੇ ਤੁਹਾਡੇ ਨਾਲ ਇੱਥੇ ਆਏ ਆ? ਹਾਂਜੀ ਬਿਲਕੁਲ, ਸਾਨੂੰ ਪੂਰਾ ਵਿਸ਼ਵਾਸ ਹੈਗਾ ਜੋ ਅਸੀਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਇਹਨਾਂ ਨੂੰ, ਜੋ ਇਹਨੂੰ ਇਤਿਹਾਸ ਬਾਰੇ ਜਾਣੂ ਕਰਾ ਰਹੇ ਹਾਂਗੇ। ਸਾਡਾ ਜਿਹੜਾ ਇਤਿਹਾਸ ਆ ਮੁੱਢ ਤੋਂ ਹੀ ਸ਼ਾਂਤੀਪੂਰਵਕ ਰਿਹਾ ਹੈਗਾ, ਮੁੱਢ ਤੋਂ ਅਸੀਂ ਸ਼ਹਾਦਤਾਂ ਦਿੰਦੇ ਰਹੇ ਹਾਂਗੇ। ਅੱਜ ਵੀ ਜੇ ਲੋੜ ਪਈ ਸ਼ਹਾਦਤਾਂ ਦੇਣ ਨੂੰ ਤਿਆਰ ਹਾਂਗੇ। ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਇਹ ਬਿਲਕੁਲ ਸਾਡੇ ਅਨੁਸਾਰ ਚੱਲੂਗੀ, ਜਿਵੇਂ ਅਸੀਂ ਕਹਾਂਗੇ ਉਵੇਂ ਚੱਲੂਗੀ। ਤੁਸੀਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਬੈਠੇ ਹੋ, ਤੁਹਾਡੇ ਜਿਹੜੇ ਪਰਿਵਾਰ ਹੈ ਆਪਣੇ ਘਰੇ ਹੋਣਗੇ, ਉਹਨਾਂ ਦੀ ਤਰਫੋਂ ਵੀ ਤੁਹਾਨੂੰ ਸਮਰਥਨ ਹੈ ਵੀ ਤੁਸੀਂ ਇੱਥੋਂ ਦੀ ਜਿੱਤ ਕੇ ਹੀ ਵਾਪਸ ਆਣਾ? ਹਾਂਜੀ ਬਿਲਕੁਲ, ਤਾਂ ਹੀ ਇੱਥੇ ਆਏ ਜੀ। ਅਸੀਂ ਇੱਥੇ ਕੁਝ ਲੈਣ ਨਹੀਂ ਆਏ। ਮੋਦੀ ਸਰਕਾਰ ਨੇ ਸਾਨੂੰ ਕਾਲੇ 3 ਕਾਨੂੰਨ ਦਿੱਤੇ ਹੈਗੇ, ਅਸੀਂ ਮੋਦੀ ਸਰਕਾਰ ਨੂੰ ਉਹ 3 ਕਾਨੂੰਨ ਕਹਿਣਾ ਆਪਦੇ ਵਾਪਸ ਲੈ ਲਾ। ਅਸੀਂ ਮੋਦੀ ਤੋਂ ਕੁਝ ਲੈਣਾ ਨਹੀਂਗਾ, ਅਸੀਂ ਤੁਹਾਨੂੰ ਕੁਝ ਦੇਣ ਆਏ ਹਾਂਗੇ। ਜਿਹੜੇ ਕਾਲੇ ਕਾਨੂੰਨ ਸਾਨੂੰ ਦਿੱਤੇ ਹੈਗੇ 3 ਉਹ 2 ਬਿੱਲ ਹੈਗੇ ਉਹ ਆਪਦੇ ਵਾਪਸ ਲੈ ਲਏ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਅਮਰੀਕ ਸਿੰਘ ਗੋਰਾ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਏ ਹੋਏ? ਅੱਜ ਆਇਆ ਜੀ, 10 ਬੰਦੇ ਆਉਂਦੇ ਆ, 10 ਵਗ ਜਾਂਦੇ ਆ, ਨੰਬਰ ਮੁਤਾਬਕ ਆਈ ਜਾਂਦੇ ਆ ਜੀ। ਕੁਝ ਪਹਿਲਾਂ ਆਏ ਸੀਗੇ, 10 ਆ ਜਾਂਦੇ ਵਗ ਜਾਂਦੇ ਆ ਜੀ। ਜਿਹੜੇ ਮੋਦੀ ਨੇ 3 ਕਾਲੇ ਕਾਨੂੰਨ ਪਾਸ ਕੀਤੇ ਐ, ਇਹਦੇ ਵਾਸਤੇ ਤੁਹਾਡੀ ਕੀ ਰਾਏ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਰੱਦ ਕਰਾ ਕੇ ਜਾਵਾਂਗੇ ਜੀ, ਕੁਛ ਹੋ ਜੇ, ਰੱਦ ਕਰਾਏ ਬਿਨਾਂ ਹੱਲਦੇ ਨਹੀਂ ਇੱਥੋਂ। ਤੇ ਜਿਹੜੇ ਮੋਦੀ ਨੇ 3 ਕਾਨੂੰਨ ਜੇ ਵਾਪਸ ਨਹੀਂ ਲਿੱਤੇ ਤਾਂ ਤੁਹਾਡਾ ਅਗਲਾ ਕੀ ਨੀਤੀ ਹੈ ਤੁਹਾਡੀ? ਸੰਘਰਸ਼ ਜਾਰੀ ਰਹੂਗਾ ਜੀ। ਸੰਘਰਸ਼ ਜਾਰੀ ਹੈ ਜੀ। ਮੰਨ ਲਾ ਹੱਲਦੇ ਨਹੀਂ ਗੇ ਇੱਥੋਂ, ਹੋਰ ਤੇਜ਼ ਕਰਾਂਗੇ, ਵਧਾਵਾਂਗੇ। ਜਿਵੇਂ ਜਥੇਬੰਦੀ ਦੇ ਪ੍ਰਬੰਧਕ ਸਾਨੂੰ ਆਗੂ ਦੇਣਗੇ, ਮੀਟਿੰਗਾਂ ਚੱਲੀ ਜਾਂਦੀਆਂ ਨੇ, ਉਵੇਂ ਜ਼ਿਕਰੀ ਮੰਨ ਲਾ ਚੱਲਣਾ ਪਊ ਸਾਨੂੰ।
ਤੁਹਾਡੀਆਂ ਮਾਤਾਵਾਂ ਬੀਬੀਆਂ ਉਹ ਵੀ ਇੱਥੇ ਆਈਆਂ ਹੋਣਗੀਆਂ, ਬੱਚੇ ਵੀ ਹੋਣਗੇ ਛੋਟੇ ਛੋਟੇ, ਬਹੁਤ ਸਾਰੀਆਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਕਿਉਂਕਿ ਸਰਦੀ ਬਹੁਤ ਹੈ। ਮੇਰੇ ਘਰ ਮੈਡਮ ਛੱਤ ਪੈ ਰਹੀ ਹੈ ਮਕਾਨ ਦੀ, ਮੈਂ ਉਹ ਛੱਡ ਕੇ ਇੱਥੇ ਆਇਆ। ਮੈਂ ਦੇਖੀਓ ਬਾਅਦ ਚ ਜਿਹੜਾ ਕੁਝ ਹੋਗਾ, ਪਹਿਲਾਂ ਸਾਡੀ ਕਿਸਾਨੀ ਹੈ, ਉਸ ਤੋਂ ਬਾਅਦ ਅਸੀਂ ਅਗਲਾ ਕੰਮ ਸੋਚਾਂਗੇ। ਛੱਤ ਪੈ ਰਹੀ ਹੈ, ਮੈਂ ਮਿਸਤਰੀਆਂ ਸਾਰੇ ਛੱਡ ਕੇ ਇੱਥੇ ਆਏ। ਬਾਕੀ 47 ਸਾਡੇ ਦਾਦਿਆਂ ਨੇ ਵੇਖਿਆ ਜੀ, 84 ਸਾਡੇ ਪਿਓਾਂ ਨੇ ਵੇਖੀ ਆ, 2020 ਅਸੀਂ ਮੋਦੀ ਨੂੰ ਵਿਖਾ ਕੇ ਜਾਵਾਂਗੇ ਸਾਰਿਆਂ ਨੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਅਸੀਂ ਸਾਡਾ ਮਸਲਾ ਇਹ ਹੈ ਜੀ, ਇਹ ਕਿਉਂ ਕਾਲੇ ਕਾਨੂੰਨ ਲਿਆਂਦੇ ਗਏ ਨੇ? ਜ਼ਿਮੀਂਦਾਰ ਜੀ ਢਿੱਡ ਪਾਲਦਾ ਹੈਗਾ, 100 ਦਾ ਢਿੱਡ ਹੋਰ ਪਾਲਦਾ ਜੀ। ਜੇ ਅੱਜ ਲੀੜਾ ਕੱਪੜਾ ਹੈਗਾ 20-30 ਰੁਪਏ ਵੱਧ ਜਾਂਦਾ ਹੈ ਜੀ, ਸਮਾਈ ਵੱਧ ਜਾਂਦੀ ਹੈ, ਗੁੜਚਾ ਵੱਧ ਜਾਂਦਾ ਜੀ, ਲੋਹਾ ਵੱਧ ਜਾਂਦਾ, ਮਸ਼ੀਨਰੀ ਵੱਧ ਜਾਂਦੀ ਹੈ। ਸਾਡਾ ਝੋਨਾ 20 ਜਾਂ 50 ਵੱਧ ਜਾਂਦਾ ਹੈ। ਰਹਿੰਦੇ ਖੂੰਦੇ ਸਾਡੇ ਆਰਡੀਨੈਂਸ ਜਿਹੜੇ ਬਿੱਲ ਜਾਂਦੇ, ਇਹ ਸਾਨੂੰ ਮਾਰੂ ਨੀਤੀਆਂ ਮੰਨ ਲਏ, ਮਾਰ ਕੇ ਜਾਣ ਨੂੰ ਚਾਹੁੰਦਾ ਹੈਗਾ। ਅਡਵਾਨੀ ਵਰਗਿਆਂ ਦੇ ਅਸੀਂ ਪਿੰਡਾਂ 'ਚ ਸਾਡੇ ਕੋਟਵਾ ਉੱਤੇ ਟਾਵਰ ਕੱਟ ਰਹੇ ਨੇ ਲੋਕ, ਜਿਵੇਂ ਜਿੱਥੇ ਵੀ ਇਹਨਾਂ ਦਾ ਮੌਲ ਹੈ, ਮਿੱਤਲਾ ਜਾਂ ਪੰਪ ਆ, ਕੁਛ ਵੀ ਉਹ ਅਸੀਂ ਕੱਟ ਰਹੇ ਹਾਂਗੇ। ਬਾਕੀ ਸਿਰੇ ਅਸੀਂ ਜਾਣਦੇ ਨਹੀਂ ਜੀ ਕੁਛ ਹੋ ਜੇ, ਅਸੀਂ ਇਹ ਬਿੱਲ ਰੱਦ ਕਰਾ ਕੇ ਜਾਵਾਂਗੇ। ਕਿਸਾਨਾਂ ਉੱਤੇ ਖਾਲਿਸਤਾਨੀਆਂ ਦਾ ਜਿਹੜਾ ਆਰੋਪ ਲਗਾਇਆ ਜਾ ਰਿਹਾ ਹੈ, ਕਹਿ ਰਹੇ ਆ ਕਿ ਇਹ ਆਤੰਕਵਾਦੀ ਨੇ ਤੇ ਇੱਥੇ ਆ ਕੇ ਅਸ਼ਾਂਤੀ ਕਰਨ ਵਾਸਤੇ ਆਏ ਨੇ ਜਾਂ ਇੱਧਰ ਦੀ ਦਿੱਲੀ ਦੀ ਮਰਿਆਦਾ ਨੂੰ ਭੰਗ ਕਰਨ ਵਾਸਤੇ ਆਏ ਨੇ। ਤੁਸੀਂ ਮੋਦੀ ਜੀ ਨੂੰ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਦੋਂ ਅਸੀਂ ਸੰਘਰਸ਼ ਸ਼ਾਂਤਮਈ ਕਰ ਰਹੇ ਹਾਂ, ਸਾਰੇ ਕਿਸਾਨ ਇਕੱਠੇ ਹੋ ਕੇ, ਸਾਡੇ ਨਾਲ ਮਜ਼ਦੂਰ ਵੀ ਨੇ, ਸਾਡੇ ਨਾਲ ਕਿਸਾਨਾਂ ਦੇ ਨਾਲ ਵਪਾਰੀ ਵੀ ਲੋਕ ਨੇ, ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਸ਼ਾਂਤਮਈ ਧਰਨਾ ਕਰ ਰਹੇ ਹਾਂ ਤੇ ਹੋਰ ਤਾਂ ਫਿਰ ਕਹਿਣ ਨੂੰ ਕੁਝ ਥਿਆਉਂਦਾ ਨਹੀਂ ਹੁੰਦਾ। ਇਸ ਕਰਕੇ ਕੋਈ ਨਾ ਕੋਈ ਤਾਂ ਬਲੇਮ ਸਾਡੇ ਤੇ ਫਿਰ ਸਰਕਾਰ ਨੇ ਲਾਉਣਾ ਹੀ ਹੈ। ਜੋ ਇਸ ਤਰ੍ਹਾਂ ਦੇ ਬਲੇਮ ਲਾਊਗੀ, ਕੋਸ਼ਿਸ਼ ਕਰੂਗੀ ਕਿ ਅਸੀਂ ਖਿੰਡ ਪੁੰਡ ਜਾਈਏ, ਪਰ ਨਹੀਂ, ਸਾਡੇ ਜਿਹੜੇ ਇਰਾਦੇ ਆ ਸਾਰੇ ਵਰਗਾਂ ਦੇ ਇਰਾਦੇ ਇਹ ਆ ਵੀ ਕੋਈ ਕੁਝ ਵੀ ਆਖੀ ਜਾਵੇ, ਚਾਹੇ ਕੋਈ ਆਤੰਕਵਾਦੀ ਆਖੇ, ਚਾਹੇ ਸਾਨੂੰ ਕੋਈ ਖਾਲਿਸਤਾਨੀ ਆਖੇ, ਕੁਝ ਵੀ ਆਖੇ, ਅਸੀਂ ਆਪਦੇ ਟੀਚੇ ਦੇ ਉੱਤੇ ਦ੍ਰਿੜ ਹੈ ਤੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸਾਡਾ ਸੰਘਰਸ਼ ਅੱਗੇ ਵਧ ਰਿਹਾ ਹੈ। ਜੇ ਕੋਈ ਗਲਤੀ ਸਾਡੇ ਜੋ ਕਰਦਾ ਤਾਂ ਪੂਰਾ ਅਨੁਸ਼ਾਸਨ ਹੈ, ਸਾਡੇ ਜਿਹੜੇ ਜਥੇਬੰਦੀ ਦੇ ਜਿਹੜੇ ਵੀ ਆਗੂ ਨੇ ਉਹ ਉਸ ਨੂੰ ਸਖਤੀ ਦੇ ਨਾਲ ਮਤਲਬ ਕਿ ਨਿਯਮਿਤ ਕਰਦੇ ਆ, ਸਾਡੇ ਕੰਟਰੋਲ ਕਰਦੇ ਨੇ। ਮੈਡਮ ਮੋਦੀ ਸਾਹਿਬ ਨੂੰ ਇਹ ਲੱਗ ਰਿਹਾ ਵੀ ਅਸੀਂ ਅੰਤਕਵਾਦੀ ਆ, ਤਾਂ ਸਾਡਾ ਮੇਰਾ ਭਰਾ ਐਕਸ ਆਰਮੀ ਹੈ ਬਿਕਰਮਜੀਤ ਸਿੰਘ, ਇਹ ਵੀ ਇੱਕ ਜੌਬ ਕਰਕੇ ਆਇਆ, ਇਹਦੇ ਪਿਤਾ ਜੀ, ਇਹਦੇ ਭਰਾ ਅਸੀਂ ਇੱਥੇ ਖੜੇ ਆ। ਉਹਨਾਂ ਨੂੰ ਲੱਗਦਾ ਹੈ ਵੀ ਜਿਹੜੇ ਦੇਸ਼ ਦੀ ਰੱਖਿਆ ਕਰਕੇ ਜਾਂ ਸਾਡੇ ਭਰਾ ਰੱਖਿਆ ਕਰ ਰਹੇ ਹੈ, ਸਾਡੇ ਤਾਏ ਚਾਚੇ ਹਜੇ ਆਰਮੀ 'ਚ ਹੈਗੇ ਹੈ, ਵੀ ਉਹ ਸਮਝ ਲੈਣ ਵੀ ਅੰਤਕਵਾਦੀ ਹੋਣਗੇ ਕਿ ਕੌਣ ਹੋਣਗੇ, ਜਿਹੜੇ ਉਹਨਾਂ ਦੇ ਧੀ ਪੁੱਤ ਹੈ, ਜਿਹੜੇ ਅੱਜ ਸਰਹੱਦ ਤੇ ਆਪਣੇ ਦੇਸ਼ ਲਈ ਕੁਰਬਾਨੀਆਂ ਦੇ ਰਹੇ ਹੈ। ਮੋਦੀ ਸਾਹਿਬ ਇੱਕ ਵਾਰੀ ਇਹ ਦੇਖ ਲੈਣ ਆਪਣੀ ਆਰਮੀ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਵੀ ਕਿੰਨੇ ਕੁ ਨੌਜਵਾਨ ਹੈ ਵੀ ਜਿਹੜੇ ਮੰਨ ਲਓ ਜਿਨ੍ਹਾਂ ਦੇ ਮਾਤਾ ਪਿਤਾ ਇਹ ਸੰਘਰਸ਼ ਨੇ, ਉੱਥੋਂ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਵੀ ਇਹ ਕੌਣ ਨੇ। ਇਹ ਗਲਤ ਹੈ, ਇਹ ਥੋਪਿਆ ਜਾ ਰਿਹਾ ਵੀ ਅੰਤਕਵਾਦੀ ਹੈ, ਨਹੀਂ, ਅਸੀਂ ਇੱਕ ਕਿਸਾਨ ਆ। ਥੈਂਕ ਯੂ ਸਰ। ਦਾ ਮਸਲਾ ਸੰਘਰਸ਼ ਅਸੀਂ ਖਤਮ ਕਰ ਦਈਏ। ਸਾਡੇ ਆਉਣ ਜਾਣ ਸੰਗਲ ਲਾਏ ਗਏ, ਟੋਏ ਪੱਟੇ ਗਏ, ਇੱਥੇ ਮੰਨ ਲਾ ਟਾਇਰਾਂ 'ਚ ਸੂਏ ਮਾਰੇ ਗਏ, ਪੱਥਰ ਲਾਏ ਗਏ। ਸਾਡੇ ਵੀਰ ਭਰਾ ਕਿਸਾਨ, ਹਰਿਆਣਾ ਛੋਟਾ ਭਾਈ, ਪੰਜਾਬ ਵੱਡਾ ਭਾਈ, ਅਸੀਂ ਮਿਲ ਜੁਲ ਕੇ ਇੱਕ ਚੱਲਿਆਂਗੇ। ਹੁਣ ਮੁੱਦਾ ਕੋਈ ਕਿਵੇਂ ਠਾ ਰਿਹਾ ਹੈ, ਹਰਿਆਣਾ ਛੋਟਾ ਭਾਈ ਹੈ, ਪੰਜਾਬ ਵੱਡਾ ਹੈ, ਜ਼ਿਮੀਂਦਾਰ ਹੈ, ਇੱਥੇ 28 ਦੇ 28 ਸਟੇਜਾਂ ਦੇ ਜਿਹੜੇ ਕਿਸਾਨ ਆ ਉਹ ਸ਼ਾਮਲ ਹੈ, ਮਜ਼ਦੂਰ ਵੀ ਸ਼ਾਮਲ ਹੈ। ਅਸੀਂ ਆਪ ਦਾ ਬਿੱਲ ਰੱਦ ਕਰਾ ਕੇ ਹੀ ਜਾਵਾਂਗੇ। ਮੈਡਮ ਇੱਕ ਹੋਰ ਵੀ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ। ਇਹ ਕੀ ਕੀਤਾ ਕਿ ਪੰਜਾਬ ਤੇ ਹਰਿਆਣੇ ਨੂੰ ਵੱਖ-ਵੱਖ ਕਰਨ ਵਾਸਤੇ ਵੀ ਕਿਸਾਨ ਬੰਦੀਆਂ ਕਿਉਂ ਜੁੜ ਗਈਆਂ। ਉਹਨਾਂ ਨੂੰ ਇੱਕ SYL ਨਹਿਰ ਦਾ ਮੁੱਦਾ ਵੀ ਛੇੜਨ ਦੀ ਕੋਸ਼ਿਸ਼ ਕੀਤੀ, ਆਪਦੇ ਬੰਦੇ ਬਿਠਾ ਕੇ ਉਹਦੀਆਂ ਫੋਟੋਆਂ ਖਿੱਚੀਆਂ, ਉੱਥੇ ਮਾਈਕ ਦੇ ਉੱਤੇ ਦਰਬਾਰ ਲਾ ਲਿਆ ਵੀ SYL ਮੰਗ ਰਹੇ ਆ, ਨਹਿਰ ਦੀ ਮੰਗ ਕਰ ਰਹੇ ਆ। ਪਰ ਹਰਿਆਣਾ ਦੇ ਕਿਸਾਨਾਂ ਵੱਲੋਂ ਇਹੋ ਜਿਹੀ ਕੋਈ ਇਰਾਦਾ ਉਹਨਾਂ ਦਾ ਨਹੀਂ ਹੈ। ਇਹ ਤਾਂ ਇੱਕ ਆਪਦੇ 4 ਬੰਦੇ ਬਿਠਾ ਕੇ ਤੇ ਉਹਨਾਂ ਨੂੰ ਹਰਿਆਣਵੀ ਬਣਾ ਕੇ ਤੇ ਇੱਕ ਨਕਲੀ ਜਿਹਾ ਸੰਘਰਸ਼ ਜਾਂ ਇੱਕ ਛੜਯੰਤਰ ਰਚਿਆ ਜਾ ਰਿਹਾ ਸੀ। ਪਰ ਹਜੇ ਤੱਕ ਅਸੀਂ ਕਿਸਾਨ ਜਿਹੜੇ ਹੈ, ਅਸੀਂ ਉਹਨਾਂ ਦਾ ਮੇਨ ਪਰਪਸ ਇਹ ਹੈ ਮੈਡਮ, ਹਰਿਆਣਾ ਵਾਲੇ ਸਾਡੇ ਛੋਟੇ ਵੀਰ ਕਹਿ ਰਹੇ ਜੋ ਸਾਡੇ ਕੋਲ ਜ਼ਮੀਨਾਂ ਨੇ ਨਹੀਂਆਂ, ਅਸੀਂ ਤੁਹਾਡੇ ਤੋਂ ਪਾਣੀ ਲੈ ਕੇ ਕਰਨਾ ਵੀ ਕੀ ਹੈ। ਮੇਨ ਮੁੱਦਾ ਤਾਂ ਕਿਸਾਨੀ ਦਾ ਨਾ, ਸਾਡੀਆਂ ਜ਼ਮੀਨਾਂ ਦਾ ਅਡਾਨੀ ਖੋ ਰਿਹਾ। ਬਾਕੀ ਇੱਕ 2 ਦੀ ਪੁਆਇੰਟ ਗੱਲ, ਮੈਂ ਸਭ ਤੋਂ ਬਰੀਕੀ ਦਾ ਪੁਆਇੰਟ ਤੁਹਾਨੂੰ ਇਹ ਦੱਸ ਰਿਹਾ ਵੀ ਆਪਾਂ ਕਹਿੰਦੇ ਮੋਦੀ ਸਾਹਿਬ ਇਹ ਕਰ ਰਹੇ, ਮੋਦੀ ਨਹੀਂ ਕਰ ਰਿਹਾ। ਇਹ ਅਡਾਨੀ ਤੇ ਅਵਾਨੀ ਦਾ ਇੱਕ ਬੰਨਿਆ ਹੋਇਆ ਕੁੱਤਾ ਹੈ। ਅਡਾਨੀ ਸੰਗਲੀ ਇੱਧਰ ਪਾਉਂਦਾ, ਇੱਧਰ ਭੌਂਕਦਾ, ਅਵਾਨੀ ਇੱਧਰ ਪਾਉਂਦਾ, ਉੱਧਰ ਭੌਂਕਦਾ। ਰਾਤ ਨੂੰ ਇਹਨਾਂ ਦੀ ਸਪੀਚ ਤਿਆਰ ਹੁੰਦੀ ਹੈ, ਸਪੀਚ ਉਹੀ ਬੋਲੀ ਜਾਂਦੀ ਹੈ। ਮੋਦੀ ਦਾ ਬਿਲਕੁਲ ਅਨਪੜ੍ਹ ਬੰਦਾ ਹੈ, ਚਾਹ ਵੇਚਣ ਵਾਲਾ ਉਹਨੂੰ ਕੀ ਪਤਾ ਪ੍ਰਭਾਵ ਰਬੜ ਦੀ ਮੋਹਰ ਆ। ਵੀਰ ਜੀ ਤੋਂ ਵੀ ਸੁਣੋ ਜੀ, SYL ਨਹਿਰ ਬਾਰੇ ਦੱਸਣਾ ਇਹਨਾਂ ਨੇ। SY ਜਿਹੜੀ ਨਹਿਰ ਬਾਰੇ ਤੁਸੀਂ ਕੀ ਕਹਿਣਾ? ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਮੈਂ ਸੰਗਤ ਖੁਰਦ, ਪਿੰਡ ਸੰਗਤ ਖੁਰਦ, ਦਮਦਮਾ ਸਾਹਿਬ ਤੋਂ ਆਏ ਹਾਂ ਜੀ। 24 ਤਰੀਕ ਤੋਂ ਅਸੀਂ ਮਹਿਲਾ ਚੌਂਕ ਸੰਗਰੂਰ ਵਿਖੇ ਇਕੱਠੇ ਹੋਏ ਸੀ, ਸਾਰੇ ਕਿਸਾਨਾਂ ਦੇ ਜਥੇ ਦੇ ਨਾਲ ਅਸੀਂ ਇੱਥੇ ਪਹੁੰਚੇ ਆ ਜੀ। ਜਿਹੜਾ ਇਹਨਾਂ ਦਾ SYL ਦਾ ਜਿਹੜਾ ਮੁੱਦਾ ਹੈ ਜੀ, ਉਹ ਇਹਨਾਂ ਦਾ ਇੱਕ ਪੋਲੀਟੀਕਲ ਸਟੰਟ ਸੀਗਾ, ਕਿਉਂਕਿ ਇਹਨਾਂ ਨੂੰ ਹੋਰ ਇਹਨਾਂ ਦੇ ਘੋਲ ਨੂੰ ਸਾਡੇ ਨੂੰ
ਮੰਨ ਲਓ ਖਤਮ ਕਰਨ ਵਾਸਤੇ ਇਹਨਾਂ ਨੇ ਪੰਜਾਬ ਤੇ ਹਰਿਆਣੇ ਦੀ ਜਿਹੜੀ ਦੋਸਤੀ ਹੈ ਉਹਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਇਹ ਮੁੱਦਾ ਜਿਹੜਾ SYL ਨਹਿਰ ਦਾ ਉਹ ਚਲਾਇਆ ਸੀ। ਤੇ ਮੈਂ ਇੱਥੇ ਆਪਦੀ ਰਾਏ ਦੇ ਅਨੁਸਾਰ ਇਹ ਕਹਿਣਾ ਚਾਹੁੰਦਾ ਵੀ ਜੇ SYL ਦੇ ਨਹਿਰ ਦੇ ਮੁੱਦੇ ਦੀ ਇਹਦੇ ਤੇ ਲੋੜ ਹੀ ਨਹੀਂ ਸੀਗੀ, ਤੁਸੀਂ ਪੰਜਾਬ ਤੇ ਹਰਿਆਣਾ ਨੂੰ ਇਕੱਠੇ ਹੀ ਕਰ ਦਿਓ। ਜਿਹੜੀਆਂ ਨਹਿਰਾਂ ਪੰਜਾਬ ਦੇ ਵਿੱਚੋਂ ਆ ਰਹੀਆਂ ਉਹ ਸਿੱਧੀਆਂ ਹਰਿਆਣੇ ਦੇ ਵਿੱਚ ਜਾਣਗੀਆਂ ਤੇ ਐਂਡ ਤੱਕ ਹੋਣਗੀਆਂ। ਨੰਬਰ 2 ਤੇ ਜਿਹੜਾ ਇਹਨਾਂ ਦਾ ਇੱਕ ਹੋਰ ਸਟੰਟ ਹੈ ਵੀ ਮੰਨ ਲਓ ਚੰਡੀਗੜ੍ਹ ਜਿਹੜੀ ਆਪਣੀ ਰਾਜਧਾਨੀ ਹੈ ਉਹਦੇ ਵਾਸਤੇ ਲੋਕਾਂ ਨੂੰ ਲੜਾ ਰਹੇ ਹੈ, ਨਾਲੇ ਅਸੀਂ ਉਹ ਮੁੱਦਾ ਵੀ ਹੱਲ ਕਰ ਲਾਂਗੇ ਕਿਉਂਕਿ ਉਹਦੇ ਵਿੱਚ ਜਦੋਂ ਸਾਡੇ ਦੋਨੇ ਸੂਬੇ ਇਕੱਠੇ ਹੋ ਗਏ ਤੇ ਸਾਨੂੰ ਲੋੜ ਹੀ ਨਹੀਂ। ਜਦੋਂ ਅਸੀਂ ਦੋ ਭਾਈ ਆ ਜਿਹੜੇ ਇਹਨਾਂ ਨੇ ਸਾਨੂੰ ਵੱਖ ਕੀਤਾ, ਜਦੋਂ ਅਸੀਂ ਇਕੱਠੇ ਹੋ ਗਏ ਫਿਰ ਨਾ SYL ਦਾ ਮੁੱਦਾ ਰਹਿਣਾ ਤੇ ਨਾ ਚੰਡੀਗੜ੍ਹ ਦਾ ਮੁੱਦਾ ਰਹਿਣਾ। ਥੈਂਕ ਯੂ ਸਰ। ਸਾਡਾ ਲੋਕਤੀ ਨੂੰ ਅਸੀਂ ਧੀ ਸਮਝਦੇ ਹਾਂ, ਭੈਣ ਨੂੰ ਭੈਣ ਸਮਝਦੇ ਹਾਂ। ਵੱਡਾ ਕੋਈ ਬਜ਼ੁਰਗ ਹੈ ਬਾਬਾ ਸਮਾਨ, ਛੋਟਾ ਹੈ ਪਿਤਾ ਸਮਾਨ, ਬੇਟੀਆਂ ਨੂੰ ਬੇਟੀ ਸਮਝਦੇ ਹਾਂ। ਜਦੋਂ ਇਹ ਕੋਈ ਮੀਟਿੰਗ ਕਰਦੇ ਨੇ, ਅਕਾਲੀ ਕਹਿ ਲਓ, ਕਾਂਗਰਸੀ ਕਹਿ ਲਓ, BJP ਕਹਿ ਲਓ, ਉਦੋਂ ਇੱਕ ਇਹਨਾਂ ਕੋਲੇ 20 ਰੁਪਈਆਂ ਦੀ ਬੋਤਲ ਹੁੰਦੀ ਹੈ, ਘੰਟਾ ਬਹਿੰਦੇ ਨੇ, ਉਦੋਂ ਇਹ ਕਰੋੜਾਂ ਰੁਪਈਆ ਪਾ ਦਿੰਦੇ ਨੇ ਬਿੱਲ ਸਾਡਾ। ਅਸੀਂ ਹੁਣ ਇੰਨਾ ਜਦੋਂ ਇਹ ਕਰੋੜਾਂ ਰੁਪਈਆ ਪਾ ਦਿੰਦੇ ਆ, ਇਹਨਾਂ ਦੀਆਂ ਗੱਡੀਆਂ ਦਾ ਭੱਤਾ ਪਈ ਜਾਂਦਾ, ਇਹਨਾਂ ਦੀ ਯਾਤਰਾ ਫ੍ਰੀ ਆਈ ਜਾਂਦੀਆਂ ਨੇਗੀਆਂ, ਹੋਰ ਮੰਨ ਲਾ ਲੋਨ ਚੱਕ ਸਕਦੇ ਨੇ। ਇਹ 3 ਕਰੋੜ ਰੁਪਈਆ ਚੱਕ ਲੈਂਦੇ ਆ, 5-4 ਲੱਖ ਭਰ ਕੇ ਸਾਡੀ ਤਾਂ ਮਾਫੀ ਹੈਗੀ। ਸਾਡਾ ਅਸੀਂ ਆਪ ਦਾ ਹੱਕ ਮੰਗ ਰਹੇ ਹਾਂ ਇੱਥੋਂ। ਕਿਉਂ ਬਿੱਲ ਲਾਗੂ ਕੀਤੇ ਨੇ? ਕੀ ਇਹਦਾ ਹੱਕ ਸੀਗਾ? ਕਿਉਂ ਬਿੱਲ ਮੰਗਦਾ? ਅਸੀਂ ਆਰਡੀਨੈਂਸ ਖਤਮ ਕਰਕੇ ਜਾਵਾਂਗੇ। ਹਟਦੇ ਨਹੀਂ ਕੁਛ ਹੋਏ। ਅਡਵਾਨੀ ਵਰਗੇ ਕੀ ਕਰਨਗੇ ਜਦੋਂ ਆਲ ਇੰਡੀਆ ਦੇ 28 ਦੇ 28 ਸੂਬੇ ਇੱਥੇ ਜੁੜ ਚੁੱਕੇ ਨੇ, ਆਈ ਜਾਂਦੇ ਆ। ਸੰਘਰਸ਼ ਹੋਰ ਤੇਜ਼ੀ ਨਾਲ ਵੱਧ ਰਿਹਾ ਹੈਗਾ। 10 ਹੋਰ ਆ ਗਏ, 20 ਹੋਰ ਆ ਗਏ, ਵੱਧ ਰਿਹਾ ਸੰਘਰਸ਼। ਰਾਸ਼ਨ ਇੱਥੇ ਆਮ ਹੈ, ਦੁੱਧ ਇੱਥੇ ਆਮ ਹੈ, ਪਾਣੀ ਇੱਥੇ ਆਮ ਹੈ, ਰੋਟੀ ਆਮ ਹੈ। ਇੱਥੇ ਲੰਗਰ ਕਾਜੂ ਬਦਾਮਾਂ ਦਾ ਲੰਗਰ ਚੱਲ ਰਿਹਾ ਹੈਗਾ। ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ। ਟਿੱਕਰੀ ਬਾਰਡਰ ਤੋਂ ਸਿੱਧਾ ਲਾਈਵ ਹੁਣੀ ਆਪਾਂ ਬਿਲਕੁਲ ਸਟੇਜ ਦੇ ਕਰੀਬ ਆ ਤੇ ਹੁਣੀ ਆਪਾਂ ਬਹੁਤ ਸਾਰੇ ਲੋਕਾਂ ਨਾਲ ਇੱਥੇ ਗੱਲਬਾਤ ਵੀ ਕੀਤੀ ਹੈ। ਬਹੁਤ ਸਾਰੀਆਂ ਮਾਤਾਵਾਂ, ਭੈਣਾਂ, ਬੀਬੀਆਂ ਵੀ ਸੀਗੀਆਂ, ਇਹਦੇ ਨਾਲ ਕੁਝ ਨੇਤਾ ਵੀ ਸੀਗੇ, ਬਹੁਤ ਸਾਰੇ ਸੇਵਾਦਾਰ ਵੀ ਸੀਗੇ। ਉਹਨਾਂ ਤੋਂ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਕਿਸਾਨ ਜਿਹੜਾ ਉਹ ਆਪਣੇ ਮਨੋਂ ਪੂਰੀ ਤਰ੍ਹਾਂ ਪੱਕਾ ਹੋ ਚੁੱਕਿਆ ਹੈ ਕਿ ਉਹ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਵਾ ਕੇ ਹੀ ਜਾਏਗਾ। ਬਹੁਤ ਸਾਰਿਆਂ ਦੀ ਲੋਕਾਂ ਦੀ ਇੱਥੇ ਆਪਾਂ ਪਰੇਸ਼ਾਨੀਆਂ ਵੀ ਵੇਖੀਆਂ ਨੇ, ਬਜ਼ੁਰਗ ਆਏ ਨੇ, ਨੌਜਵਾਨ ਪੀੜ੍ਹੀ ਆਈ ਹੈ ਤੇ ਮੋਦੀ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਜਾਂ ਤਾਂ ਜ਼ਰੂਰੀ ਕਦਮ ਚੱਕਣ ਜਾਂ ਫਿਰ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਜਾਂ ਫਿਰ ਕੋਈ ਇਹੋ ਜਿਹਾ ਕਦਮ ਉਠਾਉਣ ਜਿਹਦੇ ਕਰਕੇ ਜਿਹੜੇ ਕਿਸਾਨ ਨੇ ਇੱਥੋਂ ਇੰਨੇ ਦਿਨਾਂ ਤੋਂ ਜਿਹੜੇ ਆਪਣਾ ਧਰਨਾ ਲਗਾ ਕੇ ਬੈਠੇ ਨੇ ਇਹ ਖੁਸ਼ੀ ਆਪਣੇ ਘਰੇ ਜਾ ਸਕਣ। ਤੇ ਐਸੀ ਤਰ੍ਹਾਂ ਦੀ ਤਾਜ਼ਾ ਤਰੀਨ ਖਬਰਾਂ ਨੂੰ ਜਾਣਨ ਵਾਸਤੇ, ਪਲ ਜਾਣਕਾਰੀ ਵਾਸਤੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਡਬਲ ਨਿਊਜ਼ ਉਰਵਸ਼ੀ ਧਵਾਨੀਵਾਲ ਤੇ ਕੈਮਰਾਮੈਨ ਬਲਕਰਨ ਸਿੰਘ ਦੇ ਨਾਲ।